ਅਸਲਾਮ ਵਾਲੇਕੁਮ ਵਰਹਿਮਤੁਲਾਹਿ ਵਬਰਕਾਤੁਹ। ਮੇਰਾ ਨਾਮ ਮੋਹਸਿਨ ਅਕਰਮ ਹੈ ਅਤੇ ਅਸੀਂ ਜੀ ਪੂਰੇ ਪਾਕਿਸਤਾਨ ਦੇ ਵਿੱਚ ਤਲੀਮ ਆਮ ਕਰਨ ਦੇ ਚੱਕਰ 'ਚ ਪਏ ਹਾਂ, ਕਿਉਂਕਿ ਅਮੀਰ ਗਰੀਬ ਦਾ ਅਸੀਂ ਫ਼ਰਕ ਮਿਟਾਉਣਾ। ਜਿਹੜੇ ਆਮ ਤੌਰ 'ਤੇ ਚੰਗੇ ਘਰਾਂ ਦੇ ਬੱਚੇ ਹੁੰਦੇ ਨੇ ਉਹ ਮਹਿੰਗੇ ਅਦਾਰਿਆਂ 'ਚ ਪੜ੍ਹ ਕੇ ਅਤੇ ਗਰੀਬ ਬੱਚਿਆਂ ਨੂੰ ਤੁਹਾਨੂੰ ਜਿਹੜਾ ਨਾ ਉਹ ਓਵਰਬੀਟ ਕਰ ਜਾਂਦੇ ਨੇ, ਸਿਰਫ ਇਸ ਲਈ ਕਿਉਂਕਿ ਸੋਰਸਿਸ ਚੰਗੇ ਹੁੰਦੇ। ਅਸੀਂ ਬਸ ਇਸੇ ਲਈ ਚੱਕਰ 'ਚ ਪਏ ਹੋਏ ਹਾਂ ਕਿ ਪੂਰੇ ਪਾਕਿਸਤਾਨ 'ਚ ਮੈਟ੍ਰਿਕ, FA, BA, MA, CSS, PMS, NTS, PPSC ਸਾਰੇ ਪੇਪਰਾਂ ਨੂੰ ਹਰ ਬੰਦੇ ਦੀ ਪਹੁੰਚ 'ਚ ਪਹੁੰਚਾ ਦਈਏ, ਤਾਂ ਕਿ ਜਿਹੜਾ ਡਿਸਟਿੰਗੁਇਸ਼ ਹੈਗਾ ਹੈ, ਜਿਹੜਾ ਇਮਤਿਆਜ਼ ਹੈਗਾ ਉਹ ख़त्म ਹੋ ਜਾਵੇ ਅਤੇ ਮੁਕਾਬਲਾ ਫਿਰ ਬਰਾਬਰੀ ਦਾ ਹੋਵੇ, ਸੋਰਸਾਂ ਦੀ ਬਰਾਬਰੀ ਦਾ। ਠੀਕ ਹੈ ਜੀ, ਬਿਸਮਿਲ੍ਲਾ ਪੜ੍ਹ ਕੇ ਅਸੀਂ ਆਪਣੇ ਪੰਜਾਬੀ ਅਖਾਣ ਸ਼ੁਰੂ ਕਰਨੇ ਆ। ਇਸ ਤੋਂ ਪਹਿਲਾਂ ਅਸੀਂ ਆਪਣੇ ਉਰਦੂ ਅਖਾਣ ਅਤੇ ਅੰਗਰੇਜ਼ੀ ਦੀ ਵੋਕੈਬਲਰੀ ਵਗੈਰਾ ਕੀਤੀ, ਤੁਸੀਂ ਪਲੇਸ ਲਿਸਟ ਵੇਖ ਸਕਦੇ ਹੋ। ਮਜ਼ੀਦ ਅਸੀਂ ਸਾਰੇ ਪੇਪਰਾਂ ਨੂੰ ਪਾਉਣਾ, ਪਲੀਜ਼ ਤੁਹਾਡੀ ਮਿਹਰਬਾਨੀ ਇਸ ਕਾਰੇ ਖੈਰ 'ਚ ਹਿੱਸਾ ਲਵੋ। ਤੁਹਾਡੀ ਮਿਹਰਬਾਨੀ ਦੂਜਿਆਂ ਨਾਲ ਸ਼ੇਅਰ ਕਰ ਦਿਓ, ਤਾਂ ਕਿ ਜਿਹੜੇ ਬੱਚੇ ਡਿਜ਼ਰਵ ਕਰਦੇ ਉਹਨਾਂ ਤੱਕ ਲਫ਼ਜ਼ ਪਹੁੰਚ ਸਕੇ ਅਤੇ ਉਹ ਬੱਚਿਆਂ ਨੂੰ ਜਿਹੜੇ ਪੇਰੈਂਟਸ ਅਫੋਰਡ ਨਹੀਂ ਕਰ ਸਕਦੇ ਉਹ ਬੱਚਿਆਂ ਨੂੰ ਫਰੀ ਤਾਲੀਮ ਮਿਲ ਸਕੇ। ਪੰਜਾਬੀ ਦੇ ਅਸੀਂ ਅਖਾਣ ਕਰਨ ਲੱਗੇ ਹਾਂ ਜੀ। ਇਹ ਜੇ ਤੁਸੀਂ CSS ਦੇ ਸਟੂਡੈਂਟ ਹੋ ਤਾਂ ਨਾ ਸੁਣੋ, ਜਾਂ ਤੁਸੀਂ ਜੇ ਤੁਹਾਡੇ ਸਿਲੇਬਸ 'ਚ ਹੈ, ਇਹ PMS ਦੇ ਸਿਲੇਬਸ ਵੀ, ਮੈਟ੍ਰਿਕ ਦਾ ਸਿਲੇਬਸ ਵੀ, ਪੰਜਾਬੀ ਦੀ BA ਦੀ ਸਿਲੇਬਸ ਵੀ ਹੈ, ਅਤੇ ਇਸੇ ਲਈ ਜੇ ਤੁਹਾਡੇ ਸਿਲੇਬਸ 'ਚ ਹੈ ਤਾਂ ਇਹਨੂੰ ਸੁਣੋ। CSS ਦੇ ਸਟੂਡੈਂਟ ਇਹਨੂੰ ਨਾ ਸੁਣੋ, ਵੀਰ ਜੀ ਤੁਹਾਡਾ, ਮੈਡਮ ਜੀ ਤੁਹਾਡਾ ਟਾਈਮ ਬਰਬਾਦ ਹੋਏਗਾ। ਠੀਕ ਹੈ ਜੀ, ਬਿਸਮਿਲ੍ਲਾ। ਪਹਿਲਾ ਅਖਾਣ ਸਾਡਾ ਇਹ ਆ ਕਿ ਆਪਣਾ ਮਾਰੇਗਾ ਅਤੇ ਛਾਵੇਂ ਹੀ ਸੁੱਟੇਗਾ। ਠੀਕ ਹੈ, ਯਾਨੀ ਕਿ ਜਿਹੜੇ ਬੇਗਾਨਾ ਹੁੰਦਾ ਆਖਰ ਉਹ ਬੇਗਾਨਾ ਹੀ ਹੁੰਦਾ, ਅਤੇ ਜੇ ਆਪਣਾ ਕੋਈ ਨੁਕਸਾਨ ਕਰੇ ਵੀ ਨਾ ਅਤੇ ਉਹ ਕੁਛ ਥੋੜ੍ਹਾ ਜਿਹਾ ਲਿਹਾਜ਼ ਕਰ ਜਾਂਦਾ ਹੈ। ਠੀਕ ਹੈ, ਜੋ ਮਾਰ ਵੀ ਦੇਵੇ ਨਾ ਅਖੀਰ ਤੇ ਫਿਰ ਮਰੇ ਦੇ ਵੀ ਉਹਦਾ ਥੋੜ੍ਹਾ ਜਿਹਾ ਉਹ ਸਾਹਸ ਕਰ ਜਾਂਦਾ ਹੈ। ਠੀਕ ਹੈ, ਆਪਣੇ ਹੀ ਹੁੰਦੇ ਨੇ, ਅਤੇ ਗੈਰ ਭਾਵੇਂ ਕਿੰਨੇ ਵੀ ਯਾਰ ਬਣ ਜਾਣ ਹਮਦਰਦ ਨਹੀਂ ਹੋ ਸਕਦੇ ਉਹਨੇ ਜਿੰਨੇ ਕੁ ਭੈਣ ਭਰਾ ਹੁੰਦੇ ਨੇ ਆਪਣੇ ਹੁੰਦੇ ਨੇ। ਠੀਕ ਹੈ ਜੀ, ਆਹ ਰਿਸ਼ਤੇਦਾਰ ਕੱਟ ਦਿਓ ਇੱਥੇ ਭੈਣ ਭਰਾ ਲਾ ਦਿਓ। ਰਿਸ਼ਤੇਦਾਰ ਵੱਡੇ ਹੀ ਜ਼ਾਲਮ ਹੁੰਦੇ ਨੇ ਯਾਰ ਭਰਾਵੋ, ਜਿਹੜਾ ਮੇਰਾ ਤਜਰਬਾ ਹੁਣ ਤੱਕ, ਖਾਸ ਕਰਕੇ ਇਸ ਸਦੀ ਦੇ 20ਵੀਂ ਸਦੀ ਦੀ 21ਵੀਂ ਸਦੀ ਤੋਂ ਬਾਅਦ ਦੇ। ਚਲੋ ਜੀ, ਅੰਦਰ ਹੋਵੇ ਸੱਚ ਤੇ ਬਾਹਰ ਖਲੋਗੇ ਨੱਚ। ਮਤਲਬ ਇਹ ਆ ਵੀ ਸੱਚਾ ਆਦਮੀ ਜਿਹੜਾ ਹੁੰਦਾ ਨਾ ਉਹਨੂੰ ਕਿਸੇ ਦੀ ਚਿੰਤਾ ਨਹੀਂ ਹੁੰਦੀ, ਉਹ ਪੁਰਤਮਾਦ ਹੁੰਦਾ। ਇਸੇ ਲਈ ਉਹ ਦੂਜਿਆਂ ਦੇ ਸਾਹਮਣੇ ਆਉਣ ਤੋਂ ਕਦੀ ਵੀ ਨਹੀਂ ਚਿੰਤਾ ਕਰਦਾ। ਉਹਨੂੰ ਸਵਾਲ ਪੁੱਛੀ ਉਹ ਕਹਿੰਦਾ ਭਾਈ ਪੁੱਛੀ। ਉਹ ਝੂਠਾ ਬੰਦੇ ਨੂੰ ਥੋੜ੍ਹੇ ਵੱਧ ਸਵਾਲ ਕਰ ਲਓ, ਕਹਿੰਦਾ ਭਾਈ ਬਸ ਕਰੋ, ਮੇਰਾ ਹੁਣ ਟਾਈਮ ਹੀ ਆ ਭਾਈ, ਆ ਤੁਸੀਂ ਮੇਰੀ ਪਰਸਨਲ ਲਾਈਫ ਨੂੰ ਵਗੈਰਾ ਵਗੈਰਾ ਉਹ ਟੱਚ ਕਰਨ ਲੱਗ ਪੈਂਦਾ ਆਮ ਤੌਰ 'ਤੇ। ਠੀਕ ਹੈ, ਸੱਚੇ ਆਦਮੀ ਨੂੰ ਆਪਣੇ ਆਪ 'ਤੇ ਪੂਰਾ ਇਤਮਾਦ ਹੁੰਦਾ ਹੈ। ਫਿਰ ਜੀ, ਆਵੜ ਤੇਰੀ ਚਾਦਰ ਨੂੰ ਤੇ ਨਵਾਲਾ ਤੇਰੇ ਕਹਿਣੇ ਨੂੰ। ਲੋਕੀ ਕਿਸੇ ਬੰਦੇ ਦੇ ਗੁਣ ਨਹੀਂ ਗਿਣਦੇ, ਠੀਕ ਹੈ, ਉਹਦੀ ਦੌਲਤ ਵੇਖਦੇ ਨੇ। ਗਰੀਬ ਹੋਵੇ ਤੇ ਉਹਨੂੰ ਮੂੰਹ ਨਹੀਂ ਲਾਉਂਦੇ, ਅਤੇ ਉਸੇ ਬੰਦੇ ਕੋਲ ਚਾਰ ਪੈਸੇ ਆ ਜਾਣ ਅਤੇ ਫਿਰ ਸਾਰਾ ਪਿੰਡ ਇੱਜ਼ਤ ਕਰਨ ਲੱਗ ਪੈਂਦਾ। ਸਾਡੇ ਕੋਲ ਹਜ਼ਾਰਾਂ ਇਹੋ ਜਿਹੀਆਂ ਮਿਸਾਲਾਂ ਨੇ। ਕਿਸੇ ਗਰੀਬ ਬੰਦੇ ਦੀ ਕਦਰ ਨਾ ਕਰਨੀ ਅਤੇ ਅਮੀਰ ਬੰਦੇ ਨੂੰ ਪ੍ਰੋਟੋਕੋਲ ਦਿੱਤੀ ਜਾਣਾ। ਉੱਦਲ ਗਈਆਂ ਨੂੰ ਦਾਜ ਕਾਹਦਾ। ਜਿਹੜੀਆਂ ਧੀਆਂ ਚਿੜੀਆਂ ਘਰੋਂ ਨੱਸ ਜਾਂਦੀਆਂ ਨੇ ਨਾ, ਨੱਸ ਜਾਂਦੀਆਂ ਲੋਕਾਂ ਦੇ ਨਾਲ ਭੱਜ ਜਾਂਦੀਆਂ, ਉਹਨਾਂ ਨੂੰ ਕਹਿੰਦੇ ਨੇ ਉੱਦਲ ਜਾਣਾ। ਉਹ ਕਿਸੇ ਦੇ ਨਾਲ ਇਲੋਪ ਹੋ ਜਾਣਾ, ਕਿਸੇ ਦੇ ਨਾਲ ਨੱਸ ਜਾਣਾ ਕਿਸੇ ਮੁੰਡੇ ਦੇ ਨਾਲ, ਤਾਂ ਉਹ ਕਹਿੰਦੇ ਨੇ ਉਹਨਾਂ ਨੂੰ ਦਾਜ ਕਾਹਦਾ। ਜਿਹੜਾ ਜਹੇਜ਼ ਹੈ ਉਹਨਾਂ ਨੂੰ ਕਿਉਂ ਦੇਣਾ ਬਈ। ਜਿਹੜੇ ਲੋਕ ਮਾਸ਼ਰਤੀ ਅਸੂਲਾਂ ਦਾ ਲਿਹਾਜ਼ ਨਹੀਂ ਰੱਖਦੇ ਉਹਨਾਂ ਨੂੰ ਮਾਸ਼ਰੇ 'ਤੇ ਕੋਈ ਫਾਇਦਾ ਉਮੀਦ ਨਹੀਂ ਰੱਖਣੀ ਚਾਹੀਦੀ। ਠੀਕ ਹੈ, ਜਿਹੜੀਆਂ ਕੁੜੀਆਂ ਯਾਰੀ ਲਾ ਕੇ ਘਰੋਂ ਭੱਜ ਜਾਂਦੀਆਂ ਨੇ ਉਹਨਾਂ ਨੂੰ ਦਾਜ ਦੀ ਖਾਹਿਸ਼ ਨਹੀਂ ਰੱਖਣੀ ਚਾਹੀਦੀ। ਉਹ ਫਿਰ ਉਹਨਾਂ ਨੂੰ ਉਹ ਕੁਛ ਯਾਰੀ ਪੂਰੀ ਲੱਭੇਗੀ, ਦਾਜ ਦੂਜ ਕੁਛ ਨਹੀਂ ਲੱਭਣਾ। ਆਪ ਬੀਬੀ ਕੂਕਾਂ ਮਿਹਣੇ ਦੇਵੇ ਲੋਕਾਂ। ਮਤਲਬ ਆਪ ਬੀਬੀ ਜਿਹੜੇ ਆ ਨਾ ਉਹ ਕੂਕਾਂ ਮਾਰਦੀ ਫਿਰਦੀ ਹੈ ਅਤੇ ਲੋਕਾਂ ਨੂੰ ਕਹਿੰਦੀ ਵੀ ਤੁਹਾਡੀ ਆਵਾਜ਼ ਬੜੀ ਉੱਚੀ ਆਉਂਦੀ, ਯਾਨੀ ਕਿ ਆਪਣੇ ਭੈੜ ਜਾਂ ਐਬ ਨੂੰ ਦੂਜਿਆਂ ਦੇ ਮੱਥੇ ਲਾ ਦੇਣਾ। ਆਪੇ ਜੁੰਮਾ ਜੰਜ ਨਾਲ, ਮਤਲਬ ਇਹ ਬੰਦਾ, ਇਹਦਾ ਨਾਂ ਹੈ ਜੁੰਮਾ। ਠੀਕ ਹੈ, ਇਹ ਆਪੇ ਹੀ ਜੰਜ ਦੇ ਨਾਲ ਆ ਗਿਆ, ਮਤਲਬ ਦੂਜਿਆਂ ਦੇ ਕੰਮਕਾਜ ਦੇ ਵਿੱਚ ਸੱਦਿਆਂ ਬਗੈਰ ਸ਼ਾਮਲ ਹੋ ਜਾਣਾ, ਉਹਨੂੰ ਕਹਿੰਦੇ ਨੇ ਆਪੇ ਜੁੰਮਾ ਜੰਜ ਨਾਲ। ਫਿਰ ਹੈਗਾ ਆਟਾ ਗੁੰਨਦੀ ਹਿਲਦੀ ਕਿਉਂ। ਬਈ ਆਟਾ ਜਿਹਨੇ ਬੀਬੀ ਨੇ ਗੁੰਨਣਾ ਹੈ ਉਹਨੇ ਹਿਲਣਾ ਤਾਂ ਹੈ ਨਾ। ਮਤਲਬ ਇਹ ਆ ਜਦੋਂ ਉਹਨੇ ਇਸ ਤਰ੍ਹਾਂ ਕਰਕੇ ਜਦੋਂ ਉਹਨੂੰ ਕਰਨਾ ਤਾਂ ਨਾਲ ਹਿੱਲੇਗੀ ਨਾ। ਠੀਕ ਹੈ, ਕਿਸੇ ਦੇ ਕੰਮ 'ਚ ਐਵੇਂ ਹੀ ਐਬ ਕੱਢ ਦੇਣਾ, ਉਹਨੂੰ ਕਹਿੰਦੇ ਨਾ ਆਟਾ ਗੁੰਨਦੀ ਹਿਲਦੀ ਕਿਉਂ ਹੈ। ਆਹ ਗਵੰਡ ਨੇ ਲੜੀਏ, ਮਤਲਬ ਕਿਸੇ ਬਗੈਰ ਕਿਸੇ ਗੱਲ ਤੋਂ ਬਹਾਨਾ ਪਾ ਕੇ ਤੇ ਐਵੇਂ ਮਕਾਲ ਦਾ ਝਗੜਾ। ਆਮ ਤੌਰ 'ਤੇ ਨਾ ਜਨਾਨੀਆਂ ਆਪਣੇ ਬੰਦਿਆਂ ਨੂੰ ਐਵੇਂ ਵਿਚਾਰੇ ਸਾਧੂਆਂ ਜਾਣੋ ਮਲੰਗਾਂ ਜਾਣੋ ਵਿਚਾਰੇ ਨੇ ਫੜ ਲੈਂਦੀਆਂ ਨੇ, ਅਤੇ ਉਹਨਾਂ ਦਾ ਫਿਰ ਜੋ ਹਾਲ ਕਰਦੀਆਂ ਉਹ ਹਰ ਉਹ ਸ਼ਾਦੀशुदा ਮਰਦ ਨੂੰ ਪਤਾ ਵੀ ਆਹ ਗਵੰਡ ਨੇ ਲੜੀਏ। ਮਤਲਬ ਇਹ ਆ ਕਿ ਕਿਸੇ ਨੂੰ ਐਵੇਂ ਹੀ ਬਸ ਉਹਦੇ ਦੀ ਗੱਲ ਨਾ ਮਕਾਲ ਪਾ ਦੇਣੀ, ਖਾਮਖਾ ਤਾਂ ਝਗੜਾ ਖੜਾ ਕਰ ਦੇਣਾ। ਆਪਣੀ ਵਾਰੀ ਆਈ ਅਤੇ ਹੱਲ ਲੰਮੀ ਪਾਈ। ਮਤਲਬ ਇਹ ਆ ਵੀ ਇੱਕ ਥਾਂ 'ਤੇ ਇੱਕ ਮੁਕਾਬਲਾ ਹੁੰਦਿਆ ਸੀ, ਅਤੇ ਜਿਹੜਾ ਬੰਦਾ ਸੀ ਨਾ ਸਾਲਸ ਸੀ, ਮੁਨਸਫ ਸੀ, ਜਿਹੜਾ ਬੰਦਾ ਫੈਸਲਾ ਕਰਨ ਡਿਆ ਸੀ, ਉਹ ਬਾਕੀ ਸਾਰਿਆਂ ਨੂੰ ਕਹਿੰਦਾ ਕਿ ਬਈ ਥੱਲੇ ਜਿਹੜੀ ਖਲੋਤੀ ਹੱਲ ਇਹਨੂੰ ਚੁੱਕੋ। ਆਪਣੀ ਵਾਰੀ ਇਹ ਤਾਂ ਲੰਮੀ ਪਾ ਲਈ ਉਹਨੇ। ਮਤਲਬ ਇਹ ਆ ਡੰਡੀ ਮਾਰਨਾ, ਕਿਸੇ ਕੰਮ ਦੇ ਵੀ ਡੰਡੀ ਮਾਰਨਾ, ਆਪਣੇ ਲਈ ਅਸੂਲਾਂ ਨੂੰ ਜਾਂ ਮਸਲੇ ਨੂੰ ਇੰਝ ਤਸ਼ਰੀਹ ਕਰਨੀ ਕਿ ਜਿਹਦੇ ਵਿੱਚ ਆਪਣੇ ਆਪ ਨੂੰ ਹੀ ਫਾਇਦਾ ਹੋਵੇ। ਆਖਿਆ ਜਾਂਦਾ ਹੈ ਕਿ ਲੋਕਾਂ ਮੌਲਵੀ ਕੋਲੋਂ ਮੁੰਡਿਆਂ ਦੀ ਸ਼ਰਾਰਤ ਦੀ ਸਜ਼ਾ ਪੁੱਛੀ ਅਤੇ ਉਹਨਾਂ ਦੱਸਿਆ ਪਈ ਹੱਲ ਖੜਾ ਕਰਕੇ ਉਹਨੂੰ ਰੋਟੀਆਂ 'ਚ ਦੱਬ ਦਿਓ, ਹਲਵੇ ਗੋਸ਼ਤ ਨਾਲੋਂ ਲੋਕਾਂ ਦੀ ਖਿਦਮਤ ਕਰੋ। ਠੀਕ ਹੈ, ਕਿਸੇ ਦੱਸਿਆ ਭਈ ਮੌਲਵੀ ਸਾਹਿਬ ਤੁਹਾਡਾ ਆਪਣਾ ਬਾਲ ਵੀ ਸ਼ਾਮਲ ਹੈ। ਉਹਨਾਂ ਆਖਿਆ ਚਲੋ ਫਿਰ ਕੋਈ ਨਹੀਂ, ਹੱਲ ਲੰਮੀ ਪਾ ਕੇ ਇੱਕ ਰੋਟੀ ਦਿਓ, ਰੱਬ ਰਾਜ਼ੀ ਹੋ ਜਾਏਗਾ। ਮਤਲਬ ਆਪਣੀ ਵਾਰੀ ਅਸੂਲਾਂ ਨੂੰ ਚੇਂਜ ਕਰ ਦੇਣਾ। ਆਪਣਿਆਂ ਦੇ ਮੈਂ ਗਿੱਟੇ ਭੰਨਾ ਚੁੰਮਾ ਪੈਰ ਪਰਾਇਆਂ ਦੇ। ਮਤਲਬ ਇਹ ਆ ਕਿ ਗੈਰਾਂ ਦੀ ਖਾਤਰ ਆਪਣੇ ਨਾਲ ਵਿਗਾੜ ਲੈਣਾ, ਯਾਨੀ ਗੈਰਾਂ ਦੇ ਪ੍ਰੋਟੋਕੋਲ ਦੇਣਾ ਅਤੇ ਆਪਣਿਆਂ ਨੂੰ ਕੋਈ ਲਿਫਟ ਹੀ ਨਹੀਂ ਕਰਾਉਣੀ।
ਉਜੜਿਆਂ ਬਾਗਾਂ ਦੇ ਗਾਲਰ ਪਟਵਾਰੀ, ਮਤਲਬ ਇਹ ਹੈ ਕਿ ਜਿਹੜੇ ਬਾਗ ਉੱਜੜ ਜਾਣ ਨਾ ਉਹਨਾਂ ਦੇ ਪਟਵਾਰੀ ਗਾਲੜ ਹੀ ਹੁੰਦੇ ਨੇ। ਮਤਲਬ ਉੱਥੇ ਫਿਰ ਅਸਲੀ ਪਟਵਾਰੀ ਤਾਂ ਨਹੀਂ ਨਾ ਆਉਂਦਾ, ਉੱਥੇ ਫਿਰ ਗਾਲੜ ਹੀ ਲਗੇ ਫਿਰਦੇ ਨੇ ਤੇ ਉਹਨਾਂ ਦਾ ਹੀ ਰਾਜ ਹੁੰਦਾ ਹੈ। ਜੇ ਸ਼ੈ ਦਾ ਮਾਲਕ ਨਾ ਹੋਵੇ ਉਹਦਾ ਹਰ ਕੋਈ ਜਣਾ ਖਣਾ ਮਾਲਕ ਬਣ ਜਾਂਦਾ ਹੈ। ਕਹਿੰਦੇ ਨਾ ਸ਼ੇਰਾਂ ਦੇ ਡੇਰਿਆਂ ਤੇ ਗਿੱਦੜ ਕਰਦੇ ਫਿਰਨ ਕਲੋਲਾਂ, ਸ਼ੇਰਾ ਤੇਰੀ ਚਪੂਆ ਵਿੱਚ ਗਿੱਦੜ ਕਰਨ ਕਲੋਲਾਂ। ਜਦੋਂ ਸ਼ੇਰ ਛੱਡ ਜਾਂਦਾ ਫਿਰ ਗਿੱਦੜ ਕਹਿੰਦੇ ਨੇ ਹਾਂ ਬਈ ਆ ਮੈਂ ਅਸੀਂ ਇੱਥੋਂ ਦੇ ਚੌਰੀ ਹਾਂ। ਤੇਲੇ ਪੱਕਣ ਤੇ ਕਾਜ ਰਚਣ, ਤੇਲਾ ਫਸਲ ਨੂੰ ਕਹਿੰਦੇ ਨੇ ਤੇ ਜਦੋਂ ਤੇਲਾ ਪੱਕ ਜਾਂਦਾ ਨਾ ਉਦੋਂ ਹੀ ਸਾਰੇ ਕੰਮ ਹੁੰਦੇ ਨੇ। ਯਾਨੀ ਫਸਲ ਪੱਕਣ ਤੇ ਜੱਟ ਦੇ ਜਿਹੜੇ ਨਾ ਉਹ ਬੜੇ ਕੰਮ ਹੋ ਜਾਂਦੇ ਨੇ, 100 ਕੰਮ ਜੱਟ ਕਰ ਲੈਂਦਾ। ਜੱਟ ਨੇ ਵਿਆਹ ਹਾੜੀ ਉੱਤੇ ਹੀ ਕਰਨਾ ਹੈ ਕਿਉਂ ਜੇ ਉਦੋਂ ਤੇਲੇ ਪੱਕਦੇ ਨੇ ਨਾ, ਤੇ ਉਦੋਂ ਕਾਜ ਰਚਣ, ਤੇਲੇ ਪੱਕਣ ਤੇ ਕਾਜ ਰਚਣ। ਥੋੜਾ ਜੁੱਸਾ ਕ੍ਰੋਧ ਬਹੁਤਾ, ਮਤਲਬ ਜਿਹੜੇ ਬੰਦੇ ਸੁੱਕੇ ਪੁੱਕੇ ਜਿਹੇ ਹੁੰਦੇ ਨੇ ਨਾ, ਮਾੜੇ ਬੰਦੇ ਹੁੰਦੇ ਉਹਨਾਂ 'ਚ ਗੁੱਸਾ ਬਹੁਤਾ ਹੁੰਦਾ, ਮਾੜੇ ਬੰਦੇ 'ਚ ਬਹੁਤਾ ਗੁੱਸਾ। ਜੁੱਸਾ ਵਜੂਦ ਨੂੰ ਕਹਿੰਦੇ ਨੇ ਨਾ, ਤੇ ਕ੍ਰੋਧ ਗੁੱਸੇ ਨੂੰ ਕਹਿੰਦੇ ਨੇ। ਥੋੜਾ ਜੁੱਸਾ ਕ੍ਰੋਧ ਬਹੁਤਾ ਵੀ ਪਤਲੇ ਬੰਦੇ ਦਾ ਹਮੇਸ਼ਾ ਉਹਦਾ ਨਾ ਟੈਂਪਰਾਮੈਂਟ ਛੇਤੀ ਲੂਜ਼ ਹੋ ਜਾਂਦਾ ਐਜ਼ ਕੰਪੇਅਰ ਟੂ ਐਨ ਹੈਲਦੀ ਪਰਸਨ। ਤੁਰ ਸਕਾ ਨਾ ਤੇ ਫਿਟੇ ਮੂੰਹ ਗੋਡਿਆਂ ਦਾ, ਮਤਲਬ ਆਪਣੇ ਆਪ ਨੂੰ ਕਿਸੇ ਦੂਜੇ ਦੇ ਮੱਥੇ ਲਾ ਦੇਣਾ। ਬਈ ਵੀ ਮਸਲਾ ਇਹ ਆ ਮੇਰੇ ਕੋਲ ਟੁਰਿਆ ਹਿੰਮਤ ਮੇਰੇ 'ਚ ਨਹੀਂ ਕਿਤੇ ਮੈਂ ਕਹਾਂ ਵੀ ਮੇਰੇ ਗੋਡੇ ਨਕਾਮ ਨੇ, ਠੀਕ ਹੈ। ਤੁਰ ਸਕਾ ਨਾ ਤੇ ਫਿਟੇ ਮੂੰਹ ਗੋਡਿਆਂ ਦਾ। ਟਿੱਡੀ ਸੋਈ ਟੋਕਾ ਜੰਮਿਆ, ਮਤਲਬ ਇਹ ਆ ਵੀ ਜਿਹੜੀ ਟਿੱਡੀ ਉਹ ਸੁੱਤੀ ਸੀ ਟਿੱਡੇ ਦੇ ਨਾਲ ਤੇ ਫਿਰ ਟੋਕਾ ਵਿੱਚੋਂ ਜੰਮਿਆ ਸੀ। ਮਤਲਬ ਮਾਪਿਆਂ ਦੇ ਨਾਲੋਂ ਪੁੱਤਰ ਬਹੁਤ ਚਲਾਕ ਹੋਣਾ, ਉਹਨਾਂ ਦਾ ਪੁੱਤਰ ਟਿੱਡਾ ਨਹੀਂ ਟੋਕਾ ਨਿਕਲਿਆ ਸੀ ਵਿੱਚੋਂ। ਖੈਰਾਂ ਦੀ ਧੀ ਜਿਹੜੀ ਨਾ ਖੈਰਾਂ ਨਾਲੋਂ ਵੀ 2 ਹੱਥ ਅੱਗੇ ਆ, ਤੇ ਟਿੱਡੀ ਸੋਈ ਟੋਕਾ ਜੰਮਿਆ। ਟਿੰਡਾ ਘੜਨ ਨਾ ਜਾਣਦੇ ਮਗੀਆਂ ਦੇ ਉਸਤਾਦ, ਮਤਲਬ ਜਿਹੜਾ ਫੜਾ ਮਾਰਨ ਵਾਲਾ ਬੰਦਾ ਆਉਂਦੇ ਨੇ ਨਾ ਉਹਨੂੰ ਆਉਂਦੇ ਨੇ ਵੀ ਟਿੰਡਾ ਘੜਨ ਨਾ ਜਾਣਦੇ ਮਗੀਆਂ ਦੇ ਉਸਤਾਦ। ਵੀ ਬੱਬਰ ਸ਼ੇਰਾ ਵੀ ਟਿੰਡਾ ਘੜਨ ਤਾਂ ਤੂੰ ਜਾਣਦਾ ਵੀ ਨਹੀਂ ਹੈਗਾ ਤੇ ਤੂੰ ਕਹਿੰਦਾ ਮੈਂ ਮਗੀਆਂ ਦਾ ਉਸਤਾਦ ਹਾਂ। ਮੈਂ ਠੋਕਰ ਖਾਈਏ ਤਾਂ ਬੁੱਧ ਪਾਈਏ, ਮਤਲਬ ਇਹ ਆ ਵੀ ਅਕਲ ਬਦਾਮ ਖਾਨੇ ਸੇ ਆਤੀ ਹੈ। ਮਤਲਬ ਇਹ ਆ ਵੀ ਜਦੋਂ ਧੱਕਾ ਵੱਜਦਾ ਬੰਦੇ ਨੂੰ ਉਦੋਂ ਹੀ ਸਿਆਣਗੀ ਤੇ ਅਕਲ ਆਉਂਦੀ ਹੈ। ਢਿੱਲੇ ਕੱਪੜੇ ਹੰਡੇ ਚੰਗੇ, ਮਤਲਬ ਇਹ ਜਿਹੜਾ ਕੱਪੜਾ ਫਿਟਿੰਗ 'ਚ ਹੁੰਦਾ ਨਾ ਛੇਤੀ ਪਾੜ ਜਾਂਦਾ, ਜਿਹੜਾ ਢਿੱਲਾ ਹੁੰਦਾ ਨਾ ਉਹ ਜਿਹੜਾ 4 ਦਿਨ ਹੰਡ ਜਾਂਦਾ। ਮਤਲਬ ਇਹ ਜਿਹੜੇ ਤਾਲੁਕਾਤ ਢਿੱਲੇ ਹੁੰਦੇ ਨੇ ਨਾ ਉਹ 4 ਦਿਨ ਜੇ ਬੰਦੇ ਨਾਲ ਉਹ 4 ਦਿਨ ਕੱਢ ਜਾਂਦੇ। ਜਿਹੜਾ ਬੰਦਾ ਬਹੁਤ ਉਹਦੇ ਜੱਫੇ ਮਾਰ ਮਿਲਦਾ ਹੈ ਨਾ ਆਮ ਤੌਰ 'ਤੇ ਉਹ ਛੋਟੀ ਉਮਰ ਹੁੰਦੀ ਹੈ। ਇਸ ਲਈ ਕਹਿੰਦੇ ਨੇ ਕਿ ਤਾਲੁਕਾਤ ਦੇ ਵਿੱਚ ਹਮੇਸ਼ਾ ਫਾਸਲਾ ਰੱਖੇ ਨਹੀਂ ਤਾਂ ਬੁਖਾਰ ਹੋ ਜਾਏਗਾ। ਜੱਟ ਵਜਾਵੇ ਤੁਰਾ ਉਹ ਵੀ ਬੁਰਾ, ਬਾਹਮਣ ਦੇ ਹੱਥ ਛੁਰਾ ਉਹ ਵੀ ਬੁਰਾ। ਮਤਲਬ ਇਹ ਹਰ ਕਿਸੇ ਬੰਦੇ ਨੂੰ ਆਪਣਾ ਕੰਮ ਹੀ ਸੱਜਦਾ ਹੈ। ਜੇ ਜੱਟ ਦੇ ਕੋਲ ਤੁਰਾ ਹੋਵੇ ਉਹ ਵੀ ਮਾੜੀ ਗੱਲ ਹੈ, ਅਤੇ ਬਾਹਮਣ ਦੇ ਹੱਥ ਛੁਰਾ ਹੋਵੇ ਉਹ ਵੀ ਫਿਰ ਨੁਕਸਾਨ ਕਰਦਾ ਹੈ। ਜੇ ਉਹ ਕਿਸੇ ਦੂਜੇ ਦਾ ਕੰਮ ਕਰਨ ਲੱਗ ਪਏ ਤਾਂ ਉਹਦੇ ਵਿੱਚ ਆਪਣਾ ਹੀ ਉਹਦਾ ਨੁਕਸਾਨ ਹੁੰਦਾ ਹੈ। ਜੱਟ ਦੇ ਜੌਂ ਪੱਕੇ ਸੱਕੀ ਮਾਂ ਨੂੰ ਮਾਰੇ ਧੱਕੇ, ਮਤਲਬ ਇਹ ਹੈ ਕਿ ਜਿਹੜਾ ਅਨਪੜ੍ਹ ਜਾਹਲ ਬੰਦਾ ਹੁੰਦਾ ਨਾ ਜਦੋਂ ਉਹਦੇ ਦਿਨ ਫਿਰਦੇ ਨੇ ਨਾ ਅਤੇ ਉਹ ਫਿਰ ਨਾ ਸਾਸ਼ਾਂ ਹਾਸਲ ਕਰਨ ਤੋਂ ਬਾਅਦ ਫਿਰ ਜੀ ਉਹਦਾ ਦਿਨ ਹੀ ਤਵਾਦਨ ਖਰਾਬ ਹੋ ਜਾਂਦਾ। ਉਹ ਵੱਡਿਆਂ ਦਾ ਰੱਬ ਦਾ ਉਹ ਨਾ ਫਿਰ ਅਖਲਾਕੀ ਆਦਤ ਵਗੈਰਾ ਨੂੰ ਭੁੱਲ ਜਾਂਦਾ ਹੈ ਅਤੇ ਫਿਰ ਉਹਦੇ 'ਚ ਗਰੂਰ ਆ ਜਾਂਦਾ। ਜਿਹਨੂੰ ਪੂਛੋਂ ਫੜ ਉਠਾਇਆ ਉਸ ਜੋਤਰਾ ਕਦੋਂ ਲਾਇਆ। ਪੂਛੋਂ ਫੜ ਉਠਾਇਆ ਮਤਲਬ ਇਹ ਖੋਤੀ ਬਹਿ ਜਾਵੇ ਨਾ ਉਹਨੂੰ ਪੂਛਲ ਤੋਂ ਫੜ ਕੇ ਖੜਾ ਕਰਦੇ ਨੇ, ਠੀਕ ਹੈ। ਇਹ ਪਿੰਡੂਆਂ ਦੇ ਕੰਮ ਨੇ, ਜਿਹਨੂੰ ਪੂਛਲ ਤੋਂ ਫੜ ਕੇ ਖੜਾ ਕਰਦੇ ਨੇ ਅਤੇ ਆਉਂਦੇ ਨੇ ਵੀ ਜਿਹਨੂੰ ਇੰਝ ਪੂਛੋਂ ਫੜ ਕੇ ਉਠਾਇਆ ਜਾਂਦਾ ਹੈ ਨਾ ਉਹ ਜੋਤਰਾ ਕਿਦੋਂ ਲਾਉਂਦੀ, ਮਤਲਬ ਉਹ ਕੋਈ ਕੰਮ ਨੂੰ ਤੋੜ ਕਿਦੋਂ ਚੜਾਉਂਦੀ। ਨਾਹਿਲ ਬੰਦੇ ਨੂੰ ਕਿਸੇ ਕੰਮ ਤੋੜ ਨਹੀਂ ਚੜਾ ਸਕਦਾ। ਉਹ ਔਖਾ ਭਾਰਾ ਕੰਮ ਕਰਨ ਲਈ ਬੰਦੇ ਦੇ ਅੰਦਰ ਜਿਹਤ ਹੋਣੀ ਚਾਹੀਦੀ। ਮਤਲਬ ਇਹ ਜੇ ਖੋਤੀ ਚੰਗੀ ਹੋਵੇਗੀ ਤਾਂ ਕਦੀ ਉਹ ਬਹਿਗੀ ਨਹੀਂ, ਉਹ ਲੱਗੀ ਜਾਏਗੀ ਭਾਵੇਂ ਡਿੱਗਦੀ ਢਹਿੰਦੀ ਸਾਹ ਲੈਂਦੀ ਮਰਦੀ ਮਰਾਂਦੀ, ਠੀਕ ਹੈ। ਜਿਹਨੂੰ ਪੁੱਛੋਂ ਫੜ ਆਇਆ ਉਹ ਜੋਤਰਾ ਕਦੋਂ ਲਾਇਆ। ਜਿਹਦੇ ਘਰ ਦਾਣੇ ਉਹਦੇ ਕਮਲੇ ਵੀ ਸਿਆਣੇ, ਮਤਲਬ ਦੌਲਤਮੰਦ ਬੰਦੇ ਦੇ ਐਬ ਨਹੀਂ ਲੱਗਦੇ। ਜਿਹਦੇ ਘਰ ਦਾਣੇ ਅਮੀਰਾਂ ਦਾ ਬੱਚਾ ਹੋਵੇ ਨਾ ਉਹ ਲਾੜੂ ਵੀ ਸੱਟਦਾ ਹੋਵੇ ਤੇ ਪਿੰਡ ਦੇ ਲੋਕ ਕਹਿੰਦੇ ਨੇ ਓਏ ਯਾ ਕਿੱਡਾ ਸੋਹਣਾ ਹੀ ਹੈ। ਗਰੀਬਾਂ ਦਾ ਬੱਚਾ ਭਾਵੇਂ ਕਿੱਡਾ ਮਰਜ਼ੀ ਉਹਦਾ ਨਕਸ਼ ਚੰਗੇ ਹੋਣ ਨਾ ਉਹਨੂੰ ਕਹਿੰਦੇ ਨੇ ਉਹ ਬਾਂਦਰਾ ਇੱਧਰ ਆ, ਠੀਕ ਹੈ। ਉਹਨੂੰ ਐਵੇਂ ਹੀ ਫਿਰ ਉਹਨੂੰ ਐਵੇਂ ਨਾ ਪੁੱਠੇ ਨਾਂ ਲੈਂਦੇ ਨੇ। ਜਾ ਬੱਚਾ ਰਾਵੀ ਨਾ ਕੋਈ ਆਵੀ ਨਾ ਕੋਈ ਜਾਵੀ, ਭਾਵੇਂ ਕੋਈ ਨੇੜੇ ਦਾ ਸਾਕ ਵੀ ਹੋਵੇ ਅਤੇ ਜੇ ਬਹੁਤ ਦੂਰ ਜਾ ਵਸੇ ਨਾ ਅਤੇ ਫਿਰ ਉਹਦੇ ਨਾਲ ਮਿਲਣਾ ਜੁਲਣਾ ਘੱਟ ਹੋ ਜਾਂਦਾ। ਉਹਦੇ ਕਹਿੰਦੇ ਨੇ ਰਾਵੀ, ਮਤਲਬ ਇਹ ਦਰਿਆਓਂ ਪਾਰ ਜੇ ਤੂੰ ਜਾ ਕੇ ਰਹੇਗਾ ਨਾ ਅਤੇ ਫਿਰ ਮੇਰਾ ਬੱਚਾ ਫਿਰ ਆਪਣੀ ਕਿਤੇ ਕਦੀ ਫਿਰ ਮੁਲਾਕਾਤ ਹੋਵੇਗੀ ਨਾ ਤਾਂ ਉੱਥੇ ਆਇਆ ਜਾਣਾ ਨਾ ਉੱਥੇ ਜਾਇਆ ਜਾਣਾ। ਜਾਵੇ ਲਾਖ ਪਰ ਰਹੇ ਸਾਖ, ਮਤਲਬ ਇਹ ਦੌਲਤ ਨਾਲੋਂ ਇੱਜ਼ਤ ਜਿਹੜੀ ਨਾ ਉਹ ਬਹੁਤ ਹੀ ਮਹਿੰਗੀ ਹੁੰਦੀ ਹੈ ਅਤੇ ਇਹਦਾ ਖਿਆਲ ਕਰਨਾ ਚਾਹੀਦਾ। ਜਿੱਥੋਂ ਦੀ ਖੋਤੀ ਉੱਥੇ ਆਣ ਖਲੋਤੀ, ਮਤਲਬ ਇਹ ਆ ਹਰ ਚੀਜ਼ ਪਰਤ ਕੇ ਆਪਣੀ ਅਸਲੀ ਹਾਲਤ 'ਚ ਆ ਜਾਣਾ। ਮਤਲਬ ਇਹ ਆ ਕਿ ਇੱਕ ਬੰਦਾ ਹੀ ਪਿੰਡੋਂ ਚੌਧਰੀ ਬਣਦਾ ਸੀ, ਉਹ ਸ਼ਹਿਰ ਗਿਆ, ਉਹ ਅੰਗਰੇਜ਼ੀਆਂ ਬੋਲੇ, ਫਿਰ ਮੁੜ ਕੇ ਜਦੋਂ ਸ਼ਹਿਰ ਤਲੀਮ ਖਤਮ ਹੋ ਗਈ ਵਾਪਸ ਪਿੰਡ ਜਾ ਕੇ ਉਹੀ ਕੱਪੜੇ ਪਾ ਕੇ ਆਉਣ ਜਿਹਦਾ ਹੀ ਫਿਰ ਜਿੱਥੋਂ ਦੀ ਖੋਤੀ ਉੱਥੇ ਹੀ ਆਣ ਖਲੋਤੀ, ਉੱਥੇ ਹੀ ਵਾਪਸ ਉਸੇ ਰੰਗ 'ਚ ਰੰਗ ਗਿਆ। ਜਿੱਥੇ ਵੇਖਣ ਤਵਾ ਪਰਾਤ ਉੱਥੇ ਗਾਵਣ ਦਿਨ ਤੇ ਰਾਤ, ਮਤਲਬ ਜਿਹੜਾ ਮੌਲਵੀ ਹੁੰਦਾ ਨਾ ਜਿੱਥੇ ਖੀਰ ਖੂਰ ਚੰਗੀ ਬਣੀ ਹੋਵੇ ਨਾ ਉੱਥੇ ਫਿਰ ਬਾਬਾ ਜੀ ਤਰਜਾਂ ਲਾ ਕੇ ਪੜਦਾ। ਲਾਲਚੀ ਬੰਦੇ ਦੀ ਲਾਲਚ ਦੀ ਵਜ੍ਹਾ ਤੋਂ ਝੂਠੀਆਂ ਖੁਸ਼ਾਮਦਾਂ ਕਰਦੇ ਰਹਿੰਦੇ ਨੇ। ਜਿੰਨ ਨਿਕਲ ਜਾਂਦਾ ਪਰ ਜਨ ਨਹੀਂ ਨਿਕਲਦਾ, ਮਤਲਬ ਇਹ ਆ ਜਨ ਵਹਿਮ ਨੂੰ ਕਹਿੰਦੇ ਨੇ ਨਾ ਕਿ ਕਿਸੇ ਬੰਦੇ ਨੂੰ ਚੜੇਲਾਂ ਚੰਬੜ ਗਈਆਂ ਸੀ ਨਾ
ਤੇ ਉਹਦੇ 'ਚੋਂ ਚੁੜੇਲਾਂ ਤਾਂ ਨਿਕਲ ਗਈਆਂ, ਲੇਕਿਨ ਉਹਦਾ ਉਹ ਵਹਿਮ ਦਾ ਜਿਹੜਾ ਸੀ ਨਾ ਉਹ ਨਹੀਂ ਨਿਕਲਦਾ, ਤੇ ਇਸ ਲਈ 24 ਘੰਟੇ ਲੱਗਦਾ ਮੈਨੂੰ ਜਿੰਨ ਚਮੜ ਜਾਣੇ, ਜਿੰਨ ਚਮੜ ਜਾਣੇ, ਹੋ ਇੰਜ ਕਰਕੇ ਹੈ ਸਮਝੀਦਾ ਹੁੰਦਾ। ਜਿੰਨੀ ਨਾਤੀ ਓਨੇ ਹੀ ਪੁੰਨ, ਮਤਲਬ ਕਿਸੇ ਨੁਕਸਾਨ ਵਾਲੇ ਕੰਮ ਤੋਂ ਪਿੰਡਾ ਛੁਡਾਉਣਾ। ਕੋਈ ਇਹੋ ਜਿਹਾ ਕੰਮ ਹੋਵੇ ਨਾ ਜਿਹੜਾ ਨੁਕਸਾਨਦੇਹ ਹੋਵੇ ਤੇ ਗੰਦਾ ਹੋਵੇ, ਉਹਦਾ ਤੁਸੀਂ ਜਿੰਨਾ ਵੀ ਕਰਨ ਦੀ ਕੋਸ਼ਿਸ਼ ਕਰੋਗੇ, ਬਿਹਤਰ ਵੀ ਕਰਨ ਦੀ ਕੋਸ਼ਿਸ਼ ਕਰੋ, ਉਨਾ ਹੀ ਉਹ ਖਰਾਬ ਹੁੰਦਾ ਜਾਏਗਾ। ਜੱਗ ਜਿਉਂਦਿਆਂ ਦੇ ਮੇਲੇ, ਮਤਲਬ ਜਿਉਂਦੇ ਜੀ ਬੰਦੇ ਦਾ ਕਿਸੇ ਨਾ ਕਿਸੇ ਮੋੜ ਤੇ ਮੇਲ ਹੋ ਹੀ ਜਾਂਦਾ ਹੈ। ਜਲਦੀ ਕੰਮ ਸ਼ੈਤਾਨ ਦਾ, ਦੇਰ ਕੰਮ ਰਹਿਮਾਨ ਦਾ, ਮਤਲਬ ਇਹ ਆ ਕਾਹਲੀ ਦੇ ਖਿਲਾਫ ਆਂਦੇ ਨੇ, ਕਾਹਲੀ ਦੇ ਖਿਲਾਫ ਬੋਲਿਆ ਜਾਂਦਾ। ਜਿਹੜਾ ਕੰਮ ਬਹੁਤ ਛੇਤੀ ਕਰੇ, ਮਤਲਬ ਤੁਹਾਨੂੰ ਖਿਆਲ ਆਇਆ ਨਾ ਵੀ ਮੈਨੂੰ ਹੁਣ ਸ਼ਾਦੀ ਕਰ ਲੈਣੀ ਚਾਹੀਦੀ, ਉਸੇ ਟਾਈਮ ਸ਼ਾਦੀ ਕਰੋਗੇ ਸਿਆਪਾ ਹੈ। ਥੋੜ੍ਹੀ ਦੇਰ ਲਾਓ, ਸੋਚੋ ਸਮਝੋ, ਪੌਂਡਰਿੰਗ ਕਰੋ, ਫਿਰ ਉਹਦੇ ਫੈਸਲੇ 'ਤੇ ਥੋੜ੍ਹਾ ਜਿਹਾ ਰਿਟਨ ਕੰਮ ਕਰੋ, ਫਿਰ ਭਾਵੇਂ ਨੂੰ ਫੈਸਲਾ ਲਵੋਗੇ ਤਾਂ ਚੰਗਾ ਨਿਕਲੇਗਾ। ਥੋੜ੍ਹਾ ਟਾਈਮ ਲੈ ਲਓ, ਅੱਲਾ ਦੀ ਰਜ਼ਾ ਸ਼ਾਮਲ ਹੋ ਜਾਏਗੀ। ਜੰਮਦੀਆਂ ਸੂਲਾਂ ਦੇ ਮੂੰਹ ਤਿੱਖੇ, ਜਦੋਂ ਕਿਸੇ ਦੇ ਬਾਲਾਂ ਨੂੰ ਵਿਗੜਿਆ ਵੇਖਿਆ ਤੇ ਆਖਿਆ ਜਾਂਦਾ ਹੈ ਜੰਮਦੀਆਂ ਸੂਲਾਂ ਦੇ ਮੂੰਹ ਤਿੱਖੇ। ਮਤਲਬ ਇਹ ਆ ਕਿ ਆਮ ਤੌਰ 'ਤੇ ਜਿਹੜੇ ਬੱਚੇ, ਜਿਹੜੇ ਲੋਕ ਫਰਾਡੀ ਹੁੰਦੇ ਨੇ, ਉਹਨਾਂ ਦੇ ਬੱਚੇ ਸ਼ੁਰੂ ਤੋਂ ਹੀ ਉਹ ਰੰਗਬਾਜ਼ ਹੁੰਦੇ ਨੇ, ਚਲਾਕ ਜਿਹੇ ਹੁੰਦੇ ਨੇ, ਚਾਤਰ ਜਿਹੇ ਹੁੰਦੇ ਨੇ। ਜਿਹੜੇ ਬੰਦੇ ਸ਼ੁਰੂ ਤੋਂ ਸਿੱਧੇ ਸਾਧੇ ਉਹਨਾਂ ਦੇ ਬੱਚੇ ਉਂਝ ਦੇ ਹੀ ਹੁੰਦੇ ਨੇ। ਜੰਮੇ ਲਾਲ ਤੇ ਵੰਡੇ ਕੋਲੇ, ਮਤਲਬ ਇਹ ਜਦੋਂ ਕੋਈ ਮੂਰਖ ਬੰਦਾ ਕੋਈ ਚੱਜ ਦਾ ਕੰਮ ਕਰੇ ਤਾਂ ਆਖਦੇ ਨੇ, ਉਹ ਨਕੰਮਾ ਬੰਦਾ ਜਦੋਂ ਕੋਈ ਚੱਜ ਦਾ ਕੰਮ ਹੁੰਦਾ ਹੈ ਨਾ, ਉਹਨੂੰ ਫਿਰ ਕਹਿੰਦੇ ਨੇ ਵੀ ਜੰਮੇ ਲਾਲ ਤੇ ਵੰਡੇ ਕੋਲੇ। ਜੰਮੇ 9 ਤੇ ਪਿੱਟੇ 13, ਮਤਲਬ ਇਹ ਆ ਬਾਲ ਜੰਮੇ ਤਾਂ 9 ਸਨ, ਬਾਕੀ ਉਹ ਪੱਟੇ ਜਿਹੜੇ ਸਨ ਉਹਨਾਂ ਨੂੰ ਵੱਡਾ ਕੀਤਾ ਉਹਨਾਂ ਦਾ। ਮਤਲਬ ਇਹ ਆ ਕੋਈ ਐਸਾ ਕੰਮ ਅਸਲ ਕੰਮ ਤੋਂ ਵੱਧ ਮੁਸੀਬਤ ਬਣ ਜਾਣਾ, ਉਹਨੂੰ ਕਹਿੰਦੇ ਨੇ ਜੰਮੇ 9 ਤੇ ਪੱਟੇ 13। ਮਤਲਬ ਜਿੰਨਾ ਛੋਟਾ ਓਨਾ ਹੀ ਖੋਟਾ, ਮਤਲਬ ਨਿੱਕਾ ਹੋਵੇ ਤੇ ਕੰਮ ਉਹ ਵੱਡੇ ਕਰੇ ਨਾ, ਭੈੜੇ ਵੱਡੇ ਕਰੇ, ਤੇ ਉਦੋਂ ਆਖਿਆ ਜਾਂਦਾ ਹੈ ਕਿ ਖਰਾਬ ਕੰਮ ਕਰੇ। ਜਿੰਨਾ ਛੋਟਾ ਓਨਾ ਹੀ ਖੋਟਾ। ਜਿਹੜਾ ਬੰਦਾ ਜਿੰਨਾ ਛੋਟਾ ਹੁੰਦਾ ਨਾ, ਆਮ ਤੌਰ 'ਤੇ ਉਹਦੀ ਸੋਚ, ਉਹਦਾ ਗੁਮਾਨ ਉੱਡਾ ਹੀ ਖੋਟਾ ਹੁੰਦਾ। ਜਿੰਨਾ ਗੁੜ ਪਾਈਏ ਓਨਾ ਹੀ ਮਿੱਠਾ ਹੋਏਗਾ। ਮਤਲਬ ਇਹ ਆ ਮੁਰਾਦ ਹੈ ਵੀ ਜਿੰਨੀ ਵੀ ਮਿਹਨਤ ਕਰੋਗੇ ਨਾ, ਉਸ ਹਿਸਾਬ ਨਾਲ ਤੁਹਾਨੂੰ ਫਲ ਮਿਲੇਗਾ। ਜਿੰਨਾ ਹੱਸੀਏ ਓਨਾ ਹੀ ਰੋਣਾ ਪੈਂਦਾ। ਇਹ ਇੱਕ ਸ਼ਗੂਨ ਹੈ ਜਿਹੜਾ ਕਿੰਨੀ ਵਾਰੀ ਸੱਚ ਹੁੰਦਾ ਵੇਖਿਆ। ਮਤਲਬ ਜਿਹੜਾ ਬੰਦਾ ਜਿੰਨਾ ਖੁਸ਼ਹਾਲ ਹੋਵੇ ਨਾ, ਬਾਅਦ 'ਚ ਓਨਾ ਹੀ ਬਦਹਾਲ ਹੁੰਦਾ ਹੈ। ਅਕਸਰ ਵੇਖਿਆ ਵੀ ਗਿਆ, ਓਬਜ਼ਰਵ ਵੀ ਕੀਤਾ ਗਿਆ, ਅਤੇ ਅਕਸਰ ਨਹੀਂ ਵੀ ਹੁੰਦਾ। ਜਿਹਨੂੰ ਆਨ ਨਹੀਂ ਉਹਨੂੰ ਈਮਾਨ ਨਹੀਂ, ਮਤਲਬ ਜਿਹਨੂੰ ਕਿਸੇ ਦੀ ਲੱਜ ਸ਼ਰਮ ਨਹੀਂ ਨਾ ਹੈਗੀ, ਠੀਕ ਹੈ, ਉਹ ਭਾਵੇਂ ਮਹਿਮਾਨ ਹੋਵੇ, ਮੁਸਲਮਾਨ ਹੋਵੇ, ਜੋ ਮਰਜ਼ੀ ਹੋਵੇ, ਕੋਈ ਫਰਕ ਨਹੀਂ ਪੈਂਦਾ। ਜਿਹਨੂੰ ਰੱਬ ਰੱਖੇ ਉਹਨੂੰ ਕੌਣ ਚੁੱਕੇ, ਮਤਲਬ ਜਿਹਦਾ ਰੱਬ ਨੇ ਗਮਾਨ ਹੋਵੇ ਨਾ, ਉਹਦਾ ਕੋਈ ਨੁਕਸਾਨ ਨਹੀਂ ਪਹੁੰਚਾ ਸਕਦਾ। ਜਿੰਨੀ ਗੋਡੀ ਓਨੀ ਡੋਡੀ, ਮਤਲਬ ਇਹ ਆ ਵੀ ਜਦੋਂ ਕਿਸੇ ਕਿਸ ਚੀਜ਼ 'ਤੇ ਜਿੰਨੀ ਮਿਹਨਤ ਕੀਤੀ ਜਾਵੇ ਨਾ, ਓਨਾ ਜ਼ਿਆਦਾ ਉਹਦਾ ਫਲ ਮਿਲਦਾ ਹੈ। ਠੀਕ ਹੈ, ਗੋਡੀ ਕਰਨਾ, ਫਸਲਾਂ ਨੂੰ ਗੋਡੀ ਕਰਨ ਤੋਂ ਮੁਰਾਦ ਹੁੰਦਾ ਤਰੰਬੇ ਦੇ ਨਾਲ ਉਹਦੀਆਂ ਜੜ੍ਹਾਂ ਸਾਫ਼ ਕਰਨੀਆਂ ਤਾਂ ਕਿ ਉਹ ਬਚ ਜਾਵੇ ਆਪਣਾ ਘਾਹ ਘੂਹ ਤੋਂ। ਠੀਕ ਹੈ, ਫਸਲ ਨੂੰ ਜਿੰਨੀ ਗੋਡੀ ਕੀਤੀ ਜਾਵੇ, ਫਸਲ ਉਨੀ ਚੰਗੀ ਹੁੰਦੀ ਹੈ। ਜਿੰਨੀ ਨਿੱਕੀ ਓਨੀ ਤਰੀਖੀ, ਮਤਲਬ ਜਦੋਂ ਖੋਟਾ ਬੰਦਾ ਵੱਧ ਚਲਾਕੀਆਂ ਕੋਲੋਂ ਕੰਮ ਲਵੇ, ਬੁੱਢੀਆਂ ਜਿੰਨੀਆਂ ਛੋਟੀਆਂ ਹੁੰਦੀਆਂ ਨੇ ਓਨੀਆਂ ਉਹ ਤਿਰਖੀਆਂ ਹੁੰਦੀਆਂ ਨੇ। ਜਿੰਨੀ ਵਾਹ ਓਨੀ ਗਾ, ਮਤਲਬ ਇਹ ਆ ਵਾਹ ਨਾ, ਜ਼ਮੀਨ ਨੂੰ ਧਰਤੀ 'ਤੇ ਹੱਲ ਚਲਾਉਣਾ ਨਾ, ਜਿੰਨੀ ਜ਼ਿਆਦਾ ਵਾਹੇਗਾ ਓਨੀ ਜ਼ਿਆਦਾ ਤੁਹਾਨੂੰ, ਓਨਾ ਹੀ ਤੁਹਾਨੂੰ ਘਾਹ ਹੋਵੇਗਾ, ਓਨਾ ਹੀ ਤੁਹਾਨੂੰ ਫਸਲ ਮਿਲੇਗੀ। ਮਤਲਬ ਇਹ ਵੱਧ ਜ਼ਮੀਨ ਵਾਹੇਗਾ ਤੇ ਵੱਧ ਹੀ ਫਸਲ ਮਿਲੇਗੀ ਨਾ। ਕਿਸੇ ਜ਼ਮੀਨ 'ਤੇ ਮਿਹਨਤ ਕਰੇਗਾ ਤਾਂ ਜ਼ਿਆਦਾ ਫਾਇਦਾ ਮਿਲੇਗਾ। ਜੂਆ ਮਿੱਠੀ ਹਾਰ, ਮਤਲਬ ਇਹ ਆ ਜਿਹੜਾ ਜੂਆ ਹੈ ਨਾ, ਇਹ ਲੋਕਾਂ ਨੂੰ ਹਾਰਨ ਦਾ ਚਸਕਾ ਪੈ ਜਾਂਦਾ। ਠੀਕ ਹੈ, ਜੂਏ 'ਚ ਕੋਈ ਵੀ ਬੰਦਾ ਕਦੀ ਜਿਹੜਾ ਨਾ ਖੁਸ਼ਹਾਲ ਨਹੀਂ ਹੋ ਸਕਦਾ। ਅੱਜ 10 ਲੱਖ ਜਿੱਤਿਆ ਤੇ ਕੱਲ੍ਹ ਉਹਨੇ 12 ਲੱਖ ਹਾਰ ਕੇ ਰੋਂਦੇ ਫਿਰਨਾ। ਜੂਆ ਕਿਸੇ ਨਾ ਜੀਤਾ ਸਭ ਜੂਏ जीते, मतलब जुआ जो है ना वो उसको कोई नहीं जीता, जुआ ही सबको जीता है। जुआ ਖੇਡਣ ਤੋਂ ਮਨਾ ਕਰਨ ਲਈ ਕਹਿੰਦੇ ਨੇ ਕਿ ਮਤਲਬ ਅੱਜ ਤੱਕ ਕੋਈ ਵੀ ਜੂਏ ਨੂੰ ਜਿੱਤਿਆ ਨਹੀਂ ਹੈਗਾ। ਜੂਏ ਨਹੀਂ ਸਾਰੇ ਜਿੱਤੇ ਹੋਏ ਨੇ, ਇਸ ਲਈ ਜਿਹੜਾ ਜੂਏ ਦਾ ਨੂੰ ਖੇਡਣ ਲੱਗ ਪੈਂਦਾ ਕਦੀ ਵੀ ਉਹ ਨਾ ਇਹਦੇ ਤੋਂ ਮੁੜਿਆ ਨਹੀਂ, ਟਲਿਆ ਨਹੀਂ। ਜਵਾਈ ਜਵਾਹਾਂ ਦੀ ਛਾਂ, ਨਾ ਬਹੇ ਕੁੱਤਾ ਨਾ ਬਹੇ ਕਾਂ, ਮਤਲਬ ਜਵਾਈ ਜਿਹੜਾ ਹੈ ਨਾ, ਜਵਾਈ ਜਿਹੜੇ ਹੁੰਦੇ ਨੇ ਨਾ, ਇਹਨਾਂ ਦੀ ਛਾਂ, ਇਹਨਾਂ ਤੋਂ ਕਿਤੇ ਕਿਸੇ ਬੰਦੇ ਨੂੰ ਫੈਜ਼ ਨਹੀਂ ਮਿਲਦਾ ਹੈਗਾ, ਨਾ ਕੁੱਤੇ ਨੂੰ ਨਾ ਕਾਂ ਨੂੰ। ਜਵਾਈ ਕੋਲੋਂ ਕੋਈ ਫੈਜ਼ ਨਹੀਂ ਹੁੰਦਾ, ਇਹਦਾ ਇਹ ਮਤਲਬ ਹੈ। ਜੋ ਬੀਜਿਆ ਸੋ ਵੱਢੇਗਾ, ਜੋ ਬੀਜਿਆ ਜਾਏਗਾ ਉਹੀ ਵੱਢਿਆ ਜਾਏਗਾ, ਜੋ ਵੀ ਆਪ ਬੀਜੋ ਬੋਗੇ ਵਹੀ ਕਾਟੋਗੇ, ਇਹਦਾ ਇਹ ਮਤਲਬ ਹੈ। ਬੰਦੇ ਦੇ ਜਿਹੋ ਜਿਹੇ ਅਮਲ ਹੋਣਗੇ ਉਹੋ ਜਿਹੇ ਉਹਨੂੰ ਸਿੱਟਾ ਮਿਲੇਗਾ। ਜੋ ਤਰੇਗਾ ਉਹੀ ਡੁੱਬੇਗਾ, ਕਹਿੰਦੇ ਨੇ ਨਾ ਹਮੇਸ਼ਾ ਤਾਰੂ ਹੀ ਡੁੱਬਦਾ। ਮਤਲਬ ਇਹ ਆ ਕਿ ਜਿਹੜਾ ਬੰਦਾ ਵੀ ਤਾਰੂ ਹੋਵੇਗਾ ਉਹ ਨਹਾਏਗਾ, ਜਿਹੜਾ ਤਾਰੂ ਹੀ ਨਾ ਹੋਵੇਗਾ ਉਹ ਨਹਾਏਗਾ ਹੀ ਨਹੀਂ, ਉਹ ਪਾਣੀ 'ਚ ਜਾਏਗਾ ਹੀ ਨਹੀਂ, ਅਤੇ ਉਹ ਇਸੇ ਲਈ ਉਹ ਬਚ ਜਾਏਗਾ। ਜਿਹੜਾ ਤਾਰੂ ਹੋਏਗਾ ਉਹ ਨਹਾਏਗਾ ਅਤੇ ਨਹਾ ਕੇ ਹੀ ਡੁੱਬ ਜਾਏਗਾ। ਝੂਠ ਤੇ ਪਏ ਕਪੂਤ, ਮਤਲਬ ਜਿਹੜਾ ਗੰਦਾ ਆਦਮੀ ਹੁੰਦਾ ਨਾ, ਭੈੜਾ ਆਦਮੀ ਹੁੰਦਾ, ਝੂਠ ਹੁੰਦੀ ਜਿਹੜਾ ਗੰਦਾ ਬੰਦਾ ਹੁੰਦਾ ਹੈ, ਉਹ ਬੰਦਾ ਉਹਦੇ ਕੰਮ ਵੀ ਗੰਦੇ ਹੁੰਦੇ ਨੇ, ਕਪੂਤ ਹੁੰਦੇ ਨੇ। ਠੀਕ ਹੈ, ਭੈੜੇ ਆਦਮੀ ਦੇ ਭੈੜੇ ਕੰਮ ਵੇਖ ਕੇ ਆਖੀਦਾ ਝੂਠ ਤੇ ਪਏ ਕਪੂਤ। ਝੂਠ ਮਾਰੇ ਜਾਂ ਝੂਠ ਮਾਰੇ, ਮਤਲਬ ਆਹ ਝੂਠ ਹੈਗਾ ਏ ਕਿਸੇ ਦਾ ਝੂਠਾ ਖਾਣਾ, ਅਤੇ ਇਹ ਝੂਠ ਹੈਗਾ ਲਾਈ। ਜਾਂ ਤਾਂ ਬੰਦੇ ਨੂੰ ਕਿਸੇ ਦਾ ਝੂਠਾ ਖਾਣਾ ਮਾਰਦਾ ਹੈ, ਕਿਸੇ ਨੂੰ ਆਪਣਾ ਆਸਰਾ ਬਣਾਉਣਾ ਇਹ ਉਹਨੂੰ ਮਾਰਦਾ ਹੈ। ਠੀਕ ਹੈ, ਅਤੇ ਜਾਂ ਉਹਨੂੰ ਝੂਠ ਮਾਰਦਾ ਹੈ। ਇਹ ਦੋ ਗੱਲਾਂ 'ਚੋਂ ਕੋਈ ਇੱਕ ਸ਼ੈ ਬੰਦੇ ਨੂੰ ਮਾਰਦੀ ਹਮੇਸ਼ਾ। ਜੋੜਾ ਬਾਲ ਮਾਂ ਦਾ ਜੰਜਾਲ, ਮਤਲਬ ਜਿਹੜੇ ਜੁੜਵਾਂ ਹੁੰਦੇ ਨੇ ਨਾ, ਜਿਹੜੇ ਕੰਬਾਈਨ ਹੁੰਦੇ, ਟਵਿਨਸ ਹੁੰਦੇ ਨੇ, ਉਹ ਮਾਂ ਨੂੰ ਸਹੀ ਵਕਤ ਪਾਈ ਰੱਖਦੇ ਨੇ। ਇਹ ਜੋੜਾ ਬਾਲ ਮਾਂ ਦਾ ਜੰਜਾਲ, ਜੋੜੇ ਬਾਲ ਮਾਂ ਨੂੰ ਤੰਗ ਕਰਦੇ ਨੇ ਹਮੇਸ਼ਾ। ਜੇਠ ਤਾਵੀਂ ਤੇ ਬਾੜ ਲਾਵੀਂ, ਮਤਲਬ ਇਹ ਆ ਚੇਤ ਵਿਸਾਖ ਜੇਠ ਹਾੜ ਸੌਣ ਭਾਦਰੋਂ ਅੱਸੂ ਕੱਤੇ ਮਗਰ ਪੋ ਮਾਘ ਫੱਗਣ। ਠੀਕ ਹੈ, 12 ਮਹੀਨੇ ਨੇ ਪੰਜਾਬੀ ਦੇ।
ਤੇ ਜੇਠ ਤਾਵੀਂ ਤੇ ਬਾੜ ਲਾਵੀਂ। ਤੈਨੂੰ ਮੈਂ ਜੇਠ ਫਿਰ ਮੰਨਾਂਗਾ, ਜੇਠ 'ਚ ਅਕਸਰ ਮੀਂਹ ਪੈਂਦਾ ਹੈ ਨਾ, ਤੇ ਤੈਨੂੰ ਮੈਂ ਜੇਠ ਫਿਰ ਮੰਨਾਂਗਾ ਜੇ ਤੂੰ ਮੀਂਹ ਲੈ ਕੇ ਆਏਗਾ, ਠੀਕ ਹੈ। ਜੇ ਜੇਠ ਬਾਰਿਸ਼ ਲੈ ਕੇ ਆਉਂਦਾ ਹੈ ਫਿਰ ਹੀ ਉਹਨੂੰ ਸਹੀ ਉਹਨੂੰ ਮੰਨਿਆ ਜਾਂਦਾ ਹੈ। ਜੇਠ ਕਿੰਨੇ ਤੇ ਸੌਵਣ ਗਿੰਨੇ, ਠੀਕ ਹੈ। ਯਾਨੀ ਕਿ ਜੇ ਜੇਠ ਦੇ ਵਿੱਚ ਬਾਰਿਸ਼ ਹੋ ਜਾਵੇ ਨਾ ਤਾਂ ਸੌਣ ਜਿਹੜਾ ਹੁੰਦਾ ਹੈ ਨਾ ਉਹ ਘੱਟ ਲੱਗਦਾ ਹੈ। ਮਤਲਬ ਇਹ ਗੱਲ ਹੈ ਕਿ ਫਿਰ ਜੇ ਜੇਠੇ ਹੀ ਮੀਂਹ ਪੈਣਾ ਸ਼ੁਰੂ ਹੋ ਜਾਵੇ ਨਾ ਤੇ ਫਿਰ ਸੌਣ ਇੰਝ ਲੱਗਦਾ ਜਿਵੇਂ ਸੌਣ ਦੀ ਕੋਈ ਇੰਨੀ ਘੱਟ ਵੈਲਿਊ ਲੱਗਦੀ ਹੈ। ਜੇਠ 'ਚ ਤਾਂ ਘੁੱਟ ਲੱਗਦੇ ਨੇ ਨਾ, ਗਰਮੀ ਬਹੁਤ ਜ਼ਿਆਦਾ ਹੁੰਦੀ। ਜਿਉਂਦੀਆਂ ਸੁੱਟਣੀਆਂ ਤੇ ਮੋਇਆਂ ਪੁੱਟਣੀਆਂ, ਮਤਲਬ ਇਹ ਹੈ ਕਿ ਜਿਉਂਦਿਆਂ ਹੋਇਆਂ ਬੰਦੇ ਨੂੰ ਜਲੀਲ ਕਰਨਾ ਤੇ ਮਰਿਆ ਨੂੰ ਵੀ ਉਹਨੂੰ ਨਾ ਕਿਸੇ ਪਾਸੇ ਨਾ ਮਰਨ ਦੇਣਾ, ਠੀਕ ਹੈ। ਮਰੇ ਹੋਇਆਂ ਨੂੰ ਜਿਉਂਦਿਆਂ ਨੂੰ ਮਾਰਨਾ ਤੇ ਮਰੇ ਹੋਇਆਂ ਨੂੰ ਉਠਾਉਣਾ, ਵੀ ਮਰੇ ਹੋਇਆਂ ਨੂੰ ਸਕੂਨ ਨਾਲ ਲੈਣ ਦੇਣਾ। ਜ਼ਿੰਦਗੀ ਵਿੱਚ ਗਾਲਾਂ ਗੁਲਾਂ ਕੱਢਣੀਆਂ, ਜਲੀਲ ਕਰਨਾ ਤੇ ਮੋਇਆ ਹੋਇਆਂ ਨੂੰ ਸਿਆਪਾ ਕਰ ਦੇਣਾ। ਬਈ ਜਿਹੜਾ ਨਾ ਮਰੇ ਹੋਇਆਂ ਨੂੰ ਵੀ ਮੁਰਦੇ ਖਾੜਨ ਵਾਲੀ ਗੱਲ ਹੈ, ਵੀ ਉਹਨੂੰ ਮਰੇ ਨੂੰ ਵੀ ਸਕੂਨ ਨਾਲ ਲੈਣ ਦੇਣਾ। ਜੀਵੇ ਆਸਾ ਆਸ ਉਮੀਦ, ਠੀਕ ਹੈ। ਜੀਵੇ ਆਸਾ ਮਰੇ ਨਿਰਾਸਾ, ਮਤਲਬ ਇਹ ਆ ਕਿ ਜੇ ਆਸ ਜਿਉਂਦੀ ਰਵੇ ਤੇ ਜਿਹੜੀ ਹੈ ਨਾ ਉਮੀਦੀ ਉਹ ਮਰ ਜਾਵੇ, ਠੀਕ ਹੈ। ਉਮੀਦ ਤੇ ਦੁਨੀਆ ਕਾਇਮ ਦਾ ਇਹ ਮਤਲਬ ਹੈਗਾ। ਜਿਹਦਾ ਰੱਬ ਉਹਦਾ ਸਭ, ਮਤਲਬ ਇਹ ਆ ਇਹਦਾ ਆਸਾਨ ਜਿਹਾ ਰੱਬ ਦਾ ਆਸਰਾ ਰੱਖਣਾ ਚਾਹੀਦਾ। ਮਾੜੇ ਦੀ ਜਿੱਤ ਹਮੇਸ਼ਾ ਹੁੰਦੀ ਹੈ। ਇਹ ਮਾੜੇ ਬੰਦੇ ਦਾ ਜਿਹੜਾ ਰੱਬ ਹੀ ਹੁੰਦਾ ਨਾ, ਇਸੇ ਲਈ ਇਹ ਉਸ ਟਾਈਮ ਆਖਿਆ ਜਾਂਦਾ। ਜਿਹਦੀ ਅੱਖ ਵਿੱਚ ਤਿਲ ਉਹ ਬੜਾ ਹੀ ਬੇਮਰਬਤ ਬੰਦਿਆਂ ਦੀ ਅੱਖ ਵਿੱਚ ਤਿਲ ਹੁੰਦਾ ਹੈ। ਮਤਲਬ ਇਹ ਆ ਆਮ ਬੰਦਿਆਂ ਦੀ ਅੱਖ 'ਚ ਨਾ ਤਿਲ ਹੁੰਦਾ, ਉਹਦੀਆਂ ਅੱਖਾਂ ਦੇ ਵਿੱਚ ਕਾਲਕੀ ਜੀ ਹੁੰਦੀ ਮਾੜੀ ਜੀ। ਕਹਿੰਦੇ ਨੇ ਉਹਨਾਂ ਦੇ ਬਾਰੇ ਪੰਜਾਬੀ ਦਾ ਇਹ ਖਿਆਲ ਹੈ, ਪੰਜਾਬੀ ਲੋਕਾਂ ਦਾ, ਪੰਜਾਬੀ ਵਿਰਸੇ ਦਾ, ਪੰਜਾਬੀ ਸਕਾਫਤ ਦਾ, ਕਿ ਉਹ ਬੰਦਾ ਬੇਮਿਲ ਹੁੰਦਾ ਹੈ, ਉਹ ਬੰਦਾ ਬੇਮਰਵਤ ਹੁੰਦਾ ਹੈ। ਜਿਹਦੀ ਬਾਂਦਰੀ ਉਹੀ ਨਚਾਵੇ, ਮਤਲਬ ਇਹ ਆ ਕਿ ਜਿਹੜਾ ਹੁੰਦਾ ਹੈ ਨਾ ਆਮ ਤੌਰ 'ਤੇ ਜਿਹੜੇ ਹੁੰਦੇ ਨੇ ਬਾਂਦਰੀਆਂ ਵਾਲੇ, ਜਿਹਨਾਂ ਲੋਕਾਂ ਨੇ ਬਾਂਦਰ ਰੱਖੇ ਹੁੰਦੇ ਨੇ, ਤੇ ਉਹ ਆਉਂਦੇ ਨੇ ਵੀ ਜੇ ਉਹਨੂੰ ਹੋਰ ਕਿੰਨੀ ਨਚਾਉਣ ਲੱਗੇ ਨਾ ਬਾਂਦਰੀ ਨੂੰ, ਉਹ ਨਹੀਂ ਨੱਚਦੀ। ਜਿਹਦੀ ਬਾਂਦਰੀ ਹੋਵੇ ਉਹੀ ਉਹਨੂੰ ਸਹੀ ਨਚਾ ਸਕਦਾ। ਆਪਣੀ ਚੀਜ਼ ਦਾ ਆਪ ਹੀ ਭੇਦ ਹੁੰਦਾ ਹੈ, ਸੋ ਉਹੀ ਬੰਦਾ ਬਾਂਦਰੀ ਵਾਲਾ ਹੀ ਸਹੀ ਬਾਂਦਰੀ ਨਚਾ ਸਕਦਾ ਹੈ। ਜਿਹਦੀ ਜ਼ਬਾਨ ਚੱਲੇ ਉਹਦੇ 7 ਹੱਲ ਚੱਲਣ, ਇਹ ਬਹੁਤ ਚੰਗੀ ਮਿਸਾਲ ਹੈ ਜੀ। ਮਤਲਬ ਜਿਹੜਾ ਬੰਦੇ ਦੀ ਜ਼ਬਾਨ ਚੱਲਦੀ, ਜਿਹੜੇ ਬੰਦੇ ਦੀ ਲੋਕਾਂ ਦੇ ਮਾਸ਼ਰੇ ਦੇ ਵਿੱਚ ਇੱਜ਼ਤ ਹੁੰਦੀ, ਉਹ ਜ਼ਬਾਨ ਨਾਲ ਕੰਮ ਲੈ ਲੈਂਦਾ। ਮਤਲਬ ਇੱਕ ਬੰਦਾ ਉਹ ਜਿਹੜਾ ਜਿਹਦਾ ਸੁਭਾਅ ਚੰਗਾ ਨਹੀਂ, ਮਾਸ਼ਰੇ 'ਚ ਉਹਦੀ ਇੱਜ਼ਤ ਨਹੀਂ ਹੈਗੀ, ਤੇ ਉਹ ਹੱਲ ਚਲਾ ਕੇ ਮਿਹਨਤ ਕਰਕੇ ਆਪਣਾ ਘਰ ਦਾ ਗੁਜ਼ਾਰਾ ਕਰਦਾ। ਤੇ ਜਿਹੜੇ ਬੰਦੇ ਦੀ ਮਾਸ਼ਰੇ 'ਚ ਇੱਜ਼ਤ ਹੈ ਨਾ, ਉਹ ਜਿਸ ਮਰਜ਼ੀ ਬੰਦੇ ਦੇ ਕੋਲੋਂ ਪੈਸੇ ਲੈ ਸਕਦਾ, ਜਿਸ ਮਰਜ਼ੀ ਬੰਦੇ ਕੋਲੋਂ ਕੰਮ ਲੈ ਸਕਦਾ, ਗੱਡੀ ਲੈ ਸਕਦਾ ਹੈ, ਜਾਂ ਜਿਹੜਾ ਹੈ ਨਾ ਉਹਨੂੰ ਫਾਇਦੇ ਹੀ ਫਾਇਦੇ ਨੇ, ਠੀਕ ਹੈ। ਚਰਬ ਜ਼ੁਬਾਨ ਹਰ ਇੱਕ ਨੂੰ ਜ਼ੇਰ ਕਰ ਲੈਂਦੀ ਹੈ। ਜਿਹਦੇ ਵਾਸਤੇ ਮੈਂ ਚੱਲੀ ਉਹਦੀ ਬਦਲੀ ਹੋ ਗਈ, ਯਾਨੀ ਕਿ ਜਦੋਂ ਕੋਈ ਆਸ ਨਾ ਪੁੱਗੇ ਤਾਂ ਕਹਿੰਦੇ ਨੇ ਕਿ ਵੀ ਜਦੋਂ ਸਾਡੀ ਵਾਰੀ ਹੈ, ਗਰੀਬਾਂ ਰੱਖੇ ਰੋਜੇ ਤੇ ਦਿਨ ਆਏ ਵੱਡੇ, ਇਹ ਉਸ ਤੋਂ ਮੁਰਾਦ ਹੈ ਵੀ ਜਿਹੜਾ ਕੰਮ ਕਰਦਾ ਨਾ ਫਿਰ ਉਹ ਅੱਗੋਂ ਖਰਾਬ ਹੋ ਜਾਣਾ। ਜੈਸਾ ਕਰੇਗਾ ਤੈਹਾ ਭਰੇਗਾ, ਇਹਦਾ ਮਤਲਬ ਇਹ ਆ ਵੀ ਜੈਸੀ ਕਰਨੀ ਵੈਸੀ ਭਰਨੀ, ਅਮਲ ਮੌਜਬ ਹੀ ਸੱਟਾ ਨਿਕਲੇਗਾ, ਜੋ ਕਰੋਗੇ ਉਹੀ ਭਰੋਗੇ। ਜਿਹੜਾ ਘਰ ਨਹੀਂ ਵੇਖਿਆ ਉਹੀ ਚੰਗਾ, ਇਹਨੂੰ ਕਹਿੰਦੇ ਨੇ ਦੂਰ ਕੇ ਢੋਲ ਸੁਹਾਣੇ। ਇਹ ਹੱਸਦਾ ਬੰਦਿਆਂ ਦੇ ਬਾਰੇ ਆਖਿਆ ਜਾਂਦਾ ਹੈ ਕਿ ਜਿਹੜਾ ਘਰ ਨਹੀਂ ਵੇਖਿਆ ਨਾ ਉਹੀ ਚੰਗਾ ਹੈ। ਜੈਹੀ ਬਾਤ ਤੈਹੀ ਜ਼ਾਤ, ਮਤਲਬ ਇਹ ਬੰਦਾ ਜਿਹੋ ਜਿਹੀ ਗੱਲ ਕਰੇਗਾ ਨਾ ਉਹੀ ਪਤਾ ਲੱਗੇਗਾ ਫਿਰ ਇਹਦੀ ਜ਼ਾਤ ਕੀ ਹੈ। ਗੱਲੋਂ ਨਾ ਬੋਲ ਕੇ ਹੀ ਪਤਾ ਲੱਗਦਾ ਕਿ ਬੰਦਾ ਕੀ ਸ਼ਾਇਆ, ਬੰਦਾ ਆਪਣੀ ਗੱਲ ਤੋਂ ਹੀ ਪਛਾਣਿਆ ਜਾਂਦਾ ਹੈ। ਝੱਟ ਰੋਟੀ ਭੱਟ ਦਾਲ ਚੁੱਕ ਮੁੰਡਾ ਚੱਲ ਨਾਲ, ਮਤਲਬ ਇਹ ਆ ਬਹੁਤੀ ਛੇਤੀ ਹੀ ਕੰਮ ਕਰਨ ਲਈ ਆਖਦੇ ਨੇ। ਝੱਟ ਰੋਟੀ ਪੱਟ ਦਾਲ, ਵੀ ਚਾਹੇ ਦੋ ਮੀਆਂ ਬੀਵੀ ਇੱਕ ਥਾਂ 'ਤੇ ਗਏ ਨੇ ਤੇ ਬੰਦੇ ਨੂੰ ਪਿੱਛੇ ਹੁਣ ਕੰਮ ਚੇਤਾ ਆ ਗਿਆ, ਉਹ ਕਹਿੰਦਾ ਝੱਟ ਰੋਟੀ ਖਾ ਪੱਟ ਦਾਲ ਖਾ, ਠੀਕ ਹੈ, ਮੁੰਡਾ ਚੁੱਕ ਤੇ ਚੱਲੀਏ, ਚੱਲ ਨਿਕਲੀਏ, ਸ਼ਾਬਾਸ਼। ਜਾਵੇ ਲੱਖ ਪਰ ਰਹੇ ਸਾਖ, ਮਤਲਬ ਪੈਸਾ ਭਾਵੇਂ ਲੁੱਟ ਜਾਵੇ ਲੇਕਿਨ ਬੰਦੇ ਦੀ ਸਾਖ ਇੱਜ਼ਤ ਰਹਿ ਜਾਵੇ। ਇੱਜ਼ਤੋਂ ਦੌਲਤ ਕੁਰਬਾਨ ਕਰਦੇ ਨੇ, ਉਹਨੂੰ ਕਹਿੰਦੇ ਨੇ ਜਾਵੇ ਲੱਖ ਪਰ ਰਹੇ ਸਾਖ। ਜਨੇ ਹੱਲ ਪਾਏ ਫਲ, ਮਤਲਬ ਜਿਹੜਾ ਬੰਦਾ ਹੱਲ ਜਾਂਦਾ ਹੈ ਨਾ, ਜਿਹੜਾ ਬੰਦਾ ਹੱਲ ਚਲਾਉਂਦਾ ਹੈ ਨਾ, ਜਿਹੜਾ ਬੰਦਾ ਹੱਲ ਵਾਹੁੰਦਾ ਹੈ ਨਾ, ਉਹ ਹੀ ਫਲ ਪਾਉਂਦਾ ਹੈ, ਠੀਕ ਹੈ। ਮਿਹਨਤ ਕਰਨ ਵਾਲੇ ਨੂੰ ਹੀ ਫਾਇਦਾ ਮਿਲਦਾ ਹੈ, ਹੱਲ ਵਾਹੁਣ ਵਾਲੇ ਦਾ ਹੀ ਫਾਇਦਾ ਹੁੰਦਾ ਹੈ। ਜਿੱਥੇ 100 ਉੱਥੇ 7400, ਮਤਲਬ ਇਹ ਆ ਬਈ ਜਿੱਥੇ 100 ਦਾ ਨੁਕਸਾਨ ਹੋਣ ਡਿਆ ਨਾ, ਕੋਈ ਗੱਲ ਨਹੀਂ, 7400 ਦਾ ਵੀ ਹੋ ਜਾਏਗਾ, ਕਿਹੜੀ ਗੱਲ ਹੈ। ਇਹ ਜਿੱਥੇ ਨੁਕਸਾਨ ਹੋ ਰਿਹਾ ਹੋਵੇ ਨਾ ਬੰਦੇ ਦਾ, ਤੇ ਥੋੜ੍ਹਾ ਜਿਹਾ ਹੋਰ ਵੀ ਹੋ ਜਾਵੇ ਤੇ ਬੰਦਾ ਕਹਿੰਦਾ ਚੱਲ ਕੀ ਗੱਲ ਹੈ ਯਾਰ, ਜੇ ਇੰਨਾ ਹੋ ਗਿਆ ਤੇ ਇਹ ਵੀ ਹੋ ਜਾਏਗਾ ਤੇ ਕਿਹੜੀ ਗੱਲ ਹੈ। 7400 7100 7100। ਜਿੱਥੇ ਨਗਾਰੇ ਉੱਥੇ ਮਾਤਮ, ਜਿੱਥੇ ਖੁਸ਼ੀਆਂ ਉੱਥੇ ਗਮ ਵੀ ਹੁੰਦੇ ਨੇ, ਠੀਕ ਹੈ। ਕभी ਖੁਸ਼ੀ ਕभी ਗਮ, ਜਿੱਥੇ ਨਗਾਰੇ ਜਿੱਥੇ ਖੁਸ਼ੀਆਂ ਹੋਣ ਉੱਥੇ ਮਾਤਮ ਵੀ ਹੁੰਦੇ ਨੇ, ਉੱਥੇ ਰੋਣੇ ਪਿੱਟਣੇ ਵੀ ਪੈ ਸਕਦੇ ਨੇ, ਕੋਈ ਇਹਦੇ 'ਚ ਵੱਡੀ ਗੱਲ ਨਹੀਂ। ਇਹ ਜਿਹੜਾ ਇਹ ਅਸੀਂ ਨਹੀਂ ਕਰਾਂਗੇ, ਇਹ ਖੱਚ ਮਾਰੀ ਹੈ ਬਈ ਪੰਜਾਬੀਆਂ ਨੇ ਵੀ, ਪੰਜਾਬੀ ਵੀ ਖੱਚ ਮਾਰ ਸਕਦੇ ਨੇ, ਅਤੇ ਐਡਾ ਬਲੰਟ ਵੀ ਨਹੀਂ ਬੰਦੇ ਨੂੰ ਹੋਣਾ ਚਾਹੀਦਾ ਬਈ। ਜੋ ਵੀ ਗੱਲ ਹੈ ਵੀ ਜਿਹੜਾ ਵੀ ਮਜ਼ਹਬ ਤੁਹਾਡਾ ਹੈਗਾ ਬਈ, ਅਖਲਾਕੀਆਤ ਆਪਣੀ ਥਾਂ 'ਤੇ। ਜੰਮਦੀਆਂ ਸੂਲਾਂ ਦੇ ਮੂੰਹ ਤਿੱਖੇ, ਮਤਲਬ ਇਹ ਆ ਵੀ ਜਿਹੜਾ ਭੈੜਾ ਬੰਦਾ ਹੋਵੇ ਨਾ ਉਹਦੀ ਔਲਾਦ ਸ਼ੁਰੂ ਤੋਂ ਹੀ ਭੈੜੀ ਹੁੰਦੀ ਹੈ। ਜਿਹੜਾ ਬੰਦਾ ਹੋਵੇ ਨਾ ਇੰਜੀਨੀਅਰ ਹੋਵੇ, ਉਹਦੇ ਬੱਚੇ ਸ਼ੁਰੂ ਤੋਂ ਹੀ ਤੁਸੀਂ ਵੇਖੋਗੇ ਤੇ ਸ਼ੁਰੂ ਤੋਂ ਹੀ ਉਹਦੇ ਬੱਚੇ ਜਿਹੜੇ ਨੇ ਨਾ ਉਹ ਟੈਕਨੀਕਲ ਜਿਹੇ ਹੋਣਗੇ। ਉਦੋਂ ਆਖਿਆ ਜਾਂਦਾ ਹੈ ਕਿ ਜਿਹੜੀਆਂ ਸੂਲਾਂ ਹੁੰਦੀਆਂ ਉਹਨਾਂ ਦੇ ਜੰਮਦਿਆਂ ਦੇ ਮੂੰਹ ਤਿੱਖੇ ਹੁੰਦੇ ਨੇ, ਇਸ ਲਈ ਬਾਅਦ 'ਚ ਉਹਨਾਂ ਨੇ ਵੱਡੀਆਂ ਸੂਲਾਂ ਬੰਨਣਾ ਹੁੰਦਾ, ਫਿਰ ਉਹਨਾਂ ਕੜਛੇ ਲਾਣੇ ਹੁੰਦੇ ਨੇ। ਜੰਝ ਕਪੱਤੀ ਤੇ ਸੁਥਰਾ ਭਲਾ ਮਾਨਸ, ਮਤਲਬ ਜੰਝ ਭੈੜੀ ਹੈ ਤੇ ਆਪ ਬੰਦਾ ਜਿਹੜਾ ਨਾ ਬਹੁਤਾ ਸੁਥਰਾ ਸਾਰਾ ਹੈ, ਠੀਕ ਹੈ। ਦੂਜਿਆਂ ਨੂੰ ਭੈੜਾ ਕਹਿਣਾ ਤੇ ਆਪਣੇ ਆਪ ਨੂੰ ਕਹਿਣਾ ਵੀ ਮੈਂ ਤਾਂ ਬਹੁਤ ਚੰਗਾ।
ਜਿੱਥੇ ਪਈ ਫੁੱਟ ਉੱਥੇ ਪਈ ਲੁੱਟ। ਇਹਦਾ ਮਤਲਬ ਹੈ ਤਫਾਕ 'ਚ ਬਰਕਤ ਹੈ। ਜਿੱਥੇ ਵੀ ਭੈਣਾਂ ਭਰਾਵਾਂ ਦੇ ਵਿੱਚ ਪਾੜ ਪੈ ਗਿਆ ਉੱਥੇ ਹੀ ਫਿਰ ਬਾਅਦ 'ਚ ਨੁਕਸਾਨ ਤੇ ਖਸਾਰੇ ਸਾਰੀ ਉਮਰ ਹੁੰਦੇ ਰਹਿਣ। ਬੇਤਫਾਕੀ 'ਚ ਸਭਨਾਂ ਦਾ ਨੁਕਸਾਨ ਹੁੰਦਾ ਹੈ। ਜਿੰਨੀ ਗੋਡੀ ਉਨੀ ਡੋਡੀ। ਅਸੀਂ ਪਹਿਲਾਂ ਵੀ ਕੀਤਾ ਵੀ ਜਿੰਨੀ ਕਿਸੇ ਸ਼ੈ 'ਤੇ ਮਿਹਨਤ ਕਰੋਗੇ ਉਹਨੂੰ ਜਿੰਨੀ ਗੋਡੀ ਪਾਓਗੇ ਉਨਾ ਹੀ ਤੁਹਾਨੂੰ ਡੋਡਾ ਮਿਲੇਗਾ, ਉਨਾ ਹੀ ਤੁਹਾਨੂੰ ਕਰਮ ਦੇ ਉਹਦੇ ਫਲ ਮਿਲੇਗਾ। ਜੋ ਘੜਿਆ ਸੋ ਬੁੱਝਣਾ। ਮਤਲਬ ਇਹ ਆ ਵੀ ਜਿਹੜਾ ਵੀ ਕਦੀ ਜੰਮਿਆ ਹੈ, ਜਿਹੜਾ ਵੀ ਕਦੀ ਘੜਿਆ ਗਿਆ ਹੈ, ਉਹਨੇ ਇੱਕ ਦਿਨ ਜਿਹੜੀ ਵੀ ਅੱਗ ਬਲੀ ਉਹਨੇ ਇੱਕ ਦਿਨ ਬੁਝਣਾ ਹੀ ਬੁਝਣਾ ਹੈ। ਜਿਹੜਾ ਵੀ ਕੰਮ ਸ਼ੁਰੂ ਹੋਇਆ ਉਹਨੇ ਇੱਕ ਦਿਨ ਖਤਮ ਹੋਣਾ ਹੀ ਹੋਣਾ। ਯਾਨੀ ਕਿ ਮੌਤ ਬਰਹੱਕ ਦੇ ਬਾਰੇ ਆਖਿਆ ਜਾਂਦਾ। ਜਿਉਂ ਜਿਉਂ ਨੇੜ ਤਿਉਂ ਤਿਉਂ ਪੇੜ। ਠੀਕ ਹੈ, ਯਾਨੀ ਕਿ ਜਿਵੇਂ ਜਿਵੇਂ ਕੋਈ ਮੰਜ਼ਿਲ ਲਾਗੇ ਆਉਂਦੀ ਜਾਂਦੀ ਨਾ ਉਵੇਂ ਉਵੇਂ ਬੰਦੇ ਦਾ ਰਾਹ ਔਖਾ ਹੁੰਦਾ ਜਾਂਦਾ, ਉਵੇਂ ਉਵੇਂ ਪੀੜ ਵੱਧਦੀ ਜਾਂਦੀ, ਉਵੇਂ ਉਵੇਂ ਬੰਦੇ ਨੂੰ ਮੁਸ਼ਕਲਾਵਾਂ ਆਉਂਦੀਆਂ ਜਾਂਦੀਆਂ। ਜਿੰਨਾ ਰਿਸ਼ਤਾ ਓਨਾ ਦੁੱਖ। ਜਿੰਨੇ ਰਿਸ਼ਤੇ ਗੂੜੇ ਹੋਣ ਓਨਾ ਹੀ ਦੁੱਖ ਜ਼ਿਆਦਾ ਹੁੰਦਾ। ਜਿਹਾ ਮੂੰਹ ਤਹੀ ਚਪੇੜ। ਮਤਲਬ ਜੈਸਾ ਮੂੰਹ ਹੋਏਗਾ ਵੈਸੇ ਹੀ ਚਪੇੜ ਮਾਰੋ। ਜੈਸਾ ਬੰਦਾ ਹੋਵੇ ਵੈਸੇ ਹੀ ਉਹਦੇ ਨਾਲ ਸਲੂਕ ਕਰੋ। ਫਿਰ ਹੈ ਜੀ ਜੂਆ ਕਿਸੇ ਨੇ ਜਿੱਤਿਆ ਸਭ ਜੂਏ ਜਿੱਤੇ। ਮਤਲਬ ਇਹ ਅੱਗੇ ਜੂਆ ਕਦੀ ਨਹੀਂ ਕੋਈ ਜਿੱਤਦਾ, ਜੂਏ ਹੀ ਲੋਕਾਂ ਨੂੰ ਜਿੱਤਦਾ। ਜਿਹੜਾ ਬੰਦਾ ਇੱਕ ਵਾਰ ਜੂਆ ਖੇਡਣ ਲੱਗ ਪੈਂਦਾ ਕਦੀ ਛੱਡਦਾ ਨਹੀਂ। ਜਿਸ ਦੀ ਰੋੜੀ ਉਸ ਦੀ ਮੋੜੀ। ਯਾਨੀ ਜਿਹਦੀ ਖਾਦ ਉਹਦੀ ਫਸਲ ਚੰਗੀ। ਯਾਨੀ ਕਿ ਜਿਹੜਾ ਬੰਦਾ ਹੀ ਫਸਲ 'ਤੇ ਮਿਹਨਤ ਕਰੇਗਾ ਉਹਦੀ ਫਸਲ ਉਨੀ ਚੰਗੀ ਹੋਵੇਗੀ। ਚੂੜੀਆਂ ਦੀ ਪਟੜੀ ਸ਼ਰੀਕਾਂ ਕੋਲੋਂ ਵੱਖਰੀ। ਮਤਲਬ ਇਹ ਆ ਕਿ ਬਈ ਜਿਹੜਾ ਬੰਦਾ ਆਪਣੀ ਕਮੀਨਗੀ ਜਾਂ ਖੁਦਗਰਜ਼ੀ ਲੁਕਾਉਣ ਲਈ ਦੂਜਿਆਂ ਤੋਂ ਦੂਰ ਦੂਰ ਰਵੇ ਨਾ ਉਹਦੇ ਲਈ ਆਖਿਆ ਜਾਂਦਾ ਹੈ ਚੂੜੀਆਂ ਦੀ ਪਟੜੀ ਸ਼ਰੀਕਾਂ ਕੋਲੋਂ ਵੱਖਰੀ। ਚੋਰਾਂ ਦੇ ਕੱਪੜੇ ਤੇ ਡਾਂਗਾਂ ਦੇ ਗਾਜ। ਮਤਲਬ ਜਿਹੜੀ ਸ਼ਾਇਦ ਚੋਰੀ ਕੀਤੀ ਹੋਵੇ ਨਾ ਉਹਦਾ ਮੁੱਲ ਜਿਹੜਾ ਹੈ ਨਾ ਉਹ ਘੱਟ ਲੱਗਦਾ। ਠੀਕ ਹੈ, ਚੋਰ ਜਿਹੜਾ ਕੱਪੜਾ ਚੋਰੀ ਕਰਦੇ ਨੇ ਨਾ ਮੁੜ ਕੇ ਜਦੋਂ ਜਾ ਕੇ ਵੇਚਦੇ ਨੇ ਅਤੇ ਫਿਰ ਉਹ ਗਾਜ ਛੋਟਾ ਨਹੀਂ ਹੁੰਦਾ, ਗਾਜ ਵੱਡਾ ਹੁੰਦਾ। ਡਬਲ ਜਿੰਨਾ ਇੱਕ ਗਜ਼ ਹੁੰਦਾ ਨਾ ਇੱਕ ਗਜ਼ ਉਹਦਾ ਡਬਲ ਕਰ ਦਿਓ ਜਾਂ 3 ਗੁਣਾ ਕਰ ਦਿਓ, ਉਹ ਇੱਕ ਗਜ਼ ਘੱਟ ਪੈਸੇ ਮਿਲਦੇ ਨੇ ਨਾ ਉਹ ਸ਼ਾਇਦ। ਚੋਰ ਨਾਲੇ ਚਤੁਰ। ਮਤਲਬ ਇਹ ਆ ਇੱਕ ਤਾਂ ਕੋਈ ਬੰਦਾ ਚੋਰ ਹੋਵੇ ਤਾਂ ਤੂੰ ਚੌਧਰੀ ਵੀ ਬਣੇ। ਆਪਣਾ ਐਬ ਸੁਣ ਕੇ ਸ਼ਰਮਿੰਦਾ ਹੋਣ ਦੀ ਬਜਾਏ ਉਲਟਾ ਆਕੜਨ ਵਾਲਾ ਬੰਦਾ ਹੁੰਦਾ ਜਿਹੜਾ ਉਹਨੂੰ ਕਹਿੰਦੇ ਨੇ ਨਾਲੇ ਚੋਰ ਨਾਲੇ ਚਤੁਰ। ਚੋਰ ਨਾਲੋਂ ਪੰਡ ਗਾਲੀ। ਮਤਲਬ ਹੱਕਦਾਰ ਭਾਵੇਂ ਬੋਲੇ ਨਾ ਬੋਲੇ ਵਿੱਚੋਂ ਜਿਹੜਾ ਵਿਚੋਲਾ ਹੈ ਨਾ ਉਹ ਬਹੁਤ ਸ਼ੋਰ ਪਾਵੇ, ਉਹਨੂੰ ਕਹਿੰਦੇ ਚੋਰ ਨਾਲੋਂ ਪੰਡ ਕਾਲੀ। ਚੋਰੀ ਕੱਖ ਦੀ ਵੀ ਤੇ ਲੱਖ ਦੀ ਵੀ। ਮਤਲਬ ਇਹ ਆ ਵੀ ਚੋਰੀ ਚੋਰੀ ਆ, ਭਾਵੇਂ 1 ਰੁਪਈਏ ਦੀ ਕਰੀਏ ਭਾਵੇਂ 1 ਕਰੋੜ ਦੀ ਕਰੀਏ। ਬੁਰਾਈ ਦਾ ਦਰਜਾ ਨਹੀਂ ਹੁੰਦਾ, ਬੁਰਾਈ ਹੁੰਦੀ ਭਾਵੇਂ ਛੋਟੀ ਕਰੇ ਭਾਵੇਂ ਵੱਡੀ ਕਰੀਏ। ਚਾਚਾ ਚੋਰ ਭਤੀਜਾ ਕਾਜ਼ੀ। ਮਤਲਬ ਇਹ ਮੁਨਸਫ ਤੇ ਮੁਜਰਮ ਜਦੋਂ ਰਲ ਜਾਣ ਉਹਨੂੰ ਕਹਿੰਦੇ ਨੇ। ਮਤਲਬ ਇੱਕ ਬੰਦਾ ਬਈ ਇਹੋ ਹੀ ਚੋਰ ਹੈ ਇਹੀ ਕਾਜ਼ੀ, ਅਤੇ ਇਹਨੇ ਇਸ ਲਈ ਇਨਸਾਫ ਦਾ ਇਹੋ ਜਿਹਾ ਹੀ ਹੋਣਾ ਨਾ। ਚੋਰਾਂ ਨੂੰ ਮੋਰ। ਮਤਲਬ ਕਿਸੇ ਭੈੜੇ ਬੰਦੇ ਨੂੰ ਉਹਦੇ ਤੋਂ ਵੀ ਭੈੜਾ ਬੰਦਾ ਟੱਕਰ ਜਾਵੇ ਉਹਨੂੰ ਕਹਿੰਦੇ ਨੇ ਚੋਰਾਂ ਨੂੰ ਮੋਰ ਪੈ ਗਿਆ। ਚਾਹ ਨੂੰ ਰਾਹ ਹੈ। ਮਤਲਬ ਇਹ ਨੈਸੈਸਿਟੀ ਇਜ਼ ਦਾ ਮਦਰ ਆਫ ਇਨਵੈਂਸ਼ਨ। ਠੀਕ ਹੈ, ਮੁਹੱਬਤ ਪਿਆਰ ਅਤੇ ਖਲੂਸ ਨਾਲ ਕੰਮ ਕੱਢੇ ਜਾ ਸਕਦੇ ਨੇ। ਇੱਥੇ ਚਾਹ ਤੋਂ ਮੁਰਾਦ ਹੈਗਾ ਇਹ ਚਾਹਤ ਨੂੰ ਰਾਹ ਹੈ। ਮਤਲਬ ਮੁਹੱਬਤ ਨਾਲ ਤੁਸੀਂ ਕੋਈ ਵੀ ਕੰਮ ਰਾਹ ਕੱਢ ਸਕਦੇ ਹੋ ਚਾਹਤ ਦੇ ਨਾਲ। ਚੁਗਲਖੋਰ ਖੁਦਾ ਦਾ ਚੋਰ। ਮਤਲਬ ਇਹ ਆ ਵੀ ਖੁਦਾ ਨੇ ਬੰਦੇ ਨੂੰ ਮੰਨ ਦਿੱਤੀ ਅਲਫਾਜ਼। ਜਿਹੜਾ ਚੁਗਲਖੋਰ ਬੰਦਾ ਹੁੰਦਾ ਨਾ ਉਹਨਾਂ ਅਲਫਾਜ਼ਾਂ ਦਾ ਗਲਤ ਇਸਤੇਮਾਲ ਕਰਦਾ। ਠੀਕ ਹੈ, ਚੁਗਲੀਆਂ ਕਰਨ ਵਾਲੇ ਬੰਦੇ ਨੂੰ ਰੱਬ ਚੰਗਾ ਨਹੀਂ ਜਾਣਦਾ। ਚੁਗਲਖੋਰ ਖੁਦਾ ਦਾ ਚੋਰ। ਚਲਦੀ ਨੂੰ ਵੱਲ ਪੈ ਗਿਆ। ਯਾਨੀ ਕੰਮ ਚੱਲਦਾ ਕੰਮ ਜਦੋਂ ਖਲੋ ਜਾਂਦਾ ਉਹਨੂੰ ਕਹਿੰਦੇ ਨੇ ਚਲਦੀ ਨੂੰ ਵੱਲ ਪੈ ਗਿਆ। ਚਾਦਰ ਦੇ ਕੇ ਪੈਰ ਪਸਾਰੀਏ। ਜਿਹੜਾ ਨਾ ਉਹ ਚਾਦਰ ਦੇ ਕੇ ਪਾਉਂ ਫੈਲਾਓ। ਮਤਲਬ ਇਹ ਆ ਵੀ ਕੰਮ ਉਹ ਕਰੋ ਜਿਹੜਾ ਔਕਾਤ ਦੇ ਮੁਤਾਬਕ ਕੋਈ ਕੰਮ ਕਰਨਾ। ਚਾਕਰੀ ਵਿੱਚ ਨਾਬਰੀ ਕੀ। ਮਤਲਬ ਇਹ ਆ ਵੀ ਨੌਕਰ ਵੀ ਹੋਣਾ ਅਤੇ ਨਖਰਾ ਵੀ ਕਰਨਾ। ਨੌਕਰ ਕੀ ਅਤੇ ਨਖਰਾ ਕੀ। ਚਾਕਰੀ ਨੌਕਰ ਵੀ ਹੋਣਾ ਅਤੇ ਨਾਬਰੀ ਵੀ ਕਰਨਾ, ਵੀ ਆਪਣਾ ਨੱਕ ਵੀ ਚੜ੍ਹਾਉਣਾ। ਝੱਟ ਮੰਗਣੀ ਭੱਟ ਵਿਆਹ। ਮਤਲਬ ਕੋਈ ਕੰਮ ਕਾਹਲੀ ਦੇ ਨਾਲ ਕਰਨਾ, ਛੇਤੀ ਦੇ ਨਾਲ ਕਰਨਾ। ਚਿਰਾਗ ਥੱਲੇ ਹਨੇਰਾ। ਮਤਲਬ ਨਸੀਹਤ ਕਰਨ ਵਾਲਾ ਆਪੋ ਹੀ ਬੁਰਾ ਹੋਵੇ ਉਹਨੂੰ ਕਹਿੰਦੇ ਨੇ ਚਿਰਾਗ ਥੱਲੇ ਹਨੇਰਾ। ਜਿਹੜਾ ਚਿਰਾਗ ਹੁੰਦਾ ਉਹਦੇ ਥੱਲੇ ਹਨੇਰਾ ਹੁੰਦਾ, ਬਾਕੀ ਸਾਰੀਆਂ ਸਾਈਡਾਂ 'ਤੇ ਉਹ ਰੋਸ਼ਨੀ ਫੈਲਾਰਦਾ ਹੁੰਦਾ। ਚਿਰਾਗ ਗੁੱਲ ਪੱਗ ਗਾਇਬ। ਮਤਲਬ ਜਦੋਂ ਰੋਸ਼ਨੀ ਮੁੱਕ ਜਾਂਦੀ ਨਾ ਤਾਂ ਫਿਰ ਪੱਗ ਵੀ ਨਜ਼ਰ ਆਉਣਾ ਬੰਦ ਹੋ ਜਾਂਦੀ। ਗਾਫਲ ਹੋਣ 'ਤੇ ਨੁਕਸਾਨ ਹੁੰਦਾ ਹੈ। ਹੌਜ਼ ਭਰੇ ਭਵਾਰਾ ਛੱਟੇ। ਮਤਲਬ ਬੰਦੇ ਦੀ ਆਪਣੀ ਭੁੱਖ ਲੱਥੇ ਤਾਂ ਦੂਜਿਆਂ ਨੂੰ ਦੇ ਸਕਦਾ ਹੈ ਨਾ। ਪਹਿਲੋਂ ਬੰਦਾ ਆਪ ਹੀ ਜਿਹੜਾ ਬੰਦਾ ਆਮ ਤੌਰ 'ਤੇ ਹੁੰਦਾ ਹੀ ਹੌਦ ਨਹੀਂ, ਹੁੰਦਾ ਹੀ ਨਹੀਂ ਖਿੱਸਾ ਭਰਦਾ, ਉਹ ਲੋਕਾਂ ਨੂੰ ਫਿਰ ਕੀ ਛੱਡੇਗਾ। ਠੀਕ ਹੈ, ਅਤੇ ਇਸੇ ਲਈ ਜਿਹੜਾ ਇਹ ਉਸ ਬੰਦੇ ਦੇ ਬਾਰੇ ਆਖਿਆ ਜਾਂਦਾ ਕਿ ਜਿਹੜਾ ਬੰਦਾ ਆਪ ਹੀ ਨਹੀਂ ਰੱਜਦਾ ਦੂਜਿਆਂ ਨੂੰ ਕੀ ਦੇਗਾ। ਹੀਲਾ ਹਰ ਕੰਮ ਦਾ ਵਸੀਲਾ ਹੁੰਦਾ ਹੈ। ਮਤਲਬ ਮਿਹਨਤ ਕਰੋ, ਕੋਈ ਪੈਰ ਹਿੱਲੋ, ਉਸ ਤੋਂ ਬਾਅਦ ਹੀ ਉਹ ਕੰਮ ਹੋਏਗਾ। ਇੱਕ ਬੰਦਾ ਬੈਠਾ ਸਾਰੀ ਦੁਨੀਆ ਫਤਿਹ ਨਹੀਂ ਕਰ ਸਕਦਾ, ਇਸ ਲਈ ਉਹਨੂੰ ਦੁਨੀਆ ਫਤਿਹ ਕਰਨ ਵਾਸਤੇ ਘਰੋਂ ਨਿਕਲਣਾ ਪੈਂਦਾ। ਹਾਕਮ ਮੌਤ ਅਤੇ ਗਾਹਕ ਦਾ ਕੋਈ ਵਕਤ ਨਹੀਂ ਹੁੰਦਾ, ਕਿਸੇ ਵੀ ਵੇਲੇ ਆ ਸਕਦੇ ਨੇ। ਇਹ 3 ਚੀਜ਼ਾਂ ਕਿਸੇ ਵੀ ਟਾਈਮ ਆ ਸਕਦੀਆਂ ਨੇ। ਹਰਾਮ ਦੀ ਲੱਜ਼ਤ ਬਹੁਤੀ। ਮਤਲਬ ਜਿਹੜਾ ਚੋਰੀ ਦਾ ਗੁੜ ਬਹੁਤਾ ਮਿੱਠਾ ਲੱਗਦਾ। ਠੀਕ ਹੈ, ਜਿਹੜਾ ਹਰਾਮ ਦਾ ਕੰਮ ਹੈ, ਜਿਹੜਾ 2 ਨੰਬਰ ਕੰਮ ਹੈ, ਹਰ ਉਹ ਕੰਮ ਜਿਹਦੇ 'ਚ ਤੁਹਾਨੂੰ ਜਿਹੜਾ ਆਰਜ਼ੀ ਸਕੂਨ ਲੱਭਦਾ ਹੋਵੇਗਾ ਨਾ ਛੇਤੀ ਵਾਲਾ, ਉਹ ਆਉਂਦੇ ਨੇ ਵੀ ਉਹ ਗਲਤ ਕੰਮ ਹੁੰਦਾ। ਅਕਸਰ ਨਾ ਇੱਕ ਮਜ਼ਹਬ ਹੈ ਉਹਦੇ 'ਚ ਆਖਿਆ ਜਾਂਦਾ ਵੀ ਅੱਛਾਈ ਅਤੇ ਬੁਰਾਈ 'ਚ ਫ਼ਰਕ ਇਹ ਆ ਵੀ ਜਿਹੜੇ ਕੰਮ 'ਚ ਤੁਹਾਨੂੰ ਆਰਜ਼ੀ ਸਕੂਨ ਮਿਲੇ ਅਤੇ ਦਾਇਮੀ ਬੇਸਕੂਨ ਨਹੀਂ ਮਿਲੇ ਉਹਨੂੰ ਉਹ ਬੁਰਾਈ ਹੈ, ਅਤੇ ਜਿਹੜੇ ਕੰਮ 'ਚ ਤੁਹਾਨੂੰ ਦਾਇਮੀ ਸਕੂਨ ਮਿਲੇ ਅਤੇ ਆਰਜ਼ੀ ਭਾਵੇਂ ਬੇਸਕੂਨ ਨਹੀਂ ਮਿਲੇ ਉਹ ਅੱਛਾਈ ਹੈ। ਇੱਕ ਬਹੁਤ ਮਸ਼ਹੂਰ ਮਜ਼ਹਬ ਹੈ। ਹੱਕ ਦਾ ਰਾਜ਼ੀ ਖੁਦਾ। ਮਤਲਬ ਹੱਕ ਦੇ ਜਿਹੜਾ ਹੱਕ ਵਾਲੇ ਬੰਦੇ ਨੇ ਨਾ ਹੱਕ ਦੇਣਾ ਰੱਬ ਰਾਜ਼ੀ ਕਰਨ ਦੇ ਮੁਤਰਾਦਫ ਹੈਗਾ। ਹੱਕ ਦਾ ਰਾਜ਼ੀ ਖੁਦਾ, ਜਿਹੜਾ ਹੱਕ ਦੇਣਾ ਹੈ ਨਾ ਉਹ ਰੱਬ ਰਾਜ਼ੀ ਕਰਨ ਦੇ ਮੁਤਰਾਦਫ ਹੈ। ਹੀਲੇ ਰਿਜ਼ਕ ਬਹਾਨੇ ਮੌਤ। ਮਤਲਬ ਹਿਲੀਏ ਕੰਮ ਕਰੀਏ, ਹਿਲਜੁਲ ਕਰੀਏ, ਕੁਛ ਕਰੀਏ, ਹੱਥ ਹੁੱਥ ਹਿਲਾਈਏ ਅਤੇ ਰਿਜ਼ਕ ਲੱਭਦਾ, ਅਤੇ ਮੌਤ ਦਾ ਇਹਦਾ ਕੋਈ ਪਤਾ ਨਹੀਂ ਹੈਗਾ। ਇਹ ਬਹਾਨੇ ਨਾਲ ਹੀ ਆ ਜਾਂਦੀ, ਕੋਈ ਪਤਾ ਨਹੀਂ ਲੱਗਦਾ।
ਖਵਾਜੇ ਦਾ ਗਵਾ ਡੱਡੂ, ਮਤਲਬ ਖਾਮਖਾ ਕਿਸੇ ਦੀ ਹਿਮਾਇਤ ਕਰਨ ਵਾਲੇ ਬੰਦੇ ਨੂੰ ਕਿਹਾ ਜਾਂਦਾ ਹੈ। ਖਸਮ ਦਾ ਕੁੱਤਾ ਸਰਾਣੇ ਸੁੱਤਾ, ਇਹਨੂੰ ਅੱਗੇ ਵੀ ਆਖਿਆ ਜਾਂਦਾ ਖਸਮਾਂ ਦਾ ਕੁੱਤਾ ਸਰਾਣੇ ਸੁੱਤਾ, ਮਤਲਬ ਜਿਹੜਾ ਵੱਡਾ ਆਦਮੀ ਹੁੰਦਾ ਹੈ ਨਾ ਉਹਦਾ ਕੁੱਤੇ ਨੂੰ ਵੀ ਲੋਕ ਇੱਜ਼ਤ ਦਿੰਦੇ ਨੇ, ਠੀਕ ਹੈ, ਉਹਦੀ ਬੇਕਦਰੀ ਸ਼ਾਇਦ ਵੀ ਲੋਕ ਕਦਰ ਕਰਦੇ ਨੇ। ਖਾਨਾਂ ਦੇ ਖਾਨ ਪ੍ਰਾਹੁਣੇ, ਮਤਲਬ ਅਮੀਰਾਂ ਦੇ ਅਮੀਰ ਦੋਸਤ ਹੁੰਦੇ ਨੇ, ਕਹਿੰਦੇ ਨਾ ਚੂੜੇ ਵਾਲੇ ਦੀ ਚੂੜੇ ਵਾਲਾ ਬਾਂਹ ਫੜਦਾ, ਮਤਲਬ ਖਾਨ ਜਿਹੜੇ ਹੁੰਦੇ ਨੇ ਨਾ ਉਹਨਾਂ ਦੇ ਖਾਨ ਹੀ ਪ੍ਰਾਹੁਣੇ ਹੁੰਦੇ ਨੇ, ਕੋਈ ਮਸੱਲੀ ਉਹਨਾਂ ਦਾ ਪ੍ਰਾਹੁਣਾ ਨਹੀਂ ਹੁੰਦਾ, ਕੋਈ ਗਰੀਬ ਬੰਦਾ ਉਹਨਾਂ ਦੇ ਘਰ ਚਲਾ ਜਾਏ ਤਾਂ ਉਹ ਲਿਫਟ ਹੀ ਨਹੀਂ ਕਰਾਉਂਦੇ, ਇਸ ਲਈ ਖਾਨਾਂ ਦੇ ਖਾਨ ਪ੍ਰਾਹੁਣੇ। ਖੈਰ ਕਲੰਦਰਾ ਹੂ ਬਖਾ ਬਾਂਦਰਾ, ਮਤਲਬ ਕਿਸੇ ਦੀ ਕਮਾਈ ਕੋਈ ਹੋਰ ਖਾ ਜਾਵੇ ਉਹਨੂੰ ਕਹਿੰਦੇ ਨੇ ਖੈਰ ਕਲੰਦਰਾ ਹੂ ਬਖਾ ਬਾਂਦਰਾ। ਦੋ ਘਰਾਂ ਦਾ ਪ੍ਰਾਹੁਣਾ ਭੁੱਖਾ ਰਹਿੰਦਾ ਹੈ, ਯਾਨੀ ਜੇ ਕੋਈ ਬੰਦਾ ਲਾਲਚ ਕਰੇ ਕਿਸੇ ਕੰਮ ਲਈ ਤੇ ਵੱਖਰੀਆਂ ਵੱਖਰੀਆਂ ਥਾਵਾਂ ਤੇ ਤਾਲਕ ਬਣਾ ਲਵੇ ਤੇ ਉਹ ਹਮੇਸ਼ਾ ਉਹਦਾ ਨੁਕਸਾਨ ਹੀ ਹੁੰਦਾ ਹੈ। ਦੁਸ਼ਮਣ ਮਾਰ ਕੇ ਮੋਇਆ ਤੇ ਕੀ ਮੋਇਆ, ਮਤਲਬ ਇਹ ਆ ਕੋਈ ਨੁਕਸਾਨ ਦੇਣ ਵਾਲੀ ਚੀਜ਼ ਜੇ ਨੁਕਸਾਨ ਦੇਣ ਤੋਂ ਬਾਅਦ ਆ ਵੀ ਖਤਮ ਹੋ ਜਾਵੇ ਤੇ ਫਿਰ ਉਹਦਾ ਕੋਈ ਫਾਇਦਾ ਨਹੀਂ ਹੁੰਦਾ, ਠੀਕ ਹੈ। ਯਾਨੀ ਦੁਸ਼ਮਣ ਨੂੰ ਮਾਰ ਕੇ ਜੇ ਬੰਦਾ ਆ ਵੀ ਮਰ ਜਾਏ ਤਾਂ ਫਿਰ ਕੀ ਦੁਸ਼ਮਣ ਨੂੰ ਮਾਰਿਆ ਬਾਈ। ਦਿਲਾਂ ਨੂੰ ਦਿਲਾਂ ਨਾਲ ਰਾਹ ਹੁੰਦੀ, ਕਹਿੰਦੇ ਨਾ ਦਿਲ ਕੋ ਦਿਲ ਸੇ ਰਾਹ ਹੋਤੀ ਹੈ, ਹੈ ਗੋਲੀ ਮਾਰੋ ਤੋਂ ਠਾ ਹੋਤੀ ਹੈ, ਇਹ ਉਹੀ ਗੱਲ ਹੈ। ਹੁਣ ਤੁਹਾਨੂੰ ਇਹ ਤਾਂ ਦੱਸਣ ਦੀ ਲੋੜ ਵੀ ਕੋਈ ਨਹੀਂ, ਤੁਹਾਨੂੰ ਫੁੱਲ ਪਤਾ ਹੋਣਾ ਇਹਦਾ ਦਾ। ਦਮ ਦਾ ਦਮ ਧੋਖਾ ਨਾ ਗਮ, ਯਾਨੀ ਆਪਣੇ ਕੰਮ ਨਾਲ ਕੰਮ ਰੱਖੀਏ ਤੇ ਦੂਜਿਆਂ ਦੇ ਫੱਟੇ ਵਿੱਚ ਖਾਮਖਾ ਟੰਗ ਨਾ ਅੜਾਈਏ ਤੇ ਸੌਖਾ ਹੀ ਰਹਿੰਦਾ ਬੰਦਾ, ਮਤਲਬ ਆਪਣੇ ਕੰਮ ਨਾਲ ਕੰਮ, ਦਮ ਦਾ ਦਮ ਰੱਖੇ ਤਾਂ ਕੋਈ ਪਰੇਸ਼ਾਨੀ ਨਹੀਂ, ਆਪਣੇ ਦਮ ਦੇ ਨਾਲ ਹੀ ਬੰਦਾ ਤਲਕ ਰੱਖੇ ਤਾਂ ਕੋਈ ਟੈਨਸ਼ਨ ਚਿੰਤਾ ਨਹੀਂ ਰਹਿੰਦੀ ਬੰਦੇ ਨੂੰ। ਧੀਏ ਗੱਲ ਸੁਣ ਨੋ ਨਹੀਂ ਕੰਨ ਕਰ, ਮਤਲਬ ਕਿਸੇ ਉਹ ਕਹਿੰਦੇ ਨਾ ਆਖੇ ਧੀ ਨੂੰ ਸੁਣਾਏ ਨੂੰਹ ਨੂੰ, ਕਿਸੇ ਨੂੰ ਗੱਲ ਕਹਿਣੀ ਤੇ ਕਿਸੇ ਨੂੰ ਹੋਰ ਨੂੰ ਸੁਣਾਣੀ। ਦੁੱਖੜੇ ਰੋਂਦੀ ਯਾਰਾਂ ਦੇ ਲੈ ਲੈ ਕੇ ਨਾਂ ਭਰਾਵਾਂ ਦੇ, ਮਤਲਬ ਇਹ ਆ ਕਿ ਇਹ ਜ਼ਾਹਰ ਕੁਝ ਹੋਰ ਵਿਖਾਉਣਾ ਤੇ ਅੰਦਰੋਂ ਬੰਦੇ ਦਾ ਆਮ ਤੌਰ 'ਤੇ ਨਾ ਮੇਰੇ ਅੱਬਾ ਜੀ ਕਹਿੰਦੇ ਹੁੰਦੇ ਸੀ ਕਿ ਜਦੋਂ ਬੰਦਾ ਕਿਸੇ ਦੀ ਫੌਤਗੀ 'ਤੇ ਰੋਂਦਾ ਹੈ ਨਾ ਤੇ ਉਹ ਆਪਣੇ ਨੂੰ ਹੀ ਇਮੈਜਨ ਕਰਕੇ ਰੋਂਦਾ ਹੈ। ਅਕਸਰ ਇੰਜ ਹੀ ਹੁੰਦਾ ਹੈ ਕਿ ਬੰਦੇ ਦੇ ਜ਼ਿਹਨ 'ਚ ਕੁਝ ਹੋਰ ਦੁੱਖ ਚੱਲਦਾ ਹੁੰਦਾ ਤੇ ਬੰਦੇ ਦਾ ਅੱਥਰ ਫਿਰ ਐਵੇਂ ਹੀ ਨਿਕਲ ਜਾਂਦੇ ਨੇ ਕਿਸੇ ਛੋਟੀ ਜਿਹੀ ਗੱਲ ਤੋਂ ਹੀ। ਧੀ ਉਸਰੀ ਖਾਣ ਪੀਣ ਵਸਰਿਆ, ਮਤਲਬ ਧੀ ਉਸਰ ਪਈ, ਧੀ ਵੱਡੀ ਹੋ ਪਈ ਨਾ ਤੇ ਖਾਣ ਪੀਣ ਜਿਹੜਾ ਨਾ ਉਹ ਨਾ ਭੁੱਲ ਜਾਂਦਾ, ਉਹ ਚਲਾ ਜਾਂਦਾ ਹੈ, ਠੀਕ ਹੈ। ਕੀ ਹੁੰਦਾ ਹੈ ਕਿ ਜਦੋਂ ਧੀ ਜੇ ਥੋੜ੍ਹੀ ਵੱਡੀ ਹੋਵੇ ਤਾਂ ਮਾਂ ਪਿਓ ਨੂੰ ਖਾਣਾ ਪੀਣਾ ਭੁੱਲ ਜਾਂਦਾ, ਫਿਰ ਉਹਨਾਂ ਨੂੰ ਨਾ ਉਹਦੀਆਂ ਫਿਕਰਾਂ ਪੈ ਜਾਂਦੀਆਂ ਨੇ, ਠੀਕ ਹੈ। ਧੀ ਦੀਆਂ ਫਿਕਰਾਂ ਲੱਗ ਜਾਂਦੀਆਂ ਵੀ ਕੀ ਕਰਾਂਗੇ, ਵਿਆਹਾਂਗੇ ਕਿਵੇਂ, ਦੀ ਇੱਜ਼ਤ ਦਾ ਕਿਵੇਂ ਪ੍ਰੋਟੈਕਸ਼ਨ ਕਰਨੀ ਹੈ। ਧੀ ਉਸਰੀ ਖਾਣ ਪੀਣ ਵਿਸਰਿਆ। ਧੀ ਮੋਈ ਜਵਾਈ ਚੋਰ, ਇਹਦਾ ਮਤਲਬ ਇਹ ਆ ਵੀ ਜਦੋਂ ਬੇਟੀ ਮਰ ਜਾਵੇ ਨਾ ਤੇ ਜਵਾਈ ਫਿਰ ਇੰਝ ਲੱਗਦਾ ਜਿਵੇਂ ਚੋਰ ਹੁੰਦਾ, ਠੀਕ ਹੈ। ਉਹਦੀ ਇੱਜ਼ਤ ਘਰ 'ਚ ਕੋਈ ਨਹੀਂ ਰਹਿੰਦੀ, ਪਹਿਲੋਂ ਜਿਹਦੇ ਆਇਆ ਨੂੰ ਮੰਜੀਆਂ ਵਿਛਾਈਆਂ ਜਾਂਦੀਆਂ, ਬਾਅਦ 'ਚ ਉਹਨੂੰ ਫਿਰ ਲਿਫਟੀ ਕੋਈ ਨਹੀਂ ਕਰਾਉਂਦਾ, ਉਹਨੂੰ ਮੂੰਹ ਕੋਈ ਨਹੀਂ ਲਾਉਂਦਾ, ਉਹਨੂੰ ਫਿਰ ਇੰਝ ਜਿਹੜਾ ਨਾ ਉਹ ਮਸ਼ਕੂਕ ਜਿਹੇ ਨਜ਼ਰਾਂ ਨਾਲ ਵੇਖਿਆ ਜਾਂਦਾ। ਧੀ ਦਾ ਤੇ ਜ਼ਮੀਨ ਦਾ ਪੈਸਾ ਵਟਿਆ ਹਮੇਸ਼ਾ ਭੈੜਾ ਹੁੰਦਾ, ਇਹ ਤਾਂ ਗੱਲ ਦੱਸਣ ਦੀ ਲੋੜ ਕੋਈ ਨਹੀਂ, ਮਤਲਬ ਜੇ ਧੀ ਵੇਚੋਗੇ ਜਾਂ ਜ਼ਮੀਨ ਵੇਚੋਗੇ ਨਾ ਤਾਂ ਜਿਹੜਾ ਪੈਸਾ ਹੈ ਨਾ ਉਹ ਕਦੀ ਵੀ ਬਹੁਤ ਜ਼ਿਆਦਾ ਫਾਇਦੇਮੰਦ ਨਹੀਂ ਸਾਬਤ ਹੁੰਦਾ। ਪੈਸਾ ਉਹੀ ਜਿਹੜਾ ਮਿਹਨਤ ਨਾਲ ਕਮਾਇਆ ਜਾਵੇ। ਧੀ ਧਾੜਾ ਪੁੱਤਰ ਪੀੜਾ ਰੰਨ ਦੁੱਖਾਂ ਦਾ ਘਰ, ਮਤਲਬ ਇਹ ਆ ਵੀ ਇਹ ਬੰਦਾ ਹੈ ਉਹਨੂੰ ਧੀ ਦੀ ਅਲੱਗ ਪਰੇਸ਼ਾਨੀ, ਪੁੱਤਰ ਦੀ ਅਲੱਗ ਪਰੇਸ਼ਾਨੀ ਤੇ ਬੁੱਢੀ ਦੀ ਅਲੱਗ ਪਰੇਸ਼ਾਨੀ ਹੈ। ਧੀ ਨੂੰ ਜਿਹੜਾ ਹੈ ਨਾ ਕੋਈ ਕੰਮ ਤਾਂ ਕਹਿਣ ਦੇ ਲਾਇਕ ਨਹੀਂ ਹੈਗੀ, ਔਰਤ ਕੋਲੋਂ ਵੀ ਦੁਖੀ ਹੈ ਤੇ ਪੁੱਤਰ ਕੋਲੋਂ ਵੀ ਕੋਈ ਚੰਗਾਈ ਦੀ ਉਮੀਦ ਨਹੀਂ ਹੈਗੀ, ਮਤਲਬ ਧੀ ਤੋਂ ਵੀ ਪਰੇਸ਼ਾਨੀ, ਪੁੱਤਰ ਤੋਂ ਵੀ ਪਰੇਸ਼ਾਨੀ ਤੇ ਰਣ ਦੁੱਖਾਂ ਦਾ ਘਰ। ਧੀਆਂ ਕੋਲੋਂ ਨਾ ਡਰੀਏ, ਧੀਆਂ ਦੇ ਲੇਖਾਂ ਕੋਲੋਂ ਡਰੀਏ, ਮਤਲਬ ਇਹ ਆ ਵੀ ਧੀ ਜਿਹੜੀ ਹੁੰਦੀ ਉਹ ਹਮੇਸ਼ਾ ਚੰਗੀ ਹੁੰਦੀ, ਉਹਦੇ ਲੇਖਾਂ ਤੋਂ ਡਰ ਲੱਗਦਾ, ਧੀ ਦੀ ਕਿਸਮਤ ਤੋਂ ਡਰ ਲੱਗਦਾ। ਬਾਕੀ ਧੀ ਵਰਗੀ ਲਾਦ ਦੁਨੀਆ 'ਤੇ ਕੋਈ ਨਹੀਂ ਹੈਗੀ, ਬਸ ਉਹਦੀ ਕਿਸਮਤ ਤੋਂ ਡਰ ਲੱਗਦਾ ਕੋਈ ਕੁੱਤੇ ਦਾ ਪੁੱਤ ਪੱਲੇ ਨਾ ਪੈ ਜਾਵੇ। ਦਾਤੇ ਦਾਤੇ ਮਰ ਗਏ ਤੇ ਰਹਿ ਗਏ ਮੱਖੀ ਚੂਸ, ਮਤਲਬ ਜਿਹੜੇ ਦਾਨੇ ਦਾਨੇ ਬੰਦੇ ਹੀ, ਜਿਹੜੇ ਬੰਦੇ ਦਿਆਲੂ ਸਨ, ਜਿਹੜੇ ਬੰਦੇ ਦਾਨ ਕਰਦੇ ਹਨ, ਜਿਹੜੇ ਬੰਦੇ ਦਿਲ ਦੇ ਖੁੱਲ੍ਹੇ ਸਨ, ਉਹ ਮਰ ਗਏ ਤੇ ਪਿੱਛੇ ਕੰਜੂਸ ਰਹਿ ਗਏ ਨੇ। ਦਾਤੇ ਦੀ ਬੇੜੀ ਪਹਾੜ ਚੜ੍ਹਦੀ ਹੈ, ਮਤਲਬ ਇਹ ਜਿਹੜਾ ਬੰਦਾ ਦਿਆਲੂ ਹੁੰਦਾ ਨਾ, ਜਿਹੜਾ ਬੰਦਾ ਦਾਨ ਕਰਨ ਵਾਲਾ ਹੁੰਦਾ, ਜਿਹੜਾ ਬੰਦਾ ਦੇਣ ਵਾਲਾ ਹੁੰਦਾ, ਉਹਦੀ ਬੇੜੀ, ਉਹਦੀ ਪਰੇਸ਼ਾਨੀ ਜਿਹੜੀ ਹੈ ਨਾ ਉਹ ਹਮੇਸ਼ਾ ਆਸਾਨ ਹੋ ਜਾਂਦੀ ਹੈ। ਖੈਰਾਤ ਤੇ ਦਾਨ ਕਰਨ ਵਾਲੇ ਦੀ ਹਰ ਮੁਸ਼ਕਿਲ ਆਸਾਨ ਹੋ ਜਾਂਦੀ ਹੈ। ਕਹਿੰਦੇ ਨੇ ਦਾਤੇ ਦੀ ਬੇੜੀ ਭਾਰ ਚੜ੍ਹਦੀ ਹੈ, ਵੀ ਦਾਤੇ ਤੋਂ ਜਿਹੜਾ ਬੰਦਾ ਦੇਣ ਵਾਲਾ ਹੁੰਦਾ ਨਾ ਉਹਦਾ ਕੋਈ ਵੀ ਮਸਲਾ ਹੱਲ ਆਪੇ ਹੀ ਹੋ ਜਾਂਦਾ, ਰੱਬ ਹੀ ਕਰ ਦਿੰਦਾ। ਦਾਦਾ ਜੀ ਦਾ ਫਾਤਿਹਾ ਹਲਵਾਈ ਦੀ ਦੁਕਾਨ 'ਤੇ, ਮਤਲਬ ਦੂਜਿਆਂ ਦੇ ਮਾਲ 'ਤੇ ਐਸ਼ ਕਰਨੀ, ਮਤਲਬ ਇਹ ਆ ਕਿ ਦਾਦੇ ਦਾ ਫਾਤਿਹਾ ਹੈ ਤੇ ਜਿਹੜਾ ਪੋਤਾ ਹੈ ਨਾ ਉਹ ਹਲਵਾਈ ਦੀ ਦੁਕਾਨ 'ਤੇ ਗਿਆ, ਦਾਦੇ ਦੇ ਪੈਸੇ ਲੈ ਕੇ, ਵੀ ਦਾਦਾ ਮਰ ਗਿਆ, ਪੈਸੇ ਛੱਡ ਕੇ ਪੋਤਾ ਹਲਵਾਈ ਦੀ ਦੁਕਾਨ 'ਤੇ ਗਿਆ। ਦੂਜਿਆਂ ਦੇ ਮਾਲ 'ਤੇ ਨਾ ਉਹ ਭਾਵੇਂ ਖੁਸ਼ ਹੋਣੀ ਜਾਂ ਨਾ ਹੋਣ, ਲੇਕਿਨ ਆਪ ਐਸ਼ ਕਰਨੀ। ਦਾਲ ਟਿੱਕੀ ਖਾ ਤੇ ਨੱਕ ਦੀ ਸੇਧ 'ਤੇ ਜਾ, ਇਹ ਉਦੋਂ ਆਖਿਆ ਜਾਂਦਾ ਹੈ ਵੀ ਬਈ ਆਪਣੇ ਕੰਮ ਨਾਲ ਕੰਮ ਰੱਖੋ, ਚੁੱਪ ਕਰਕੇ ਘਰ ਨਾਲ ਆਪਣੇ ਨਾ ਜਿਹੜਾ ਨਾ ਕੰਮ ਨਾਲ ਕੰਮ ਰੱਖੋ, ਘਰ ਰਹੋ, ਆਪਣੇ ਘਰ 'ਤੇ ਫੋਕਸ ਕਰੋ ਅਤੇ ਮਖਾ ਹੋਰ ਜਿਹੜੇ ਕੰਮਾਂ ਦੇ ਮਸਲਿਆਂ 'ਚ ਉਲਝਣ ਦੀ ਲੋੜ ਕੋਈ ਨਹੀਂ। ਸਾਦਗੀ ਅਤੇ ਸਿੱਧੇ ਰਸਤੇ 'ਤੇ ਚੱਲਣ ਵਾਲਾ ਪੱਕੀ ਕਰਨ ਲਈ ਇਹ ਆਖਾਣ ਵਰਤਿਆ ਜਾਂਦਾ ਹੈ ਬਈ ਸਿੱਧਾ ਕੰਮ ਕਰੋ, ਖਾਮਖਾ ਕਿਸੇ ਝੰਜਟਾਂ 'ਚ ਰਫੜਾਂ 'ਚ ਪੈਣ ਦੀ ਲੋੜ ਕੋਈ ਨਹੀਂ। ਦਾਲ ਮੋਰੀ ਦੀ ਲੈ ਤੁਲ ਪਿਲਾਦਾ ਮਤਲਬ ਸ਼ੈ ਸਸਤੀ ਹੋਣਾ ਅਤੇ ਉਹਦਾ ਮੁੱਲ ਜਿਹੜਾ ਹੈ ਨਾ ਉਹਨੂੰ ਤੁਲਨਾ ਇੰਝ ਜਿਵੇਂ ਸੋਨਾ ਤੋਲੀਦਾ, ਠੀਕ ਹੈ। ਜਦੋਂ ਕਿਸੇ ਘਟੀਆ ਚੀਜ਼ ਹੋਵੇ ਤਾਂ ਉਹਦਾ ਮੁੱਲ ਕਿਤੇ ਬਹੁਤ ਜ਼ਿਆਦਾ ਮੰਗ ਲਿਆ ਜਾਵੇ, ਉਦੋਂ ਆਖਿਆ ਜਾਂਦਾ ਦਾਲ ਮੋਰੀ ਦੀ ਲੈ ਤੇ ਤੁਲ ਪੱਲਾ ਦਾ। ਦੱਬ ਕੇ ਵਾਹ ਤੇ ਰੱਜ ਕੇ ਖਾ, ਮਤਲਬ ਇਹ ਆ ਜਦੋਂ ਤੁਸੀਂ ਪੈਲੀ ਨੂੰ ਚੰਗੇ ਤਰੀਕੇ ਨਾਲ ਉਹਦੀ ਖੇਤੀਬਾੜੀ ਕਰੋਗੇ, ਦੱਬ ਕੇ ਵਾਹੋਗੇ, ਜਦੋਂ ਤੁਸੀਂ ਪੈਲੀ ਨੂੰ ਚੰਗੀ ਤਰ੍ਹਾਂ ਫਰੋਲੋਗੇ, ਸੋਹਣੀ ਚੰਗੀ ਪੈਲੀ ਬਣਾਓਗੇ, ਟਰੈਕਟਰ ਚੰਗੇ ਤਰੀਕੇ ਨਾਲ ਵਾਹੋਗੇ ਨਾ, ਅਤੇ ਫਿਰ ਉਦੋਂ ਫਸਲ ਵੀ ਚੰਗੀ ਲੱਭੇਗੀ, ਰੱਜ ਕੇ ਖਾਓਗੇ ਤੁਸੀਂ।
ਦਰਦਮੰਦਾਂ ਨੂੰ ਦਰਦ ਸਲਾਮਤ। ਜਿਸ ਕਿਸਮ ਦਾ ਬੰਦਾ ਹੋਵੇ ਆਪਣੇ ਨਜ਼ਰੀਏ ਦਾ ਉਹ ਭਲਾ ਚਾਹੇਗਾ। ਮਤਲਬ ਜੇ ਇੱਕ ਬੰਦਾ ਦਰਦਮੰਦ ਹੈ ਨਾ ਤੇ ਉਹਨੂੰ ਦਰਦ 'ਚ ਹੀ ਸਲਾਮਤੀ ਨਜ਼ਰ ਆਏਗੀ, ਦੂਜਿਆਂ ਦੀ ਮਦਦ ਕਰਦੇ ਹੀ ਉਹਨੂੰ ਚੰਗਾ ਫੀਲ ਹੋਵੇਗਾ। ਦਿੱਤੇ ਬਾਝ ਨਾ ਉਤਰਦੇ ਉਧਾਰ ਭਰਾਏ। ਮਤਲਬ ਅਗਰ ਤੁਸੀਂ ਕਿਸੇ ਬੰਦੇ ਕੋਲ ਉਧਾਰ ਲਿਆ ਹੋਵੇ ਤੇ ਤੁਸੀਂ ਦਿਓ ਨਾ ਤੇ ਕਦੀ ਉਧਾਰ ਉਤਰ ਸਕਦਾ ਨਹੀਂ ਨਾ। ਉਧਾਰ ਜਿਹੜਾ ਲਿਆ ਤੁਸੀਂ ਹੌਲੀ ਹੌਲੀ ਦਿਓਗੇ ਤੇ ਫੇਰ ਹੀ ਕਿਸੇ ਦਿਨ ਉਧਾਰ ਲਏਗਾ ਨਾ। ਦਿੱਤੇ ਬਾਝ ਨਾ ਉਤਰਦੇ ਉਧਾਰ ਭਰਾਏ। ਦੁਖੀਆ ਦਰਦ ਘਨੀ ਵੇਦੋਂ ਜਾਣੀ ਤੂੰ ਧਨੀ। ਮਤਲਬ ਇਹ ਦੁਖੀ ਲੋਕ ਆਪਣੇ ਦਰਦ ਸੁਣਾਉਣ ਲੱਗੇ ਨਾ, ਦੱਸਣ ਲੱਗਿਆ ਇਹ ਲੋਕ ਆਖਦੇ ਨੇ ਦੁਖੀਆ ਦਰਦ ਘਨੀ ਵੇਦੋਂ ਜਾਣੀ ਤੂੰ ਧਨੀ। ਦਿਲ ਦਾ ਮਾਲਕ ਅੱਲਾ। ਮਤਲਬ ਇਹ ਆ ਵੀ ਦਿਲ ਦੇ ਜਿਹੜੇ ਭੇਦ ਉਹ ਰੱਬ ਹੀ ਜਾਣਦਾ ਹੈ, ਠੀਕ ਹੈ। ਦਿਲ ਦਾ ਮਾਲਕ ਅੱਲਾ ਉਦੋਂ ਆਖਿਆ ਜਾਂਦਾ ਜਦੋਂ ਕੋਈ ਗੱਲ ਦਿਲ 'ਚ ਹੋਵੇ ਤੇ ਉਹ ਰੱਖਣੀ ਹੋਵੇ, ਉਦੋਂ ਆਖਿਆ ਜਾਂਦਾ ਦਿਲ ਦਾ ਮਾਲਕ ਅੱਲਾ। ਦਮੜੀ ਨਾ ਜਾਵੇ ਚਮੜੀ ਜਾਵੇ। ਮਤਲਬ ਪੈਸਾ ਇੱਕ ਨਾ ਜਾਵੇ ਭਾਵੇਂ ਬੰਦੇ ਦੀ ਖੱਲ ਲੈ ਜਾਵੇ। ਬਹੁਤੇ ਕੰਜੂਸ ਬੰਦੇ ਨੂੰ ਆਖਿਆ ਜਾਂਦਾ ਹੈ ਕਿ ਬਈ ਉਹ ਜਿਹੜਾ ਬਹੁਤਾ ਕੰਜੂਸ ਬੰਦਾ ਹੁੰਦਾ ਨਾ ਉਹ ਪੈਸਾ ਇੱਕ ਨਹੀਂ ਦਿੰਦਾ ਭਾਵੇਂ ਉਹਦੀ ਖੱਲ ਲਾ ਦਿਓ। ਪੁਲਿਸ ਬੰਦਾ ਫੜ ਲਵੇ ਨਾ ਤੇ ਉਹ ਕਹਿੰਦੇ ਨੇ ਭਾਈ ਇਹਨੂੰ ਭਾਵੇਂ ਮਾਰ ਦਿਓ, ਅਸੀਂ ਪੈਸਾ ਇੱਕ ਨਹੀਂ ਦੇਣਾ। ਬਾਅਦ ਗੱਲ ਸਮ ਟਾਈਮ ਇਹੋ ਜਿਹੀ ਸਿਨਾਰੀ ਵੀ ਬਣਦਾ। ਦਿਨ ਦੀ ਧੁੱਪ ਰਾਤ ਦੀ ਭੁੱਖ ਜੰਗ ਦਾ ਕਹਿਣਾ। ਜਦੋਂ ਕਿਸੇ ਬੰਦੇ ਦੀ ਜ਼ਿੰਦਗੀ 'ਚ ਮੁਸ਼ਕਿਲਾਤ ਚੱਲਦੀਆਂ ਹੋਣ ਨਾ ਉਦੋਂ ਆਖਿਆ ਜਾਂਦਾ ਵੀ ਉਹਦੀ ਦਿਨ ਨੂੰ ਉਹਨੂੰ ਧੁੱਪ ਵੀ ਬਰਦਾਸ਼ਤ ਕਰਨੀ ਪੈਂਦੀ ਅਤੇ ਰਾਤਾਂ ਨੂੰ ਭੁੱਖ ਵੀ ਬਰਦਾਸ਼ਤ ਕਰਨੀ ਪੈਂਦੀ। ਇਹ ਆਮ ਜ਼ਿੰਦਗੀ 'ਚ ਜਿਹੜੇ ਲੋਕ ਦੁਸ਼ਮਣੀਆਂ ਦਾਰੇ ਹੁੰਦੇ ਨੇ ਨਾ ਉਹਨਾਂ ਦੇ ਵਾਸਤੇ ਆ ਵੀ ਲਿਖਿਆ ਜਾਂਦਾ ਕਿ ਬਾਅਦ ਦਿਨਾਂ 'ਚ ਦਿਨ ਕਮਾਦਾਂ 'ਚ ਕੱਟਦੇ ਆ, ਦਿਨਾਂ ਦੇ ਵਿੱਚ ਉਹ ਠੰਡਾਂ 'ਚ ਬਾਹਰ ਕੱਟਦੇ ਆ ਅਤੇ ਰਾਤਾਂ ਨੂੰ ਉਹਨਾਂ ਨੂੰ ਭੁੱਖਿਆ ਸੌਣਾ ਪੈਂਦਾ, ਘਰਾਂ ਦੇ ਵਿੱਚ ਨਹੀਂ ਬਾਹਰਾਂ 'ਚ ਰਹਿਣਾ ਪੈਂਦਾ। ਉਦੋਂ ਆਖਿਆ ਜਾਂਦਾ ਹੈ ਜੰਗ ਵਿੱਚ ਮੁਸ਼ਕਿਲਾਂ ਹੁੰਦੀਆਂ ਜਿਹੜੀਆਂ ਨਾ ਜ਼ਿੰਦਗੀ ਦੇ ਵਿੱਚ ਮਕਾਲਾਂ ਜਿਹੜੀਆਂ ਮੁਸੀਬਤਾਂ ਹੁੰਦੀਆਂ ਉਹਨਾਂ ਦੇ ਬਾਰੇ ਮਤਲਬ ਦਿਨ ਦੀ ਭੁੱਖ ਅਤੇ ਰਾਤ ਦੀ ਭੁੱਖ ਜੰਗ ਦਾ ਕਹਿਣਾ। ਜ਼ਿੰਦਗੀ 'ਚ ਕੋਈ ਵੀ ਚੀਜ਼ ਜਿਹੜੀ ਮੈਸੀ ਨਾ ਉਹਦਾ ਗਹਿਣਾ ਜਿਹੜਾ ਆ ਦੋ ਚੀਜ਼ਾਂ ਨੇ। 2 ਤੇ 2 4 ਰੋਟੀਆਂ। ਲੋੜ ਦੇ ਵੇਲੇ ਹਰ ਬੰਦੇ ਨੂੰ ਆਪਣੀ ਲੋੜ ਹੀ ਯਾਦ ਰਹਿੰਦੀ ਹੈ। ਜਿਹੜਾ ਬੰਦੇ ਭੁੱਖੇ ਨੂੰ ਕਿਸੇ ਨੇ ਪੁੱਛਿਆ ਸੀ 2 ਤੇ 2 ਕਿੰਨੇ ਹੁੰਦੀਆਂ ਅਤੇ ਉਹਨੇ ਕਿਹਾ ਸੀ 4 ਰੋਟੀਆਂ। ਇਹਦਾ ਮਤਲਬ ਇਹ ਆ ਵੀ ਜਿਹੜੇ ਬੰਦੇ ਦੇ ਜ਼ਿਹਨ 'ਚ ਜਿਹੜੀ ਗੱਲ ਹੋਵੇ ਨਾ ਹਮੇਸ਼ਾ ਉਹਦਾ ਅੱਗੋਂ ਫਿਰ ਜਵਾਬ ਉਹੀ ਹੁੰਦਾ। ਦੂਰ ਗਏ ਦੀ ਆਸ। ਮਤਲਬ ਬੰਦਾ ਗਿਆ ਹੋਵੇ ਨਾ ਅਤੇ ਉਹਦੇ ਆਉਣ ਦੀ ਆਸ ਲੱਗੀ ਰਹਿੰਦੀ ਹੈ। ਮਰ ਗਏ ਦੀ ਕੋਈ ਆਸ ਨਹੀਂ ਹੁੰਦੀ, ਦੂਰ ਗਏ ਦੀ ਆਸ ਹੁੰਦੀ ਹੈ। ਦੋਹੀ ਜਹਾਨੀ ਹੁਕਮ ਸਾਥੀ। ਮਤਲਬ ਜਿਹੜਾ ਬੰਦਾ ਹੁਕਮ ਮੰਨਦਾ ਹੈ ਨਾ ਉਹ ਦੋਵੇਂ ਜਹਾਨੀ ਚੰਗਾ ਰਹਿ ਜਾਂਦਾ। ਮਤਲਬ ਇੱਕ ਬੰਦਾ ਜਿਹੜਾ ਅੱਲਾ ਦਾ ਹੁਕਮ ਮੰਨ ਕੇ ਨਮਾਜ਼ ਪੜ੍ਹਦਾ, ਅੱਲਾ ਦਾ ਹੁਕਮ ਕਰਕੇ ਮੰਨ ਕੇ ਲੋਕਾਂ ਦਾ ਭਲਾਈ ਕਰਦਾ, ਉਹ ਬੰਦਾ ਦੋਵਾਂ ਜਹਾਨਾਂ 'ਚ ਚੰਗਾ ਰਹਿ ਜਾਂਦਾ। ਉਹਦੇ ਨਾਲ ਇੱਥੇ ਵੀ ਭਲਾਈ ਹੁੰਦੀ, ਅਗਲੇ ਜਹਾਨੀ ਵੀ ਭਲਾਈ ਹੁੰਦੀ। ਦਇਆ ਬਰਾਬਰ ਧਰਮ ਨਹੀਂ। ਯਾਰ ਇਹ ਗੱਲ 'ਤੇ ਮੈਂ ਬਹੁਤ ਵੱਡਾ ਕਾਇਲ ਹਾਂ। ਮਤਲਬ ਇਹ ਆ ਬਈ ਰਹਿਮ ਕਰਨ ਸਭ ਤੋਂ ਵੱਡਾ ਮਜ਼ਹਬ ਹੈ। ਬਈ ਤੁਸੀਂ ਕੁਛ ਕਰੋ ਨਾ ਕਰੋ, ਹੋਰ ਚੰਗਾਈ ਕਰੋ ਨਾ ਕਰੋ, ਅੱਲਾ ਦੀ ਮਖਲੂਕ 'ਤੇ ਰਹਿਮ ਕਰੋ। ਤੁਸੀਂ ਅੱਲਾ ਨੂੰ ਨਹੀਂ ਵੇਖਿਆ, ਅੱਲਾ ਦੀ ਮਖਲੂਕ ਨੂੰ ਵੇਖਿਆ। ਸੋ ਅੱਲਾ ਦੀ ਮਖਲੂਕ ਨਾਲ ਅੱਛਾਈ ਕਰੋ, ਠੀਕ ਹੈ, ਅਤੇ ਉਹਦੇ ਨਾਲ ਅੱਛਾਈ ਕਰਿਆ ਤੁਹਾਨੂੰ ਦਿਲੋਂ ਸਕੂਨ ਵੀ ਮਿਲੇਗਾ। ਸੋ ਦਇਆ ਬਰਾਬਰ ਰਹਿਮ ਜਿਹੜਾ ਨਾ ਉਹ ਦੁਨੀਆ ਦਾ ਸਭ ਤੋਂ ਵੱਡਾ ਧਰਮ ਹੈ। ਇਸ ਗੱਲ ਦਾ ਮੈਂ ਵੀ ਸਭ ਤੋਂ ਵੱਡਾ ਮੰਨੂ ਹਾਂ। ਧਰਿਆ ਭਲੇ ਪਰ ਭੁੱਖਿਆ ਨਾ ਭਲੇ। ਮਤਲਬ ਕਿਸੇ ਮਾਮਲੇ ਦੀ ਲਿਖਤ ਪੜ੍ਹਤ ਕਰਨ ਨੂੰ ਦੀ ਪੱਕੀ ਕਰਨਾ ਵੀ ਜਿਹੜਾ ਵੀ ਕੰਮ ਕਰੋ ਨਾ ਉਹਦੀ ਲਿਖਤ ਪੜ੍ਹਤ ਕਰ ਲਓ। ਧਰਿਆ ਭਲੇ ਪਰ ਭੁੱਖਿਆ ਨਾ ਭਲੇ। ਧਨ ਦਈਏ ਜੀ ਰੱਖੀਏ। ਮਤਲਬ ਧਨ ਪੈਸੇ ਨੂੰ ਕਹਿੰਦੇ ਨਾ ਪੈਸਾ ਦੇਣ ਦਾ ਨਾ ਬੰਦੇ ਦੇ ਅੰਦਰ ਜਿਗਰਾ ਹੋਣਾ ਚਾਹੀਦਾ ਹੈ, ਕਿਉਂਕਿ ਇਹ ਕਰਕੇ ਹੀ ਬੰਦੇ ਨੂੰ ਸੁੱਖ ਹਾਸਲ ਹੁੰਦਾ ਹੈ। ਧਨ ਨੂੰ ਦੇ ਦੇਣਾ ਚਾਹੀਦਾ ਜਦੋਂ ਵੀ ਦੀ ਲੋੜ ਪਏ ਉਹਨੂੰ ਸਮੇਟ ਕੇ ਰੱਖੋਗੇ ਅਤੇ ਜ਼ਿਹਨੀ ਸਕੂਨ ਨਹੀਂ ਰਹਿਣਾ ਬੰਦੇ ਕਦੀ। ਵੱਟੇ ਸੱਟੇ ਦੀ ਕਰਮਾਈ ਗੰਜੀ ਗਈ ਅਤੇ ਕਾਣੀ ਆਈ। ਮਤਲਬ ਵੀ ਜਿਹੜਾ ਨਾ ਉਹ ਆਮ ਤੌਰ 'ਤੇ ਪੁਰਾਣੇ ਦੌਰਾਂ ਦੇ ਵਿੱਚ ਵੱਟਾ ਸੱਟਾ ਜਦੋਂ ਵਿਆਹ ਕਰਦੇ ਸੀ ਨਾ ਇੱਕ ਰਿਸ਼ਤਾ ਲੈ ਲੈਂਦੇ ਸੀ, ਇੱਕ ਦੇ ਦਿੰਦੇ ਸੀ। ਉਹਦੇ ਬਾਰੇ ਆਖਿਆ ਜਾਂਦਾ ਹੈ ਕਿ ਬਈ ਇੱਕ ਸਾਡੇ ਨੁਕਸ ਦੀ ਕੁੜੀ ਚਲੀ ਗਈ ਸਾਡੀ ਧੀ ਅਤੇ ਦੂਜੀ ਨੁਕਸ ਵਾਲੀ ਕੁੜੀ ਸਾਡੇ ਘਰ ਆ ਗਈ। ਵੱਟਾ ਸੱਟਾ ਕਰਕੇ ਅਸੀਂ ਬਹੁਤ ਪਛਤਾ ਰਹੇ ਹਾਂ। ਆਮ ਤੌਰ 'ਤੇ ਵੱਟਾ ਸੱਟਾ ਪੰਜਾਬ 'ਚ ਨਹੀਂ ਕਰਨਾ ਚਾਹੀਦਾ। ਤੁਹਾਨੂੰ ਪਤਾ ਕਿੱਡਾ ਗੰਦਾ ਕਲਚਰ ਹੈ ਸਾਡਾ। ਦਾਨਾ ਦੁਸ਼ਮਣ ਮੂਰਖ ਸੱਜਣ ਨਾਲੋਂ ਚੰਗਾ ਹੁੰਦਾ। ਮਤਲਬ ਜਿਹੜਾ ਅਕਲਮੰਦ ਦੁਸ਼ਮਣ ਹੈ ਨਾ ਉਹ ਬੇਅਕਲੇ ਸੱਜਣ ਨਾਲੋਂ ਚੰਗਾ ਹੁੰਦਾ, ਠੀਕ ਹੈ। ਅਤੇ ਇਸ ਲਈ ਦਾਨਿਆਂ ਦੀ ਸੋਬਤ 'ਚ ਰਹਿਣਾ ਚਾਹੀਦਾ ਬੰਦੇ ਨੂੰ, ਸਿਆਣਿਆਂ ਬੰਦਿਆਂ ਦੀ ਸੋਬਤ 'ਚ ਰਹਿਣਾ ਚਾਹੀਦਾ। ਦਰਿਆ ਦਾ ਹਮਸਾਇਆ ਨਾ ਭੁੱਖਾ ਨਾ ਧਰਾਇਆ। ਮਤਲਬ ਦਰਿਆ ਦੇ ਕੰਢੇ 'ਤੇ ਜਿਹੜੀ ਜ਼ਮੀਨ ਹੈ ਨਾ ਉਹ ਜ਼ਰਖੇਜ਼ ਹੁੰਦੀ ਹੈ। ਦਰਿਆ ਦੇ ਉੱਤੇ ਜਿਹੜੇ ਲੋਕ ਵੱਸਦੇ ਸੀ ਨਾ ਪੁਰਾਣੇ ਦੌਰਾਂ ਦੇ ਵਿੱਚ ਉਹ ਲੋਕਾਂ ਨੂੰ ਪਾਣੀ ਵੀ ਚੰਗਾ ਮਿਲਦਾ ਸੀ, ਵਾਫਰ ਮਿਕਦਾਰ 'ਚ ਮਿਲਦਾ ਸੀ ਅਤੇ ਖੇਤੀਬਾੜੀ ਵੀ ਚੰਗੀ ਹੁੰਦੀ ਸੀ। ਅਤੇ ਦਰਿਆ ਦਾ ਹਮਸਾਇਆ ਨਾ ਭੁੱਖਾ ਨਾ ਧਰਾਇਆ। ਜਿਹੜਾ ਬੰਦਾ ਦਰਿਆ ਦੇ ਵੱਸੋਂ ਲੋਕ ਪੁਰਾਣੇ ਦੌਰਾਂ 'ਚ ਲੋਕ ਦਰਿਆਵਾਂ 'ਤੇ ਵਸੂ ਕਰਦੇ ਹਨ ਅਤੇ ਜਿਹੜੇ ਲੋਕ ਦਰਿਆਵਾਂ 'ਤੇ ਨਹੀਂ ਵਸੂ ਕਰਦੇ ਉਹਨਾਂ ਨੂੰ ਪਾਣੀ ਵੀ ਨਹੀਂ ਲੱਭਦਾ, ਪਾਣੀ ਦੂਰੋਂ ਦੂਰੋਂ ਲਿਆਉਂਦੇ ਹਨ। ਅਤੇ ਇਸ ਲਈ ਇਹ ਆਖਿਆ ਜਾਂਦਾ ਵੀ ਪਾਣੀ ਦੇ ਲਾਗੇ ਵਸਣਾ ਚਾਹੀਦਾ। ਉਸ ਬਾਰੇ ਆ ਦੁਸ਼ਮਣ ਗੱਲ ਕਰੇ ਅਨਹੋਣੀ, ਯਾਨੀ ਦੁਸ਼ਮਣ ਦੀਆਂ ਬੇਮੈਨੀ ਗੱਲਾਂ ਦੇ ਬਾਰੇ ਆਖਿਆ ਜਾਂਦਾ ਵੀ ਦੁਸ਼ਮਣ ਦੀ ਤੁਹਾਨੂੰ ਸਮਝ ਨਾ ਆਉਂਦੀ ਹੋਵੇ ਉਦੋਂ ਦੁਸ਼ਮਣ ਗੱਲ ਕਰੇ ਅਨਹੋਣੀ ਮੁਜਬ ਇਹ ਸਭੇ ਇਲਜ਼ਾਮ ਝੂਠੇ ਨੇ। ਮਤਲਬ ਇਹ ਆ ਵੀ ਜਿਹੜਾ ਦੁਸ਼ਮਣ ਹੈ ਨਾ ਉਹ ਤੁਹਾਡੇ ਬਾਰੇ ਉਹ ਗੱਲ ਕਰੇਗਾ ਜਿਹੜੀ ਕਦੀ ਹੋਈ ਨਹੀਂ, ਠੀਕ ਹੈ। ਮਤਲਬ ਕੋਈ ਹੋਰ ਬੰਦਾ ਨੂੰ ਕਹੇਗਾ ਬਈ ਇਹ ਫਲਾਣਾ ਬੰਦਾ ਝੂਠ ਬੋਲ ਸਕਦਾ ਵਗੈਰਾ ਵਗੈਰਾ, ਅਤੇ ਦੁਸ਼ਮਣ ਜਦੋਂ ਇਲਜ਼ਾਮ ਦੇਗਾ ਉਹ ਕਹੇਗਾ ਬਈ ਇਹਨੇ ਤਾਂ 50 ਬੰਦੇ ਮਾਰੇ ਨੇ। ਉਹ ਅਨਹੋਣੀ ਜੀ ਗੱਲ ਕਰ ਦੇਗਾ ਤੁਹਾਡੇ ਕਿਰਦਾਰ ਦੇ ਬਾਰੇ। ਦੁਸ਼ਮਣ ਗੱਲ ਕਰੇ ਅਨਹੋਣੀ। ਦੂਰ ਦੇ ਢੋਲ ਸੁਹਾਣੇ। ਮਤਲਬ ਇਹ ਦੂਰ ਦੀਆਂ ਜਿਹੜੀਆਂ ਚੀਜ਼ਾਂ ਹੁੰਦੀਆਂ ਉਹ ਸੋਹਣੀਆਂ ਲੱਗਦੀਆਂ ਨੇ। ਚੰਨ ਅਸਮਾਨ 'ਤੇ ਕਿੱਡਾ ਸੋਹਣਾ ਲੱਗਦਾ, ਜ਼ਮੀਨ 'ਤੇ ਆ ਗਿਆ ਅਤੇ ਕੱਛੇ ਸ਼ਕਲ ਨੂੰ ਡਿਸਟਰਬ ਕਰ ਦੇਗਾ, ਦੁਨੀਆ ਤਬਾਹ ਹੋ ਜਾਏਗੀ। ਤੁਹਾਨੂੰ ਪਤਾ ਹੋਣਾ ਚਾਹੀਦਾ, ਠੀਕ ਹੈ। ਜਿਹੜੇ ਲੋਕ ਦੂਰ ਦੂਰ ਵਸਦੇ ਨੂੰ ਬਹੁਤ ਚੰਗੇ ਲੱਗਦੇ, ਲਾਗੇ ਆ ਜਾਣ
ਕੁੜੀ ਮੁੰਡਾ ਫੋਨ ਤੇ ਗੱਲਾਂ ਕਰਦੇ ਰਹਿੰਦੇ ਬਹੁਤ ਚੰਗੇ ਲੱਗਦੇ ਨੇ, ਸ਼ਾਦੀ ਹੋ ਜਾਵੇ ਫਿਰ ਇੰਜ ਲੱਗਦਾ ਜਿਵੇਂ ਇੱਕ ਦੂਜੇ ਦੇ ਵੱਡੇ ਦੁਸ਼ਮਣ ਨੇ। ਦੀਵਾਰਾਂ ਨੂੰ ਵੀ ਕੰਨ ਹੁੰਦੇ ਨੇ ਤੇ ਮੁਰਾਦ ਇਹ ਆ ਵੀ ਕੰਧਾਂ ਨੂੰ ਵੀ ਕੰਨ ਹੁੰਦੇ ਨੇ। ਆਮ ਤੌਰ ਤੇ ਕੰਧਾਂ ਵੀ ਸੁਣ ਲੈਂਦੀਆਂ ਨੇ, ਕੰਧਾਂ ਦੇ ਪਰਲੇ ਪਾਸੇ ਲੋਕ ਖਲੋਤੇ ਹੁੰਦੇ ਨੇ। ਆਮ ਤੌਰ ਤੇ ਬੰਦੇ ਅੰਦਰ ਵੜ ਕੇ ਗੱਲ ਕਰਦੇ ਨੇ, ਇੱਕ ਦੂਜੇ ਪਾਸੇ ਕੋਈ ਬੁੱਢੀ ਬੰਦਾ ਬੱਚਾ ਗੱਲ ਸੁਣ ਲੈਂਦਾ, ਉਦੋਂ ਆਖਿਆ ਜਾਂਦਾ ਧਨ ਪਾਉਣਾ ਜਿਸ ਪੂਨਾ ਖਵਾਇਆ। ਮਤਲਬ ਇਹ ਆ ਵੀ ਬੰਦਾ ਛੋਟਾ ਜਿਹਾ ਹੋਣਾ, ਪਾਉਣਾ ਕੋ ਹੋਣਾ ਬਿਲਕੁਲ ਅੱਧੇ ਤੋਂ ਵੀ ਘੱਟ ਹੋਣਾ, ਤੇ ਆਪਣੇ ਆਪ ਨੂੰ ਪੂਨਾ ਖਵਾਉਣਾ, ਆਪਣੇ ਆਪ ਨੂੰ ਕੋਈ ਬੜਾ ਤੀਸ ਮਾਰ ਖਾਂ ਖਵਾਉਣਾ, ਮਾਮੂਲੀ ਕੰਮ ਕਰਕੇ ਆਪਣੇ ਆਪ ਨੂੰ ਕੋਈ ਬਹੁਤ ਵੱਡਾ ਫੰਨੇ ਖਾਂ ਬਣਾ ਜਿਹੜਾ ਜ਼ਾਹਰ ਕਰਨਾ। ਦੋਸਤੋ ਇਹ ਬਹੁਤ ਇੰਪੋਰਟੈਂਟ ਹੈ ਜੀ ਅਖਾਣ ਪੰਜਾਬੀ, ਦੁੱਖ ਉਤਰਿਆ ਰੱਬ ਵਿਸਰਿਆ। ਇਹ ਗੱਲ ਯਾਦ ਰੱਖਣਾ, ਬੰਦਾ ਐਸ਼ੋ ਇਸ਼ਰ ਦੀ ਜ਼ਿੰਦਗੀ ਗੁਜ਼ਾਰਦਾ ਤੇ ਰੱਬ ਤੋਂ ਦੂਰ ਹੋ ਜਾਂਦਾ। ਜਿਵੇਂ ਹੀ ਉਹਦੇ ਕੋਲ ਦੁੱਖ ਆਉਂਦਾ ਉਹ ਰੱਬ ਦੇ ਨੇੜੇ ਹੋ ਜਾਂਦਾ, ਠੀਕ ਹੈ। ਐਸ਼ੋ ਇਸ਼ਰ 'ਚ ਰੱਬ ਭੁੱਲ ਜਾਂਦਾ, ਤੇ ਜਦੋਂ ਦੁੱਖ ਆਉਂਦਾ ਬੰਦੇ ਨੂੰ ਰੱਬ ਚੇਤੇ ਆ ਜਾਂਦਾ। ਦੰਬੜੀ ਦੀ ਹਾਂਡੀ ਵੀ ਲਓ ਨਾ ਤੇ ਉਹ ਵੀ ਠੋਕ ਵਜਾ ਕੇ ਲਓ। ਮਤਲਬ ਇਹ ਦੰਬੜੀ ਕਹਿੰਦੇ ਨੇ ਸਭ ਤੋਂ ਛੋਟੇ ਆਨੇ ਤੋਂ ਵੀ ਛੋਟੇ ਨੂੰ ਕਹਿੰਦੇ ਨੇ ਦੰਬੜੀ, ਠੀਕ ਹੈ। ਪੁਰਾਣੇ ਦੌਰਾਂ ਦੇ ਵਿੱਚ ਪੈਸੇ ਦੀ ਹੁੰਦੇ ਸੀ ਨਾ, ਪੈਸਾ ਉਹਨੂੰ ਦੰਬੜੀ ਕਹਿੰਦੇ ਸੀ। ਆਂਦੇ ਸੀ ਉਹਦੀ ਵੀ ਕੋਈ ਸ਼ਾਇਦ ਲਓ ਨਾ, ਠੋਕ ਵਜਾ ਕੇ ਲਓ ਚੰਗੀ ਤਰ੍ਹਾਂ, ਠੋਕ ਉਹਨੂੰ ਚੈੱਕ ਕਰੋ ਵੀ ਹਾਂਡੀ ਠੀਕ ਹੈ ਨਹੀਂ। ਹਮੇਸ਼ਾ ਚੀਜ਼ ਦੇਖਭਾਲ ਕੇ ਚੈੱਕ ਕਰੋ, ਖਾਸ ਕਰਕੇ ਜੇ ਤੁਸੀਂ ਪਾਕਿਸਤਾਨ ਇੰਡੀਆ 'ਚ ਰਹਿੰਦੇ ਹੋ। ਹਰ ਚੀਜ਼ 'ਚ ਫਰਾਡ ਇੱਥੇ। ਡੁੱਲੇ ਬੇੜਾਂ ਦਾ ਕੁਝ ਨਹੀਂ ਵਿਗੜਿਆ। ਦੋਸਤੋ ਤੁਹਾਨੂੰ ਪਤਾ ਨਾ, ਬੇਰ ਜਿਹੜੇ ਹੁੰਦੇ ਨੇ ਨਾ, ਉਹ ਪੈ ਜ਼ਮੀਨ 'ਤੇ ਡੁੱਲ ਵੀ ਜਾਣ ਨਾ ਤੇ ਉਹ ਬੰਦਾ ਚੁਗ ਲੈਂਦਾ। ਪਾਣੀ ਡੁੱਲ ਜਾਵੇ, ਦੁੱਧ ਡੁੱਲ ਜਾਵੇ, ਉਹ ਵਾਪਸ ਨਹੀਂ ਇਕੱਠਿਆ ਕੀਤਾ ਜਾ ਸਕਦਾ। ਡੁੱਲੇ ਬੇਰਾਂ ਦਾ ਕੁਝ ਨਹੀਂ ਵਿਗੜਿਆ। ਤਾਂ ਮੁਰਾਦ ਇਹ ਆ ਕਿ ਕੋਈ ਐਸਾ ਕੰਮ ਵਿਗੜ ਜਾਣਾ ਜਿਹੜਾ ਠੀਕ ਹੋ ਸਕਣ ਦੀ ਕੋਈ ਚਾਂਸਸ ਹੋਣ। ਡੋਡੇ ਲਿਸ਼ਕੇ ਯਾਰ ਖਿਸਕੇ। ਮਤਲਬ ਹੀ ਬੰਦਾ ਜਿਹੜਾ ਹੈ ਨਾ, ਉਹ ਜਦੋਂ ਕੰਮ ਕਾਜ ਦਾ ਵੇਲਾ ਆਉਂਦਾ ਹੈ ਤੇ ਉਹ ਉਸ ਟਾਈਮ ਛੱਡ ਜਾਂਦਾ। ਮਤਲਬ ਡੋਡੇ ਲਿਸ਼ਕਣਾ, ਇਹਦੇ ਤੋਂ ਮੁਰਾਦ ਇਹ ਆ ਵੀ ਪੁਰਾਣੇ ਡੋਡਾ ਹੁੰਦਾ ਨਾ, ਲੱਗਦੇ ਨੇ ਛੋਟੇ ਛੋਟੇ ਜਿਹੇ ਹੁੰਦੇ ਨੇ, ਉਹਦੇ 'ਚ ਫੀਮ ਜੀ ਬਣਦੀ ਹੈ, ਤੇ ਉਹ ਜਦੋਂ ਲਿਸ਼ਕੇ ਨਾ, ਉਹਨਾਂ ਦੀ ਹੁਣ ਪੈਸਿਆਂ ਦੀ ਲੋੜ ਪਈ, ਤੇ ਜਦੋਂ ਪੈਸਿਆਂ ਦੀ ਲੋੜ ਪਈ ਤਾਂ ਯਾਰ ਖਿਸਕ ਗਏ ਸੱਜਣ ਵੇਲੀ। ਜਦੋਂ ਲੋੜ ਹੁੰਦੀ ਛੱਡ ਜਾਂਦੇ ਨੇ ਆਮ ਤੌਰ ਤੇ। 2.5 ਟੋਟਰ ਦੇ ਤੇ ਫੱਤੂ ਬਾਗਬਾਨ। ਮਤਲਬ ਇਹ ਆ ਵੀ ਥੋੜਾ ਜਿਹਾ ਉਹਦੇ ਕੋਲ ਸਮਾਨ ਹੈ, 2.5 ਉਹਦੇ ਕੋਲ ਟੋਟਰਦੇ ਨੇ, ਤੇ ਉਹ ਬਈ ਵੇਖੋ ਜੀ ਵੱਡਾ ਬਾਗਬਾਨ ਬਣੀ ਖਲੋਤਾ। ਥੋੜੀ ਜਿਹੀ ਚੀਜ਼ ਉੱਤੇ ਬਹੁਤਾ ਮਾਣ ਕਰ ਲੈਣਾ, ਨਿੱਕੀ ਗੱਲ ਤੇ ਵੀ ਆਪਣੀ ਵਡਿਆਈ ਕਰਦੇ ਰਹਿਣਾ। ਮਤਲਬ ਇੱਕ ਬੰਦੇ ਕੋਲ 2.5 ਰੁਪਈਏ ਹੋਵੇ ਤਾਂ ਬੰਦਾ ਆਖੇ ਵੀ ਮੈਂ ਬਹੁਤ ਅਮੀਰ ਬੰਦਾ। ਡਾਵਾਂਡੋਲ ਦੀ ਮਿੱਟੀ ਖਰਾਬ। ਮਤਲਬ ਡਾਵਾਂਡੋਲ ਤੋਂ ਮੁਰਾਦ ਹੈ ਉਹ ਬੰਦਾ ਜਿਹਦਾ ਯਕੀਨ ਪੁਖਤਾ ਨਾ ਹੋਵੇ। ਯਕੀਨ ਪੁਖਤਾ ਜਿਸ ਬੰਦੇ ਦਾ ਨਹੀਂ ਹੁੰਦਾ, ਉਹਦਾ ਨਸੀਬ ਹਮੇਸ਼ਾ, ਬੰਦਾ ਖਰਾਬ ਹੁੰਦਾ ਉਹਦਾ ਨਸੀਬ ਖਰਾਬ ਹੀ ਰਹਿੰਦਾ। ਇਸ ਲਈ ਯਕੀਨ ਕਾਮਲ ਨਾਲ ਕੋਈ ਵੀ ਕੰਮ ਕਰਨਾ ਚਾਹੀਦਾ, ਪੂਰਾ ਕੌਨਫੀਡੈਂਸ ਨਾਲ ਕੰਮ ਕਰਨਾ ਚਾਹੀਦਾ। ਆਪ ਹੀ ਬੀਜ ਆਪ ਹੀ ਗਾਹੂ। ਬੀਜ ਬੋਨਾ, ਗਾਣਾ ਮਤਲਬ ਉਹਦੀ ਕਟਾਈ ਕਰਨਾ। ਮਤਲਬ ਜੋ ਕੋਈ ਬੰਦਾ ਬੀਜੇਗਾ ਉਹ ਕੁਛ ਹੀ ਵੱਢੇਗਾ। ਬੰਦੇ ਦੇ ਕੀਤੇ ਹੋਏ ਨਾ ਉਹਦੇ ਅੱਗੇ ਆਉਂਦੇ ਹੀ ਆਉਂਦੇ ਨੇ। ਕਹਿੰਦੇ ਨਾ, ਜੋ ਕੁਛ ਬੰਦਾ ਬੀਜੇਗਾ ਉਹੀ ਵੱਢੇਗਾ, ਇਹ ਉਹੀ ਹੈ। ਕੁਝ ਲੋਕਾਂ ਨੂੰ ਇਸ ਦੁਨੀਆ ਵਿੱਚ ਹੀ ਕਰਮਾਂ ਦਾ ਫਲ ਮਿਲ ਜਾਂਦਾ ਹੈ। ਉਹ ਆਪ ਹੀ ਬੀਜਦੇ ਤੇ ਆਪੇ ਹੀ ਗਾਂਦੇ, ਆਪੇ ਹੀ ਵੱਢਦੇ ਨੇ। ਆਪ ਪਿੰਨੇ ਤੇ ਘੋੜਾ ਖਿੰਨੇ। ਮਤਲਬ ਇਹ ਆ ਕਿ ਆਪ ਭੁੱਖਾ ਏ ਤੇ ਕਹਿੰਦਾ ਮੇਰੇ ਕੋਲ ਘੋੜਾ ਹੈ। ਇਹ ਤਾਂ ਫੜਾ ਮਾਰਨ ਵਾਲੀ ਗੱਲ ਹੋਈ ਨਾ, ਵੀ ਆਪ ਲੋਕਾਂ ਕੋਲ ਮੰਗਦਾ ਫਿਰਦਾ, ਪਿੰਦਾ ਫਿਰਦਾ, ਤੇ ਕਹਿੰਦਾ ਮੇਰੇ ਕੋਲ ਵੀ ਘੋੜੇ ਨੇ। ਗੱਪ ਤੇ ਫੜਾ ਮਾਰਨ ਵਾਲਾ ਬੰਦਾ ਉਹ ਹੁੰਦਾ ਜਿਹੜਾ ਇਹੋ ਜਿਹੀਆਂ ਗੱਲਾਂ ਕਰਦਾ। ਆਪ ਉਹ ਢਿੱਡੋਂ ਭੁੱਖਾ ਹੁੰਦਾ ਤੇ ਦੂਜਿਆਂ ਦੀ ਦਾਵਤ ਕਰਦਾ ਫਿਰਦਾ। ਆਪ ਕਿਸੇ ਜਈ ਨਾ ਤੇ ਗੱਲ ਕਰਨੋਂ ਰਹੀ ਨਾ। ਮਤਲਬ ਆਪ ਕਿਸੇ ਭਾਂਡੇ ਦਾ ਢੱਕਣ ਨਹੀਂ ਹੈਗਾ ਤੇ ਲੋਕਾਂ ਨੂੰ ਗੱਲਾਂ ਕਰਦੀ ਫਿਰਦੀ ਹੈ, ਠੀਕ ਹੈ। ਆਪ ਬੁਰਾ ਹੋਵੇ ਤੇ ਦੂਜਿਆਂ ਨੂੰ ਬੁਰਾ ਤੱਕਣਾ। ਆਪ ਨਕੰਮਾ ਤੇ ਆਲੀਏ ਤੇ ਦੂਜਿਆਂ ਨੂੰ ਕਹਿੰਦਾ ਬਈ ਓਏ ਤੁਸੀਂ ਕੰਮ ਨਹੀਂ ਕਰਦੇ। ਆਪ ਕਾਜ ਮਹਾਕਾਜ। ਮਤਲਬ ਆਪਣੇ ਹੱਥੀਂ ਜਿਹੜਾ ਕੰਮ ਕੀਤਾ ਗਿਆ ਹੁੰਦਾ ਨਾ, ਉਹ ਸਭ ਤੋਂ ਚੰਗਾ ਹੁੰਦਾ, ਠੀਕ ਹੈ। ਆਪ ਕਾਜ ਕੰਮ ਨੂੰ, ਮਹਾਕਾਜ ਵੱਡਾ ਕੰਮ ਉਹੀ ਹੁੰਦਾ ਜਿਹੜਾ ਆਪ ਕੀਤਾ ਜਾਵੇ। ਕੰਮ ਉਹ ਚੰਗਾ ਤੇ ਤਸੱਲੀ ਵਾਲਾ ਹੁੰਦਾ ਜਿਹੜਾ ਬੰਦਾ ਆਪੋਂ ਕਰੇ, ਆਪਣੇ ਹੱਥੀਂ ਕਰੇ। ਆਪੇ ਫਾਥੜੀਏ ਤੈਨੂੰ ਕੌਣ ਛੜਾਏ। ਵੀ ਜਿਹੜੀ ਮੁਸੀਬਤ ਤੁਸੀਂ ਆਪ ਹੀ ਲਈ ਉਹਨੂੰ ਛੜਾਏਗਾ ਕੌਣ, ਠੀਕ ਹੈ। ਵੀ ਕੋਈ ਐਸੀ ਮੁਸੀਬਤ ਜਿਹੜੀ ਆਪੇ ਹੀ ਸੇੜ ਲੈਣਾ ਤੇ ਫਿਰ ਵੇਂਦੇ ਫਿਰਨਾ ਵੀ ਹੁਣ ਕਰੇ ਹੋਏਗਾ ਕੀ। ਉਸ ਨੇ ਜਾਣ ਬੁੱਝ ਕੇ ਸੱਪ ਦੀ ਖੁੱਡ ਵਿੱਚ ਹੱਥ ਪਾਇਆ ਏ, ਸੱਪ ਨੇ ਡੰਗ ਮਾਰਨਾ ਸੀ, ਆਪੇ ਫਾਥੜੀਏ ਤੇ ਕੌਣ ਛੜਾਏ। ਆਂਡੇ ਕਿਤੇ ਤੇ ਕੋੜ ਕਿਤੇ। ਕੁਕੜੀਆਂ ਹੁੰਦੀਆਂ ਨੇ ਨਾ, ਆਂਡਾ ਕਿਤੇ ਦੇ ਦਿੰਦੀਆਂ ਤੇ ਕੜਾਇਆ ਕਿਤੇ ਹੋਰ ਕਰਦੀਆਂ ਫਿਰਦੀਆਂ ਨੇ। ਮਤਲਬ ਵਕਤ ਕਿਸੇ ਨੂੰ ਤੇ ਫਾਇਦਾ ਕਿਸੇ ਹੋਰ ਨੂੰ ਦੇ ਦੇਣਾ, ਤੇ ਬਾਅਦ 'ਚ ਕਹਿਣਾ ਬਈ ਇਹ ਕੀ ਬਣਿਆ। ਆਪਣਾ ਰੱਖ ਤੇ ਪਰਾਇਆ ਚੱਖ। ਮਤਲਬ ਆਪਣੀ ਸ਼ਹਿ ਰੱਖ ਲੈਣੀ ਦੀ, ਦੂਜੇ ਦੀ ਖਾਂਦਾ ਫਿਰਨਾ, ਠੀਕ ਹੈ। ਆਪਣੀ ਚੀਜ਼ ਸਾਂਭਣਾ ਤੇ ਦੂਜੇ ਦੀ ਵਰਤਣਾ। ਆਪਣਾ ਟੰਗੜ ਤੇ ਪਰਾਇਆ ਢੰਗਰ। ਮਤਲਬ ਦੂਜੇ ਦਾ ਕੁੱਤਾ ਤੇ ਆਪਣਾ ਕੁੱਤਾ ਟੋਮੀ, ਠੀਕ ਹੈ। ਮਤਲਬ ਆਪਣੀ ਸ਼ਹਿ ਨੂੰ ਸਰਾਹਣਾ ਤੇ ਦੂਜੀ ਨੂੰ ਮੰਦਾ ਆਖਣਾ। ਆਪਣੇ ਨੈਣ ਗਵਾ ਕੇ ਦਰ ਭੀਖ ਮੰਗੀ। ਕਿ ਆਪਣੀ ਪੂੰਜੀ ਲੁਟਾ ਕੇ ਨਾ ਫਿਰ ਆਪਣੇ ਜਿਹੜਾ ਆਪਣੇ ਜਿੰਨਾ ਮਾਲ ਹੈਗਾ ਸੀ ਉਹਦੀ ਸਾਰਾ ਵਰਤੋਂ ਕਰਕੇ ਤੇ ਹੁਣ ਬਾਅਦ 'ਚ ਲੋਕਾਂ ਦੇ ਕੋਲੋਂ ਬਾਅਦ 'ਚ ਮੰਗਦਾ ਫਿਰਨਾ। ਇਸ ਭੂਗੋਲ ਤੇ ਕੁਝ ਨਾ ਫੋਲ। ਮਤਲਬ ਗੱਲ ਠੱਪੀ ਚੰਗੀ ਹੈ। ਇਸ ਭੂਗੋਲ ਮਤਲਬ ਇੱਕ ਬੰਦਾ ਸੀ, ਉਹਦਾ ਪੇਟ ਖਰਾਬ ਸੀ ਤੇ ਉਹਨੇ ਇਸ ਭੂਗੋਲ ਖਾ ਲਿਆ। ਇਸ ਭੂਗੋਲ ਜਦੋਂ ਖਾ ਲਿਆ ਨਾ, ਤੇ ਹੁਣ ਬਾਅਦ 'ਚੋਂ ਉਹਦੇ ਕੋਲ ਇਹ ਆ ਵੀ ਹੁਣ ਬਾਅਦ 'ਚ ਦੂਜੀਆਂ ਗੱਲਾਂ ਲੋਕਾਂ ਨੂੰ ਫੋਲਣ ਦਾ ਕੀ ਫਾਇਦਾ, ਠੀਕ ਹੈ। ਬਸ ਹੁਣ ਜੋ ਹੋ ਗਿਆ ਸੀ ਉਸ ਤੋਂ ਪਹਿਲਾਂ ਹੋ ਗਿਆ ਸੀ, ਹੁਣ ਲੋਕਾਂ ਨੂੰ ਦੱਸਣ ਦਾ ਕੀ ਫਾਇਦਾ ਵੀ ਇਸ ਭੂਗੋਲ ਖਾਣ ਤੋਂ ਪਹਿਲਾਂ ਕੀ ਉਹਦੇ ਨਾਲ ਬੀਤੀ ਸੀ। ਆਪ ਹੋਵੇ ਤਰਕੜੀ ਤੇ ਕਿਉਂ ਲੱਗੇ ਫੜਕੜੀ। ਮਤਲਬ ਇਨਸਾਫ ਕਰਨ ਵਾਲੇ ਨੂੰ ਡਰ ਕਾਹਦਾ। ਜਦੋਂ ਬੰਦਾ ਆਪ ਸਹੀ ਹੈ, ਤਕੜੀ, ਮਤਲਬ ਤਕੜੀ ਤੋਂ ਮੁਰਾਦ ਹੈਗਾ ਨਾ ਆਪਣਾ ਤਕੜੀ ਆ ਵੱਟਾ ਜਿਹਦੀ ਤਰਾਜ਼ੂ ਹੁੰਦਾ, ਠੀਕ ਹੈ। ਅਤੇ ਜਦੋਂ ਇਨਸਾਫ ਕਰਨ ਵਾਲਾ ਹੁੰਦਾ ਉਹਨੂੰ ਕੋਈ ਚਿੰਤਾ ਨਹੀਂ ਹੁੰਦੀ ਬਈ ਭਾਈ
ਇਹ ਕੀ ਹੋ ਰਿਹਾ ਜਾਂ ਕੀ ਸਹੀ ਹੋ ਰਿਹਾ ਕਿ ਗਲਤ ਹੋ ਰਿਹਾ, ਜਦੋਂ ਉਹਨੇ ਸੱਚ ਕਰਨਾ ਤੇ। ਅੱਲਾ ਯਾਰ ਤੇ ਬੇੜਾ ਪਾਰ, ਮਤਲਬ ਹਰ ਕੰਮ ਵਿੱਚ ਰੱਬ ਨੂੰ ਯਾਦ ਕਰੋ ਤੇ ਸਮਝੋ ਕੰਮ ਹੋ ਗਿਆ। ਬਾਹਰੀ ਵਾਰੀ ਮਕਾਨ ਆਈਆਂ ਹੱਸਦਿਆਂ ਨੂੰ ਰਵਾਨ ਆਈਆਂ, ਮਤਲਬ ਇਹ ਆ ਵੀ ਕੰਮ ਜਦੋਂ ਹੋਇਆ ਸੀ ਬਹੁਤ ਜ਼ਿਆਦਾ ਟਾਈਮ ਹੋ ਚੁੱਕਿਆ ਸੀ, ਉਹਨੂੰ ਬਾਅਦ ਚੋਂ ਕਰਨਾ ਏ ਤੇ ਮਤਲਬ ਇਹ ਆ ਵੀ ਇੱਕ ਗੱਲ ਮੁੱਕ ਗਈ ਹੈ, ਉਹਨੂੰ ਬਈ ਦੁਬਾਰਾ ਫਿਰ ਆਖਣਾ ਵੀ ਮੈਂ ਹੁਣ ਇਹਨੂੰ ਮਕਾਨ ਆਇਆ। ਹਰ ਕੰਮ ਆਪਣੇ ਵੇਲੇ ਹੀ ਸੋਹਣਾ ਲੱਗਦਾ ਹੈ ਤੇ ਬੇਤੁੱਕੇ ਨੂੰ ਕਰਨ ਜਿਹੜਾ ਕੰਮ ਕਰਨਾ ਉਹ ਚੰਗੀ ਗੱਲ ਨਹੀਂ। ਬੂਹੇ ਆਈ ਜੰਝ ਤੇ ਵਿੰਨੋ ਕੁੜੀ ਦੇ ਕੰਨ, ਹਰ ਕੰਮ ਵਾਸਤੇ ਤਿਆਰੀ ਵਕਤ ਤੋਂ ਪਹਿਲਾਂ ਹੀ ਕਰਨੀ ਚਾਹੀਦੀ। ਮਤਲਬ ਇਹ ਜੰਝ ਬੂਹੇ ਆ ਗਈ ਹੋਵੇ ਤੇ ਬਾਅਦ ਚੋਂ ਲੋਕਾਂ ਨੂੰ ਕਵੇ ਕਿ ਬਈ ਹੁਣ ਮੈਂ ਤੇ ਕੁੜੀ ਦੇ ਕੰਨ ਵੀ ਨਾ ਲੱਗਾ। ਕਿਸੇ ਵੀ ਕੰਮ ਦੀ ਦੇ ਜਿਹੜਾ ਨਾ ਤਿਆਰੀ ਉਹਦੇ ਹਿਸਾਬ ਨਾਲ ਕਰਨੀ। ਬੁਰੇ ਨੂੰ ਨਾ ਮਾਰੀਏ, ਬੁਰੀ ਦੀ ਮਾਂ ਨੂੰ ਮਾਰੀਏ, ਮਤਲਬ ਬੁਰਾਈ ਨੂੰ ਜੜ ਤੋਂ ਮੁਕਾਈਏ। ਬੁਰਾਈ ਤਾਂ ਖਤਮ ਹੋ ਸਕਦੀ ਏ ਜੇ ਉਹਦਾ ਮੁੱਢ ਜਾਂ ਉਹਦਾ ਅਸਲ ਸਬਬ ਖਤਮ ਕੀਤਾ ਜਾ ਸਕੇ। ਬੁੱਢੀਆਂ ਢੱਗਿਆਂ ਦੇ ਰਾਈ ਉੱਬਣ ਦੱਬ ਤੇ ਕਾਈ, ਮਤਲਬ ਇਹ ਆ ਬਈ ਜਿਹੜੇ ਬੁੱਢੇ ਢੱਗੇ ਹੁੰਦੇ ਨੇ ਨਾ, ਜਦੋਂ ਉਹਨਾਂ ਦੇ ਨਾਲ ਹੱਲ ਵਿਚਾਲੀ ਕਰੀਏ ਨਾ ਤੇ ਫਿਰ ਉਦੋਂ ਦੱਬਾਂ ਉੱਗ ਪੈਂਦੀਆਂ, ਉਦੋਂ ਫਿਰ ਕੰਮ ਨਹੀਂ ਹੁੰਦਾ। ਜਵਾਨ ਢੱਗੇ ਹੋਣੇ ਚਾਹੀਦੇ ਨੇ। ਕੋਈ ਵੀ ਕੰਮ ਜਿਹੜਾ ਹੈ ਨਾ, ਜਿਹੜਾ ਨਾ ਅਹਿਲ ਆਦਮੀ ਜਿਹੜੇ ਕੰਮ ਨੂੰ ਹੱਥ ਪਾਏਗਾ ਨਾ ਉਹਦਾ ਹੀ ਸੱਤਿਆਨਾਸ਼ ਕਰ ਦਿੰਦਾ ਹੈ ਤੇ ਉਹਦੇ ਕੀਤੇ ਕੰਮ ਕਦੀ ਤੋੜ ਨਹੀਂ ਚੜ੍ਹਦੇ। ਇਸ ਲਈ ਜਵਾਨ ਬੰਦੇ ਨੂੰ ਤੇ ਅਹਿਲ ਬੰਦੇ ਨੂੰ ਹੀ ਕੰਮ ਕਰਨੇ ਚਾਹੀਦੇ ਨੇ। ਭਾਦੋਂ ਵੱਧ ਰੰਗ ਤੇ ਗੋਰਾ ਕਾਲਾ ਇੱਕੋ ਰੰਗ, ਮਤਲਬ ਜਦੋਂ ਭਾਦਰੋਂ ਆਉਂਦਾ ਹੈ ਨਾ ਤੇ ਉਦੋਂ ਨਾ ਗੁੰਮ ਲੱਗਦੇ ਨੇ। ਜਦੋਂ ਗੁੰਮ ਲੱਗਦੇ ਨੇ ਫਿਰ ਉਦੋਂ ਕੀ ਹੁੰਦਾ ਕਿ ਉਦੋਂ ਫਿਰ ਲੋਕਾਂ ਦੇ ਰੰਗ ਜਿਹੜੇ ਨੇ ਨਾ ਉਹ ਸਾਰਿਆਂ ਦੇ ਇੱਕੋ ਵਰਗੇ ਹੋ ਜਾਂਦੇ ਨੇ। ਚਿੱਟਾ ਬੰਦਾ ਕੋਈ ਨਹੀਂ ਚਿੱਟਾ ਰਹਿ ਜਾਂਦਾ, ਫਿਰ ਉਹ ਪਸੀਨੇ ਆ ਕੇ ਹਾਲਾਤ ਜਿਹਦੇ ਹੁੰਦੇ ਨੇ ਮਿੱਟੀ ਮੂੰਹ 'ਤੇ ਜੰਮ ਕੇ ਉਹ ਸਾਰੇ ਕਾਲੇ ਕਾਲੇ ਜਿਹੇ ਹੋ ਜਾਂਦੇ ਨੇ। ਇਹਦਾ ਦੂਜਾ ਮਤਲਬ ਹੈ ਜਦੋਂ ਹਾਲਾਤ ਚੰਗੇ ਬੰਦੇ ਦੀ ਤਮੀਜ਼ ਨਾ ਕਰਨ ਉਦੋਂ ਇਹ ਅਖਾਣ ਬੋਲਦੇ ਨੇ ਕਿ ਮਤਲਬ ਇਹ ਆ ਕਿ ਸਭ ਕੁਝ ਇੱਕੋ ਵਰਗੇ ਹੀ ਸਾਰੇ ਜਦੋਂ ਹੋ ਜਾਣ। ਬਾਬਾ ਵੀ ਗਰਮ ਤੇ ਬਾਬੇ ਦੀਆਂ ਗੋਲੀਆਂ ਵੀ ਗਰਮ, ਮਤਲਬ ਇਹ ਆ ਖਰਾਬੀ ਜਾਂ ਬੁਰਾਈ ਦੇ ਬਹੁਤੇ ਸਾਰੇ ਸਬਬ ਇਕੱਠੇ ਹੋ ਜਾਣ। ਮਤਲਬ ਇਹ ਆ ਵੀ ਬਾਬਾ ਜਿਹੜਾ ਹੈ ਨਾ, ਕੋਈ ਵੀ ਬੰਦਾ ਆਪ ਵੀ ਖਰਾਬ ਹੋਣਾ ਅਤੇ ਉਹਦੀਆਂ ਆਦਤਾਂ ਵੀ ਖਰਾਬ ਹੋਣਾ ਅਤੇ ਉਹਦੀ ਸੋਬਤ ਵੀ ਖਰਾਬ ਹੋਣਾ। ਕਿਸੇ ਵੀ ਸ਼ੈ ਦੀ ਬੁਰਾਈ ਜਾਂ ਚੰਗਾਈ ਦੀ ਵਧਿਆਈ ਹੋ ਜਾਣਾ। ਠੀਕ ਹੈ। 12 ਕੋ ਦਰਿਆ ਤੇ ਸੁੱਥਣ ਮੋਢੇ 'ਤੇ, ਮਤਲਬ ਇਹ ਆ ਕਿ ਕਿਸੇ ਕੰਮ ਕਾਜ ਦੇ ਸਿਲਸਿਲੇ ਵਿੱਚ ਵਕਤ ਤੋਂ ਪਹਿਲਾਂ ਹੀ ਫਿਕਰਮੰਦੀ ਹੋ ਜਾਣਾ। ਕੁਛ ਸਟੂਡੈਂਟ ਇਸ ਤਰ੍ਹਾਂ ਦੇ ਹੁੰਦੇ ਨੇ ਕਿ ਜਿਹੜੇ ਨਾ ਉਹ ਜੇ ਪੇਪਰ ਬਹੁਤ ਦੂਰ ਹੁੰਦੇ ਨੇ ਉਹਨਾਂ ਦੇ, ਲੇਕਿਨ ਉਹ ਪਹਿਲਾਂ ਹੀ ਕਹਿੰਦੇ ਨੇ ਉਹ ਭਾਈ ਮਰ ਗਏ, ਉਹ ਭਾਈ ਮਰ ਗਏ, ਉਹ ਭਾਈ ਮਰ ਗਏ ਹੈ, ਅਤੇ ਉਹਨਾਂ ਦੇ ਬਾਰੇ ਆਖਿਆ ਜਾਂਦਾ ਹੈ ਜੀ। ਫਿਰ ਜੀ ਬੱਕਰੀ ਨੇ ਦੁੱਧ ਦਿੱਤਾ ਤੇ ਮੇਂਗਣਾ ਪਾ ਗਏ, ਇਹ ਤਾਂ ਸਾਰਿਆਂ ਨੂੰ ਪੰਜਾਬੀਆਂ ਨੂੰ ਪਤਾ ਹੀ ਹੋਣਾ ਜੀ। ਅਤੇ ਮੱਝ ਦੁੱਧ ਦਿੰਦੀ ਨਾ ਚੁੱਪ ਕਰਕੇ ਦਿੰਦੀ ਹੈ, ਅਤੇ ਬੱਕਰੀ ਜਦੋਂ ਨਾ ਉਹ ਦੁੱਧ ਵੀ ਦਿੰਦੀ ਨਾ, ਜਦੋਂ ਵੀ ਉਹਨੂੰ ਦੁੱਧ ਚੋਣ ਲੱਗੀ ਹੈ ਨਾ, ਤਾਂ ਉਹ ਮੇਂਗਣਾ ਕਰ ਦਿੰਦੀ ਹੈ। ਯਾਨੀ ਕੋਈ ਕੰਮ ਕਰ ਦੇਣਾ ਪਰ ਉਹਦੇ ਵਿੱਚ ਬਹੁਤੀ ਖੁੱਲ੍ਹ ਡੁੱਲ ਜਿਹੜਾ ਨਾ ਉਹ ਨਾ ਦੇਣਾ, ਮਤਲਬ ਕੋਈ ਕੰਮ ਕਰ ਦੇਣਾ ਲੇਕਿਨ ਜਿਹੜਾ ਨਾ ਮੱਥੇ ਜਿਹੜਾ ਨਾ ਵੱਟ ਪਾ ਕੇ ਕਰਨਾ। ਭਾਂਡੇ ਦਾ ਮੂੰਹ ਖੁੱਲ੍ਹਾ ਹੋਵੇ ਤਾਂ ਕੁੱਤੇ ਨੂੰ ਸ਼ਰਮ ਕਰਨੀ ਚਾਹੀਦੀ ਹੈ। ਮਤਲਬ ਇਹ ਕਿਸੇ ਕੋਲੋਂ ਨਜਾਇਜ਼ ਫਾਇਦਾ ਉਠਾਉਣ ਦੀ ਵੀ ਇੱਕ ਹੱਦ ਹੁੰਦੀ ਹੈ। ਮਤਲਬ ਇਹ ਹੈ ਕਿ ਇੱਕ ਬੰਦਾ ਜਿਹੜਾ ਹੈ ਨਾ ਚੁੱਪ ਕਰਕੇ ਦੁਕਾਨਦਾਰ ਬੈਠਾ ਹੈ ਅਤੇ ਕੋਈ ਬੰਦਾ ਆਇਆ ਉਹ ਨਾ ਉਹਦੇ ਕੋਲੋਂ ਉਹਨੇ ਇੱਕ ਸ਼ੈ ਖਾ ਲਈ ਹੈ। ਫਿਰ ਜਦੋਂ ਵੇਖੇਗਾ ਨਾ ਦੁਕਾਨਦਾਰ ਚੁੱਪੇ ਤਾਂ ਫਿਰ ਬਹੁਤੀਆਂ ਸਾਰੀਆਂ ਖਾਣ ਲੱਗ ਪਏਗਾ। ਉਦੋਂ ਕਿਹਾ ਜਾਂਦਾ ਕਿ ਭਾਈ ਭਾਂਡੇ ਦਾ ਮੂੰਹ ਖੁੱਲ੍ਹਾ ਉਹਦੇ ਕੁੱਤੇ ਨੂੰ ਸ਼ਰਮ ਕਰਨੀ ਚਾਹੀਦੀ। ਜੇ ਮੈਂ ਚੁੱਪਾਂ ਤਾਂ ਫਿਰ ਭਾਈ ਤੂੰ ਹੀ ਲਿਹਾਜ਼ ਕਰ ਲਾ। ਭੱਠ ਪਿਆ ਉਹ ਸੋਨਾ ਜਿਹੜਾ ਪਾੜੇ ਕੰਨ, ਮਤਲਬ ਇਹ ਉਸ ਆਸਾਇਸ਼ ਦਾ ਕੀ ਫਾਇਦਾ, ਉਹ ਚੀਜ਼ ਜਿਹੜੀ ਭਾਵੇਂ ਸੋਹਣੀ ਅਤੇ ਕੀਮਤੀ ਹੋਵੇ ਪਰ ਵਰਤਣ ਵਾਲੇ ਨੂੰ ਸੁੱਖ ਨਾ ਪਹੁੰਚਾਏ, ਉਸ ਆਸਾਇਸ਼ ਦਾ ਕੀ ਫਾਇਦਾ। ਭੁੱਖੇ ਨੂੰ ਕੋਈ ਦੇ ਨਹੀਂ, ਮਤਲਬ ਖੁਦਗਰਜ਼ੀ ਅਤੇ ਜਿਹੜਾ ਹਸਦ ਇਨਸਾਨ ਦੀ ਫਿਤਰਤ ਵਿੱਚ ਸ਼ਾਮਲ ਹੈ। ਮਤਲਬ ਜਿਹੜਾ ਭੁੱਖਾ ਬੰਦਾ ਉਹਨੂੰ ਕੋਈ ਬੰਦਾ ਨਹੀਂ ਸ਼ਾਇਦ ਦਿੰਦਾ, ਅਮੀਰ ਬੰਦੇ ਨੂੰ ਹੀ ਸਾਰੇ ਲਿਫਟਾਂ ਕਰਾਉਂਦੇ ਨੇ। ਵੇਖੋ ਨਾ ਕੋਈ ਬੰਦਾ ਜੇ ਕਿਸੇ ਨੇ ਕਿਸੇ ਤੋਂ ਚੰਗੀ ਰੋਟੀ ਖਾਣੀ ਤਾਂ ਉਹਦੇ ਘਰ ਚੰਗੀ ਗੱਡੀ 'ਤੇ ਚਲੇ ਜਾਓ, ਬੜੀ ਲਿਫਟ ਕਰਾਏਗਾ, 2 ਗਾਰਡ ਲੈ ਜਾਓ, ਭਾਈ ਪ੍ਰੋਟੋਕੋਲ ਦੇਗਾ। ਅਤੇ ਭੁੱਖਾ ਬੰਦਾ ਜਿਹੜਾ ਉਹਨੂੰ ਕਿਸੇ ਨੇ ਮੂੰਹ ਹੀ ਨਹੀਂ ਲਾਉਣਾ, ਸਲਾਮ ਹੀ ਨਹੀਂ ਲੈਣਾ, ਉਹਨੂੰ ਰੋਟੀ ਦੂਰ ਦੀ ਗੱਲ ਪਾਣੀ ਵੀ ਸੱਦਾ ਨਹੀਂ ਪੁੱਛਣਾ। ਬਾਬਾ ਦੱਲੀ ਕੱਜੀ ਭੱਲੀ, ਮਤਲਬ ਇਹ ਵੱਡੇ ਬੰਦੇ ਦੀ ਬੁਰਾਈ ਵੇਖ ਕੇ ਵੀ ਚੁੱਪ ਰਹਿਣਾ। ਬਾਬਾ ਆਪ ਮਤਲਬ ਦਲਾਲਤ ਜਿਹਾ ਕਰਦਾ ਅਤੇ ਉਹਨੂੰ ਕੱਜ ਦਿਓ, ਇਹੀ ਗੱਲ ਚੰਗੀ ਹੈ। ਕੱਜਣਾ ਢਾਂਪ ਦੇਣਾ ਉਹਨੂੰ। ਨਵਾਬ ਸਾਹਿਬ ਦੇ ਐਬਾਂ ਦਾ ਕੀ ਪੁੱਛਦੇ ਹੋ, ਬਾਬਾ ਦਿੱਲੀ ਅਤੇ ਕੱਜੀ ਭੱਲੀ ਵੱਡੇ ਬੰਦੇ ਨੇ ਅਤੇ ਬਈ ਜਿਹੜੀ ਉਹਨਾਂ ਕਰ ਲਈ ਗੱਲ ਹੀ ਬਸ ਉਹਨੂੰ ਕੱਜ ਹੀ ਦਿਓ, ਚੁੱਪ ਕਰ ਜਾਓ। ਬਾਜਰਾ ਜੇਠੀ ਦਾ ਅਤੇ ਪੁੱਤਰ ਪਲੇਠੀ ਦਾ, ਬਾਜਰਾ ਉਹ ਜਿਹੜਾ ਜੇਠ 'ਚ ਬਣੇ ਅਤੇ ਪੁੱਤਰ ਉਹ ਹੁੰਦਾ ਜਿਹੜਾ ਪਲੇਠੀ ਦਾ ਜਿਹੜਾ ਸਭ ਤੋਂ ਵੱਡਾ ਹੋਵੇ। ਠੀਕ ਹੈ। ਪਹਿਲਾ ਪੁੱਤਰ ਪਿਓ ਦਾ ਸਹਾਰਾ ਬਣਦਾ ਹੈ। ਜੇਠ ਦੇ ਮੌਸਮ ਦਾ ਬਾਜਰਾ ਜਿਹੜਾ ਹੁੰਦਾ ਨਾ ਉਹ ਵੀ ਬਹੁਤ ਚੰਗਾ ਹੁੰਦਾ ਨਾ, ਇਸ ਲਈ। ਬਾਕੀ ਅੱਲਾ ਦਾ ਨਾਂ, ਮਤਲਬ ਇਹ ਹਰ ਸ਼ੈ ਖਤਮ ਹੋ ਜਾਣਾ, ਘਰ ਦਾ ਖਾਲੀ ਹੋਣਾ ਅਤੇ ਜਿਹੜਾ ਨਾ ਉਹ ਕਿਸੇ ਵੀ ਸ਼ੈ ਦਾ ਦਸਤਿਆਬ ਨਾ ਹੋਣਾ। ਕਹਿੰਦੇ ਨਾ ਇੱਥੇ ਹੁਣ ਕੀ ਰਹਿ ਗਿਆ, ਹੁਣ ਬਾਕੀ ਅੱਲਾ ਦਾ ਨਾਂ ਹੀ ਰਹਿ ਗਿਆ। ਹਜ਼ਰਤ ਅਬੂ ਬਕਰ ਸਦੀਕ ਨੇ ਸਾਰਾ ਮਾਲ ਰਸੂਲ ਸੱਲਮ ਦੇ ਦਿੱਤਾ ਅਤੇ ਘਰ ਦੇ ਵਿੱਚ ਬਾਕੀ ਅੱਲਾ ਦਾ ਨਾਂ ਰਹਿ ਗਿਆ। ਬਾਂਦਰਾਂ ਨੂੰ ਨਬਾਤ ਦੀਆਂ ਟੋਪੀਆਂ, ਮਤਲਬ ਇਹ ਬਾਂਦਰਾਂ ਨੂੰ ਕੋਈ ਅਹਿਮ ਸ਼ੈ ਦੇ ਦੇਣੀ, ਕੋਈ ਮਹਿੰਗੀ ਸ਼ੈ ਕਿਸੇ ਬੇਕਦਰੇ ਬੰਦੇ ਨੂੰ ਦੇ ਦੇਣੀ। ਉਹ ਕਹਿੰਦੇ ਨੇ ਸੂਰਾਂ ਨੂੰ ਖਜੂਰਾਂ ਅਤੇ ਬਾਂਦਰਾਂ ਨੂੰ ਨਬਾਤ ਦੀਆਂ ਟੋਪੀਆਂ ਇੱਕੋ ਹੀ ਗੱਲ ਹੈ। ਸੂਰਾਂ ਨੂੰ ਖਜੂਰਾਂ ਦਿਓ ਤਾਂ ਕੀ ਫਾਇਦਾ ਹੋਏਗਾ, ਕੋਈ ਫਾਇਦਾ ਨਹੀਂ ਨਾ। ਅਤੇ ਬਾਂਦਰਾਂ ਨੂੰ ਨਬਾਤ ਦੀਆਂ ਟੋਪੀਆਂ ਦੇ ਦੇਣਾ ਵੀ ਕਿਸੇ ਬਾਂਦਰ ਨੂੰ ਕਿਸੇ ਬੇਕਦਰੇ ਬੰਦੇ ਨੂੰ ਕੋਈ ਅਹਿਮ ਸ਼ੈ, ਕਿਸੇ ਨਕੰਮੇ ਬੰਦੇ ਨੂੰ ਮੇਰੇ ਵਰਗੇ ਨੂੰ ਕੋਈ ਚੰਗੀ ਜਨਾਨੀ ਦੇ ਦੇਣਾ, ਅਤੇ ਫਿਰ ਉਹਨੇ ਦੀ ਕਦਰ ਕਿੱਥੇ ਕਰਨੀ ਬਈ, ਹੈ ਨਕੰਮਾ ਜੋ ਹੋਇਆ। ਬਾਹਮਣੀ ਦੇ ਪੂਤ ਕੋਈ ਜਿੰਨ ਕੋਈ ਭੂਤ,
ਮਤਲਬ ਇਹ ਆ ਵੀ ਜਿਹੜੀ ਆਪ ਜਨਾਨੀ ਗਲਤ ਹੋਵੇਗੀ ਨਾ, ਬਾਹਮਣੀ ਪੁਰਾਣੇ ਦੌਰਾਂ ਦੇ ਵਿੱਚ ਬਾਹਮਣ ਜਿਹੜੇ ਹੁੰਦੇ ਸੀ ਨਾ, ਉਹ ਥੋੜ੍ਹੇ ਜਿਹੇ ਨਾ ਜਿਵੇਂ ਅੱਜ ਕੱਲ੍ਹ ਦੇ ਨੈਗਰੋ ਨਹੀਂ ਗੇ ਅਬਸ਼ੀਕ ਅਮਰੀਕਾ ਦੇ ਵਿੱਚ, ਮਤਲਬ ਥੋੜ੍ਹੇ ਨਾ ਕ੍ਰਿਮੀਨਲ ਟਾਈਪ ਸੀ। ਅਤੇ ਉਹ ਕਹਿੰਦੇ ਬਾਹਮਣੀ ਦੇ ਪੁੱਤ ਜਿਹੜੇ ਬਾਹਮਣੀ ਦੇ ਪੁੱਤਰ ਹੁੰਦੇ ਨੇ ਨਾ, ਉਹ ਕੋਈ ਜਿੰਨ ਹੁੰਦਾ ਕੋਈ ਭੂਤ ਹੁੰਦਾ, ਮਤਲਬ ਇਹ ਆ ਵੀ ਉਹ ਖਰਾਬ ਹੀ ਹੁੰਦੇ ਨੇ, ਠੀਕ ਹੈ। ਭੈੜੀ ਔਲਾਦ ਨਾ ਮਜ਼ਾ ਨਾ ਸਵਾਦ। ਰਸ਼ੀਦ ਦੀ ਸਾਰੀ ਔਲਾਦ ਭੈੜੀ ਨਿਕਲੀ, ਜਿਵੇਂ ਬਾਹਮਣੀ ਦੇ ਪੂਤ ਕੋਈ ਜਿੰਨ ਕੋਈ ਭੂਤ, ਮਤਲਬ ਰਸ਼ੀਦ ਆ ਵੀ ਪੂਰਾ ਚਮਲਾਕੋ ਹੋਣਾ ਨਾ। ਬੱਧੀ ਮੁੱਠ ਲੱਖ ਬਰਾਬਰ, ਮਤਲਬ ਹੈ ਜਦੋਂ ਮੁੱਠ ਇੰਜ ਬੰਦ ਹੁੰਦੀ ਹੈ ਨਾ, ਇੰਜ ਉਹ ਇੰਜ ਹੀ ਹੁੰਦਾ ਵੀ ਇਹ ਲੱਖ ਹੀ ਇਹਦੇ ਕੋਲ, ਠੀਕ ਹੈ। ਇਤਫਾਕ 'ਚ ਬਰਕਤ ਹੈ। ਜਦੋਂ ਮੁੱਠ ਖੁੱਲ੍ਹ ਜਾਏਗੀ ਪਤਾ ਲੱਗੇਗਾ ਵੀ ਇਹਦੇ 'ਚ ਤਾਂ ਕੁਝ ਵੀ ਨਹੀਂ ਗਾ, ਲੀਰਾਂ ਨੇ ਜਾਂ ਇਹਦੇ 'ਚ ਕੁਝ ਪੈਸੇ ਹੋਏ ਵੀ ਤੇ ਫਿਰ ਅੰਦਾਜ਼ਾ ਹੋ ਜਾਣਾ। ਇਸ ਲਈ ਚੁੱਪ ਰਹਿਣ 'ਚ ਬਰਕਤ ਹੈ, ਇਤਫਾਕ 'ਚ ਬਰਕਤ ਹੈ, ਠੀਕ ਹੈ। ਖੁੱਲ੍ਹਣ 'ਚ ਬਰਕਤ ਨਹੀਂ ਹੈਗੀ। ਬਕਾਰੋਂ ਵਗਾਰ ਭਲੀ, ਬਕਾਰ ਕਹਿੰਦੇ ਨੇ ਕਿਸੇ ਬੰਦੇ ਦਾ ਬੇਕਾਰ ਬਹਿ ਜਾਣਾ, ਅਤੇ ਵਗਾਰ ਕਿਸੇ ਦੇ ਕੰਮ ਨੂੰ ਚਲੇ ਜਾਣਾ, ਠੀਕ ਹੈ। ਯਾਨੀ ਕਿ ਵਿਹਲੇ ਬਹਿਣਾ ਚੰਗਾ ਕਿ ਬੰਦਾ ਕੁਝ ਨਾ ਕੁਝ ਕੰਮ ਕਰ ਲਵੇ। ਬਲਦਾਂ ਬਾਜ ਖੂਹ ਨਹੀਂ ਗਿੜਦੇ, ਮਤਲਬ ਇਹ ਆ ਵੀ ਜਿਹੜੇ ਵੱਡੇ ਬੰਦੇ ਹੁੰਦੇ ਉਹਨਾਂ ਤੋਂ ਬਾਅਦ ਨਾ ਜਿਹੜੇ ਜ਼ਿੰਮੇਦਾਰ ਹੁੰਦੇ ਨੇ ਨਾ, ਜਿਹੜਾ ਕੰਮ ਜਿਨ੍ਹਾਂ ਦੇ ਜ਼ਿੰਮੇ ਹੁੰਦਾ, ਉਹਨਾਂ ਤੋਂ ਬਾਅਦ ਬਗੈਰ ਉਹ ਕੰਮ ਨਹੀਂ ਹੁੰਦੇ, ਠੀਕ ਹੈ। ਕੋਈ ਕੰਮ ਵਸੀਲੇ ਤੋਂ ਬਿਨਾਂ ਨਹੀਂ ਹੁੰਦਾ। ਲਾਜ਼ਮੀ ਘਰ ਦਾ ਵੱਡਾ ਜਿਹੜਾ ਨਾ ਘਰ ਦੇ ਫੈਸਲੇ ਨਿਬੇੜਨ ਦਾ ਕੰਮ ਜਿਹੜਾ ਕਰਦਾ, ਉਹ ਫੌਤ ਹੋ ਜਾਵੇ ਤਾਂ ਫਿਰ ਕੀ ਹੁੰਦਾ, ਖੂਹ ਨਹੀਂ ਗਿੜਦੇ, ਫਿਰ ਉਹ ਘਰ ਦੇ ਮਾਮਲਾ ਸਹੀ ਨਹੀਂ ਚੱਲਦੇ। ਬਿਨਾਂ ਮੁਰਸ਼ਿਦਾਂ ਰਾਹ ਨਾ ਹੱਥ ਆਉਣ, ਮਤਲਬ ਇਹ ਆ ਕਿ ਬਈ ਰਾਹ ਵਿਖਾਉਣ ਵਾਲਾ ਲਾਜ਼ਮੀ ਹੋਣਾ ਚਾਹੀਦਾ। ਹਰ ਕੰਮ ਸਿੱਖਣ ਲਈ ਉਸਤਾਦ ਦੀ ਲੋੜ ਹੁੰਦੀ ਹੈ। ਭੁੱਖੇ ਦੀ ਧੀ ਰੱਜੀ ਅਤੇ ਖੇਡ ਆਉਣ ਲੱਗੀ। ਆਮ ਤੌਰ 'ਤੇ ਜਦੋਂ ਕੋਈ ਲੋਕ ਗਰੀਬ ਜਿਹੜੇ ਹੁੰਦੇ ਨੇ, ਉਹ ਅਮੀਰ ਹੋ ਜਾਣ ਨਾ, ਉਹਨਾਂ ਦੀ ਫਿਰ ਵਾਹ ਨਹੀਂ ਫੜੀਂਦੀ, ਉਹਨਾਂ ਦਾ ਜ਼ਿਹਨੀ ਤਵਾਜ਼ਨ ਖਰਾਬ ਹੋ, ਮਾੜੇ ਮੋਟੀ ਗੱਲ ਨੂੰ ਗੱਲ ਹੀ ਨਹੀਂ ਸਮਝਦੇ, ਉਹ ਮਾੜੇ ਮੋਟੇ ਬੰਦੇ ਨੂੰ ਮੂੰਹ ਹੀ ਨਹੀਂ ਲਾਉਂਦੇ। ਸੋ ਜਦੋਂ ਉਹ ਮੋਚੀ ਦਾ ਪੁੱਤ ਜਦੋਂ ਥਾਣੇਦਾਰ ਬਣ ਗਿਆ ਤਾਂ ਉਹਨੇ ਸਾਰੇ ਪਿੰਡ ਨੂੰ ਵਕਤ ਪਾ ਦਿੱਤਾ ਸੀ। ਭਰਾਵਾਂ ਅਤੇ ਚਿੱਚੜ ਕਾਵਾਂ, ਮਤਲਬ ਇਹ ਕਿ ਆਖਰ 'ਚ ਭਰਾ ਹੀ ਭਰਾ ਕੰਮ ਆਉਂਦਾ, ਅਤੇ ਬਾਕੀ ਸਭ ਚਿੱਚੜ ਨੇ, ਉਹ ਕਾਂ ਕੂਈ ਨੇ, ਬਾਕੀ ਸਭ ਠੀਕ ਹੈ। ਅਤੇ ਜਿਹੜੀਆਂ ਉਹ ਮੈਲ ਮੂਲ ਉਹ ਪਿੱਛੇ ਰਹਿ ਜਾਂਦੀ, ਅਖੀਰ ਜਿਹੜਾ ਨਾ ਯਾਰ ਬੇਲੀ ਪਿੱਛੇ ਰਹਿ ਜਾਂਦੇ, ਅਤੇ ਵੀਰ ਹੀ ਵੀਰਾਂ ਨਾਲ ਖਲੋਂਦੇ ਨੇ। ਬੁੱਧ ਕੰਮ ਸੁੱਧ, ਮਤਲਬ ਇਹ ਆ ਕਿ ਬੁੱਧ ਵਾਲੇ ਦਿਨ ਕੰਮ ਚੰਗਾ ਹੁੰਦਾ। ਪੁਰਾਣੇ ਦੌਰਾਂ ਦੇ ਵਿੱਚ ਨਾ ਅੱਜ ਕੱਲ੍ਹ ਜੁਮੇਰਾਤ ਨੂੰ ਮੰਨਿਆ ਜਾਂਦਾ ਨਾ, ਅਤੇ ਇਹ ਪੰਜਾਬੀ ਜਿਹੜਾ ਸਾਡਾ ਕਲਚਰ ਉਹਦੇ ਮੁਤਾਬਕ ਬੁੱਧ ਜਿਹੜਾ ਮੁਬਾਰਕ ਦਿਨ ਹੈ, ਜੁਮੇਰਾਤ ਜਿਹੜੀ ਮੁਬਾਰਕ ਦਿਨ ਇਸਲਾਮ ਦੇ ਲਿਹਾਜ਼ ਨਾਲ ਹੈ ਨਾ, ਅਤੇ ਉਹਦਾ ਜਿਹੜਾ ਪੁਰਾਣਾ ਕਲਚਰ 'ਚ ਹੁੰਦਾ, ਮਤਲਬ ਬੁੱਧ ਵਾਲੇ ਦਿਨ ਕੰਮ ਸਾਰੇ ਸੁੱਧ ਹੋ ਜਾਂਦੇ, ਸਿੱਧੇ ਹੁੰਦੇ ਕੰਮ ਸਾਰੇ। ਭਾ ਕੇਸ ਵਿਗਾੜਿਆ ਰਾਤ ਦਿਆਂ ਭੁੱਖਿਆਂ, ਵੀ ਜਿਹੜਾ ਬੰਦਾ ਰਾਤ ਦਾ ਭੁੱਖਾ ਹੋਵੇਗਾ, ਸੁਬਾਹ ਉੱਠ ਕੇ ਜਾਏਗਾ ਮੰਡੀ ਸ਼ੈਲ ਲੈਣ, ਅਤੇ ਉਹ ਆਖੇਗਾ ਭਾਈ ਜਿੰਨੇ ਦੀ ਮਿਲਦੀ ਦੇ ਦੇ, ਠੀਕ ਹੈ। ਜਦੋਂ ਲੋੜ ਵੱਧ ਜਾਂਦੀ ਹੈ ਨਾ, ਉਦੋਂ ਕੀ ਉਹਨੂੰ ਕੀ ਇਕਨੋਮਿਕਸ ਕੀ ਕਹਿੰਦੇ ਨੇ, ਡਿਮਾਂਡ ਸਪਲਾਈ, ਠੀਕ ਹੈ, ਉਹੀ ਹੈ। ਜਿਹੜਾ ਬੰਦਾ ਨਾ ਜਦੋਂ ਉਹਨੂੰ ਕਿਸੇ ਸ਼ਾਇਦ ਦੀ ਲੋੜ ਹੁੰਦੀ ਤਾਂ ਫਿਰ ਭਾਅ ਵਿਗੜ ਜਾਂਦਾ, ਉਹਦੀ ਕੀਮਤ, ਉਹਦੀ ਪ੍ਰਾਈਸ ਖਰਾਬ ਹੋ ਜਾਂਦੀ ਹੈ, ਕਿਉਂਕਿ ਉਹਨੂੰ ਉਹਦੀ ਬਹੁਤ ਜ਼ਿਆਦਾ ਰਾਤ ਦਾ ਭੁੱਖਾ ਹੈ ਅਤੇ ਉਹਨੂੰ ਹੁਣ ਉਹਦੀ ਬਹੁਤ ਜ਼ਿਆਦਾ ਲੋੜ ਹੈ, ਜ਼ਰੂਰਤ ਹੈ। ਪੁੱਤਰ ਜੰਮਦੇ ਹੀ ਜਵਾਨ ਹੁੰਦੇ ਨੇ, ਮਤਲਬ ਇਹ ਪੁੱਤਰ ਆਪਣੇ ਪਿਓ ਦਾ ਹੱਥ ਵਡਾਉਂਦੇ ਨੇ ਬਚਪਨ ਤੋਂ ਹੀ ਪੁੱਤਰਾਂ ਨੂੰ, ਕਿਉਂਕਿ ਪੰਜਾਬ ਦੀ ਧਰਤੀ 'ਤੇ ਇੱਕ ਸੈਂਟਰਲ ਜਿਹੜੀ ਨਾ ਪਲੇਸ ਹੁੰਦੀ ਹੈ ਘਰ ਦੇ ਖਾਨਦਾਨ ਵਿੱਚ, ਇਸ ਲਈ ਪੁੱਤਰਾਂ ਦੇ ਬਾਰੇ ਆਖਿਆ ਜਾਂਦਾ। ਪੁੱਤਰਾਂ ਦੇ ਹੋਣ ਦੇ ਬਾਅਦੋਂ ਵੀ ਪੁੱਤਰ ਛੋਟੇ ਛੋਟੇ ਹੁੰਦੇ, ਉਦੋਂ ਹੀ ਘਰ ਦੇ ਕੰਮ ਕਰਨ ਲੱਗ ਪੈਂਦੇ ਨੇ। ਧੀਆਂ ਕਿਉਂਕਿ ਬਾਹਰ ਜਾ ਕੇ ਕੰਮ ਨਹੀਂ ਕਰਦੀਆਂ, ਇਸ ਲਈ। ਪਾ ਜਾਣੇ ਹਰ ਕੋਈ, ਮਟਕਾ ਜਾਣੇ ਕੋਈ, ਮਤਲਬ ਹਰ ਬੰਦਾ ਵੇਖੋ ਨਾ, ਕੱਪੜੇ ਨੇ ਨਾ ਹਰ ਬੰਦਾ ਪਾਉਂਦਾ, ਲੇਕਿਨ ਉਹਨਾਂ ਨੂੰ ਪਾਉਣ ਦਾ ਸਲੀਕਾ ਮਲੀਕਾ ਜਿਸ ਬੰਦੇ ਨੂੰ ਹੁੰਦਾ, ਜੱਜਦੇ ਉਹਨੂੰ ਹੀ ਨੇ, ਮਟਕਦੇ ਉਹਨੂੰ ਹੀ ਨੇ, ਠੀਕ ਹੈ। ਕਿਸੇ ਕੰਮ ਨੂੰ ਕਰਨ ਦਾ ਸਲੀਕਾ ਹੋਣਾ, ਅਤੇ ਹਰ ਕਿਸੇ ਬੰਦੇ ਨੂੰ ਇਹ ਸਲੀਕਾ ਨਹੀਂ ਹੁੰਦਾ। ਪੱਥਰ ਨੂੰ ਜੋਕ ਨਹੀਂ ਲੱਗਦੀ, ਯਾਨੀ ਜਿਹੜਾ ਬੇਫੈਜ਼ ਆਦਮੀ ਹੈ ਨਾ, ਉਹਦੇ ਕੋਲ ਕਦੀ ਫੈਜ਼ ਨਹੀਂ ਪਹੁੰਚਦਾ। ਇਹ ਵੀ ਆਖਿਆ ਜਾ ਸਕਦਾ ਹੈ ਜਿਹੜਾ ਮਜ਼ਬੂਤ ਅਤੇ ਸਖਤ ਆਦਮੀ ਹੁੰਦਾ ਹੈ ਨਾ, ਉਹ ਕਦੀ ਵੀ ਝੁਕਦਾ ਨਹੀਂ, ਉਹ ਕਦੀ ਵੀ ਕਿਸੇ ਦੀ ਗੱਲ ਨਹੀਂ ਮੰਨਦਾ, ਕਿਸੇ ਨੂੰ ਫਾਇਦਾ ਨਹੀਂ ਦਿੰਦਾ। ਪਿੱਠਾਂ ਦਾ ਪੂਤ ਘੜੀ ਵਿੱਚ ਔਲੀਆ, ਘੜੀ ਵਿੱਚ ਭੂਤ। ਪਿੱਠਾਂ ਜਿਹੜਾ ਬੰਦਾ, ਮਤਲਬ ਇਹ ਨਾ ਥੋੜ੍ਹਾ ਜਿਹਾ ਹੋ ਰਹੇਗਾ ਕਿ ਯਾਨੀ ਜਿਹੜਾ ਬੰਦਾ ਨਾ ਜਿਹਦਾ ਕੋਈ ਅੱਗਾ ਪਿੱਛਾ ਨਾ ਹੋਵੇ ਨਾ ਜੀ, ਜਿਹੜਾ ਸਿੱਧੇ ਰਾਹੀਂ ਨਾ ਆਇਆ ਹੋਵੇ, ਠੀਕ ਹੈ। ਘੜੀ ਵਿੱਚ ਔਲੀਆ, ਘੜੀ ਵਿੱਚ ਭੂਤ, ਯਾਨੀ ਉਹ ਮਿੰਟ ਦੇ ਵਿੱਚ ਹੀ ਤਾਂ ਬਹੁਤ ਚੰਗਾ ਬਣ ਜਾਂਦਾ, ਵਲੀ ਅੱਲਾ ਬਣ ਜਾਂਦਾ, ਅਤੇ ਮਿੰਟ ਦੇ ਵਿੱਚ ਹੀ ਜਿਹੜਾ ਨਾ ਉਹ ਜਿੰਨ ਭੂਤ ਬਣ ਜਾਂਦਾ, ਠੀਕ ਹੈ। ਬੇਤਬਾਰਾ ਬੰਦਾ ਜਿਹੜਾ ਨਾ ਉਹਦਾ ਕੋਈ ਤਬਾਦ ਨਾ ਹੋਵੇ, ਵੀ ਜਿਸ ਬੰਦੇ ਦਾ ਕੋਈ ਅੱਗਾ ਪਿੱਛਾ ਨਾ ਹੋਵੇ, ਜਿਹਨੂੰ ਬੁੱਢੀਆਂ ਦਾ ਨਹੀਂ ਅੱਜ ਕੱਲ੍ਹ ਮਸਲਾ, ਮੂਡ ਸਵਿੰਗ ਹੋਤੇ ਹੈ ਮੇਰੇ, ਅਤੇ ਇਹ ਉਹੀ ਆ। ਪਿੜ ਪਿਆ ਅਤੇ ਸਾਕ ਗਿਆ, ਲੋ ਬਈ, ਯਾਨੀ ਕਿ ਆਮ ਤੌਰ 'ਤੇ ਲੋਕ ਬੜੇ ਚੰਗੇ ਬਣ ਕੇ ਰਹਿੰਦੇ ਹੁੰਦੇ ਨੇ ਨਾ, ਅਤੇ ਜਦੋਂ ਉਹਨਾਂ ਦੇ ਨਾਲ ਪੇੜ ਪੈਂਦਾ, ਜਦੋਂ ਉਹਨਾਂ ਦੇ ਨਾਲ ਤਲਕ ਬਣਦਾ, ਰਿਸ਼ਤੇਦਾਰੀ ਬਣਦੀ, ਫਿਰ ਸਮਝ ਲੱਗਦੀ ਭਾਈ ਇਹ ਤਾਂ ਐਵੇਂ ਹੀ। ਆਮ ਤੌਰ 'ਤੇ ਭੈਣਾਂ ਮਾਸੀਆਂ ਰਿਸ਼ਤਾ ਕਰ ਲੈਂਦੀਆਂ ਨੇ, ਉਹ ਜਦੋਂ ਕੁੜੀ ਮੁੰਡੇ ਦਾ ਵਿਆਹ ਹੋ ਜਾਂਦੀ, ਫਿਰ ਦੋਵੇਂ ਦੂਰ ਹੋ ਜਾਂਦੀਆਂ, ਉਹ ਸਾਕ ਵੀ ਖਤਮ ਹੋ ਜਾਂਦਾ। ਪੰਜਾਬੀ ਟੱਟੂ ਅਤੇ ਖਰਾਸਾਨੀ ਦੌਲਤੇ, ਯਾਨੀ ਆਪਣੀ ਬੁੱਤ ਵਿੱਚ ਨਾ ਰਹਿਣਾ ਜਾਂ ਆਪਣੀ ਹਕੀਕਤ ਨੂੰ ਭੁੱਲ ਜਾਣਾ। ਪੰਜਾਬੀ ਹੀ ਇੱਕ, ਅਤੇ ਉਹ ਨਾ ਜਦੋਂ ਖਰਾਸਾਨ ਗਿਆ ਨਾ,
ਤੇ ਉਹ ਫਿਰ ਕਹਿਣ ਲੱਗ ਪਿਆ ਵੀ ਪੰਜਾਬੀ ਜਿਹੜੀ ਇਹਦੀ ਕੋਈ ਕਦਰੋਂ ਕੀਮਤ ਨਹੀਂ ਹੈਗੀ, ਜਿਹੜੇ ਖਰਾਸਾਨੀ ਹੈ ਨਾ ਇਹ ਭਾਈ ਬਹੁਤ ਵੱਡੀ ਦੌਲਤ ਹੈ। ਜਿਵੇਂ ਅੱਜ ਕੱਲ੍ਹ ਲੋਕ ਅੰਗਰੇਜ਼ੀ ਨੂੰ ਕਹਿੰਦੇ ਹਨ ਪੰਜਾਬੀ ਦੀ ਕੋਈ ਅਹਿਮੀਅਤ ਨਹੀਂ ਦਿੰਦੇ, ਕਹਿੰਦੇ ਨੇ ਅੰਗਰੇਜ਼ੀ ਦੀ ਬੜੀ ਗੱਲ ਹੈ। ਤੇ ਉਹੀ ਗੱਲ ਹੋ ਰਹੀ ਹੈ, ਆਪਣੇ ਬੁੱਤ 'ਚ ਨਾ ਰਹਿਣਾ ਤੇ ਆਪਣੀ ਹਕੀਕਤ ਨੂੰ ਭੁੱਲ ਜਾਣਾ ਤੇ ਕਹਿਣਾ ਬਈ ਨਾ ਵੀ ਅੰਗਰੇਜ਼ਾਂ ਦੀ ਤਾਂ ਬੜੀ ਗੱਲ ਹੈ। ਪੁੱਤਰ ਕਪੁੱਤਰ ਹੋ ਜਾਂਦੇ ਨੇ, ਮਾਪੇ ਕਮਾਪੇ ਨਹੀਂ ਹੁੰਦੇ। मतलब ये जो बेटे होते हैं ना वो कपत्ते हो जाते हैं, वो अपने माँ बाप को के डिसोबीडियंट हो जाते हैं, लेकिन कभी भी पेरेंट्स नहीं होते। ਪਾਣੀ ਤੱਤਾ ਵੀ ਅੱਗ ਬੁਝਾ ਦਿੰਦਾ ਹੈ। ਵੀ ਜਿਹੜਾ ਗੈਰਤਮੰਦ ਹੈ ਨਾ ਉਹ ਮਾੜਾ ਬੰਦਾ ਵੀ ਕਰੋੜਾਂ ਤੇ ਲੱਖਾਂ ਬੰਦਿਆਂ ਦੇ ਭਾਰਾ ਹੁੰਦਾ, ਤੇ ਬਗੈਰਤ ਹੋਵੇ ਤੇ ਉਹ ਭਾਵੇਂ ਤਗੜਾ ਵੀ ਹੋਵੇ ਤੇ ਉਹਨੂੰ ਕੋਈ ਫਿਕਰ ਨਹੀਂ ਪੈਂਦੀ ਵੀ ਜੋ ਮਰਜ਼ੀ ਚੱਲਦਾ ਰਹੇ ਜੀ। ਪੁੱਤਰ ਢਾਕੇ ਡੰਡੋਰਾ ਸ਼ਹਿਰ ਵਿੱਚ ਬਗਲ ਮੇ ਬੇਟਾ ਔਰ ਡੰਡੋਰਾ ਇਹ ਹੈਗਾ ਹੈ ਉਰਦੂ ਦਾ ਵਿੱਚ, ਮਤਲਬ ਪੁੱਤਰ ਢਾਕਦੇ ਆ ਤੇ ਜਿਹੜਾ ਇਹਨਾਂ ਲੋਕਾਂ ਨੂੰ ਉਹ ਤੋਂ ਲੱਭਦਾ ਫਿਰਨਾ, ਕੋਈ ਸ਼ਹਿਰ ਕੋਲ ਹੋਣਾ ਤੇ ਉੱਧਰ ਤੋਂ ਲੱਭਦਾ ਫਿਰਨਾ। ਆਮ ਤੌਰ ਤੇ ਬੰਦਿਆਂ ਦਾ ਇਹੀ ਹਾਲ ਹੋਇਆ, ਮੇਰਾ ਵੀ ਇਹੀ ਹਾਲ ਹੋਇਆ ਹੈ। ਪਰਾਇਆ ਗਹਿਣਾ ਪਾਇਆ ਤੇ ਆਪਣਾ ਰੂਪ ਗਵਾਇਆ। ਇਹ ਆ ਵੀ ਜਿਹੜਾ ਸੀ ਨਾ ਉਹ ਧੋਬੀ ਕਾ ਕੁੱਤਾ ਘਰ ਕਾ ਨਾ ਘਾਟ ਕਾ, ਮੰਗੀ ਹੋਈ ਚੀਜ਼ ਤੋਂ ਪਰਹੇਜ਼ ਕਰਨਾ ਚਾਹੀਦਾ, ਕਿਉਂਕਿ ਉਹ ਜਿਹੜਾ ਹੈ ਨਾ ਉਹ ਬਹੁਤੀ ਚੰਗੀ ਨਹੀਂ ਲੱਗਦੀ। ਆਮ ਕੁੜੀਆਂ ਬਗਾਨੀ ਦੂਜੀਆਂ ਕੁੜੀਆਂ ਦੇ ਕੱਪੜੇ ਪਾ ਕੇ ਚਲੇ ਜਾਂਦੀਆਂ ਤੇ ਫਿਰ ਉਹ ਇੰਝ ਬਾਗੜ ਬਿੱਲੀਆਂ ਜਿਹੀਆਂ ਬਣ ਕੇ ਫਿਰਦੀਆਂ ਹੁੰਦੀਆਂ ਉੱਥੇ। ਪਰ ਮਰੇ ਪਰ ਮਸ਼ੀਰ ਜਾਗੇ, ਮਤਲਬ ਇਹ ਦੁਨੀਆਦਾਰੀ ਛੱਡਣ ਨਾਲ ਨਾ, ਪਰ ਜਦੋਂ ਮਰ ਜਾਂਦੇ ਨੇ ਨਾ ਉਦੋਂ ਬੰਦੇ ਦਾ ਅੰਦਰ ਮਸ਼ਵਰਾ ਦੇਣ ਵਾਲੇ ਜਾਗਦਾ। ਮਤਲਬ ਇਹ ਦੁਨੀਆਦਾਰੀ ਛੱਡਣ ਨਾਲ ਹੀ ਬੰਦੇ ਨੂੰ ਰੱਬ ਲੱਭਦਾ। ਪੜ੍ਹਿਆ ਏ ਗੜਿਆ ਨਹੀਂ, ਮਤਲਬ ਇਹ ਇਲਮ ਹੋਵੇ ਪਰ ਅਕਲ ਦੀ ਘਾਟ ਹੋਵੇ, ਇਹਨੂੰ ਕਹਿੰਦੇ ਨੇ। ਸਾਜਦ ਪੜ੍ਹਿਆ ਜ਼ਰੂਰ ਹੈ ਪਰ ਗੜਿਆ ਨਹੀਂ ਹੈਗਾ, ਠੀਕ ਹੈ। ਉਹਦੇ 'ਚ ਕੋਈ ਸ਼ਾਇਦ ਗੜੀ ਨਹੀਂ ਹੈਗੀ, ਉਹ ਸਿਰਫ ਪੜ੍ਹਿਆ ਹੀ ਹੈ, ਉਹਦੇ 'ਚ ਉਹ ਸ਼ਾਇਦ ਵੜੀ ਨਹੀਂ ਹੈ, ਤਲੀਮ ਉਹਦੇ ਵਿੱਚ ਨਹੀਂ ਵੜੀ ਹੈਗੀ, ਉਹ ਕਰਮ ਵਾਲਾ ਤਲੀਮ 'ਚ ਵੜਿਆ। ਪਵੇ ਕੱਕਰ ਭੰਨੇ ਪੱਤਰ, ਮਤਲਬ ਜਿਹੜਾ ਹੁੰਦਾ ਨਾ ਕੱਕਰ ਕਹਿੰਦੇ ਨੇ, ਜਿੱਦਾਂ ਸਰਦੀਆਂ ਦੇ ਵਿੱਚ ਠੰਡ ਪੈਂਦੀ ਹੈ ਨਾ, ਠੰਡ ਦੇ ਵਿੱਚ ਰਾਤ ਨੂੰ ਕੱਕਰ ਪੈਂਦਾ ਜਿਹੜੀ ਨਾ, ਉਹ ਫਿਰ ਫਸਲਾਂ ਤਬਾਹ ਹੋ ਜਾਂਦੀਆਂ ਨੇ। ਤੇ ਉਹਨੂੰ ਕੋਰਾ ਕਹਿੰਦੇ ਨੇ, ਕੋਰੇ ਨਾਲ ਫਸਲ ਬਰਬਾਦ ਹੋ ਜਾਂਦੀ ਹੈ, ਉਸਕੋ ਕਹਤੇ ਹੈ। ਪਹਿਲੇ ਖਵੇਸ਼ ਫਿਰ ਦਰਵੇਸ਼, ਪਹਿਲੇ ਆਪਣੇ ਦੀ ਮਦਦ ਕਰੋ ਫਿਰ ਦੂਜਿਆਂ ਦੀ, ਭਾਵੇਂ ਉਹ ਵਲੀ ਅੱਲਾ ਹੋਵੇ ਨਾ, ਫਿਰ ਦੂਜਿਆਂ ਲੈ ਜਾਓ। ਆਮ ਤੌਰ 'ਤੇ ਇਹ ਨਹੀਂ ਹੁੰਦਾ, ਆਮ ਤੌਰ 'ਤੇ ਪਹਿਲਾਂ ਲੋਕਾਂ ਦਾ ਪਾਣੀ ਪਹਿਲਾਂ ਭਰਦੇ ਨੇ ਫਿਰ ਆਪਣੇ ਲਿਆਉਂਦੇ ਨੇ। ਪੈਸਾ ਖੋਟਾ ਆਪਣਾ ਤੇ ਬਾਂਟੇ ਨੂੰ ਕੀ ਦੋਸ਼, ਮਤਲਬ ਇਹ ਆ ਵੀ ਆਪਣਾ ਪੈਸਾ ਖਰਾਬ ਹੈ, ਕਸੂਰ ਆਪਣਾ ਹੋਣਾ ਤੇ ਫਿਰ ਲੋਕਾਂ ਨੂੰ ਇਲਜ਼ਾਮ ਦਿੰਦੇ ਫਿਰਨਾ ਵੀ ਸਾਡਾ ਪੁੱਤਰ ਆਪਣਾ ਖਰਾਬ ਹੋਣਾ ਤੇ ਕਹਿਣਾ ਬਈ ਉਹਨਾਂ ਦੀ ਕੁੜੀ ਤਾਂ ਸਾਡੇ ਮੁੰਡੇ ਨੂੰ ਵਰਚਾ ਕੇ ਤੇ ਉਹਨੂੰ ਖਰਾਬ ਕਰ ਛੜਿਆ। ਬਈ ਆਪਣਾ ਤੁਸੀਂ ਆਪਣੀ ਮੰਜੀ ਥੱਲੇ ਡਾਂਗ ਫੇਰੋ। ਫਾਟਕ ਟੁੱਟਿਆ ਘਰ ਲੁੱਟਿਆ, ਮਤਲਬ ਇਹ ਆ ਬਈ ਜਦੋਂ ਫਾਟਕ ਟੁੱਟ ਗਿਆ ਕਿਸੇ ਵੀ ਸ਼ੈ ਦਾ, ਜਦੋਂ ਮੁੱਢ ਚੰਗਾ ਹੁੰਦਾ ਹੈ ਨਾ, ਉਹ ਫਿਰ ਕੰਮ ਉਸੇ ਟਾਈਮ ਘਰ ਮਿੰਟਾਂ 'ਚ ਲੁੱਟਿਆ ਜਾਂਦਾ ਹੈ। ਮਤਲਬ ਉਸੇ ਟਾਈਮ ਕੰਮ ਸ਼ੁਰੂ 'ਚ ਕੰਮ ਜਿਹੜਾ ਸੌਖਾ ਹੋਵੇ ਨਾ ਉਹ ਛੇਤੀ ਮੁੱਕ ਜਾਂਦਾ। ਚੋਰਾਂ ਨੂੰ ਫਾਟਕ ਟੁੱਟਿਆ ਤੇ ਘਰ ਲੁੱਟਿਆ ਦੇ ਮੌਜਬ ਲੋਹਾ ਖੋਲ੍ਹਦਿਆਂ ਹੀ ਮਾਲ ਲੱਭ ਗਿਆ। ਮਤਲਬ ਜਿਵੇਂ ਹੀ ਫਾਟਕ ਟੁੱਟਿਆ ਉਹਨਾਂ ਉਸੇ ਟਾਈਮ ਲੋਹਾ ਖੋਲ੍ਹਿਆ, ਮਾਲ ਦਸਤੀ ਲੱਭ ਗਿਆ। ਤਰੇਲ ਚਟਿਆਂ ਤਰੇ ਨਹੀਂ ਲੈਂਦੀ, ਮਤਲਬ ਤਰੇਲ ਕਹਿੰਦੇ ਨੇ ਰਾਤ ਨੂੰ ਜਿਹੜੀ ਔਸ ਪੜਦੀ ਹੈ ਨਾ ਉਹਨੂੰ ਕਹਿੰਦੇ ਨੇ। ਮਤਲਬ ਰਾਤ ਨੂੰ ਜਬ ਸਰਦੀਆਂ ਕੀ ਰਾਤ ਕੋ ਜਬ ਉਹ ਪੜਤਾ ਹੈ ਨਾ ਪਾਣੀ ਕੀ ਬੂੰਦਾ ਪਾਂਦੀ, ਉਹਨੂੰ ਅੰਗਰੇਜ਼ੀ 'ਚ ਵੀ ਲਫ਼ਜ਼ ਕਹਿੰਦੇ, ਮੈਨੂੰ ਚੇਤਾ ਭੁੱਲ ਗਿਆ। ਉਹ ਚਟਿਆ ਨਾ ਤਰੇ ਨਹੀਂ ਮਰਦੀ ਕਦੀ ਬੰਦੇ ਦੀ, ਠੀਕ ਹੈ। ਬੰਦਾ ਜਿੰਨੀ ਮਰਜ਼ੀ ਚੱਟ ਲਏ, ਬੰਦਾ ਪਿਆਸਾ ਹੀ ਰਹਿੰਦਾ। ਨਿੱਕੀਆਂ ਨਿੱਕੀਆਂ ਗੱਲਾਂ ਦੇ ਵਿੱਚ ਕੰਜੂਸੀ ਕਰਨ ਨਾਲ ਕੋਈ ਬੰਦਾ ਅਮੀਰ ਨਹੀਂ ਹੋ ਜਾਂਦਾ। ਇਸੇ ਲਈ ਕੀ ਕਰਨਾ ਚਾਹੀਦਾ, ਮਾਮੂਲੀ ਚੀਜ਼ਾਂ ਕੋਲੋਂ ਕਦੀ ਵੱਡੇ ਫਾਇਦੇ ਦੀ ਉਮੀਦ ਨਹੀਂ ਰੱਖਣੀ ਚਾਹੀਦੀ। ਤੁਰੰਤ ਦਾਨ ਮਹਾਦਾਨ, ਇਹ ਤੁਰੰਤ ਲਫ਼ਜ਼, ਤੁਰਤ ਨਹੀਂ ਹੈਗਾ, ਤੁਰੰਤ ਉਸੇ ਟਾਈਮ ਕੰਮ ਕਰ ਦੇਣਾ, ਉਸੇ ਟਾਈਮ ਮਦਦ ਕਰ ਦੇਣਾ, ਮਹਾਦਾਨ ਉਹੀ ਸਭ ਤੋਂ ਵੱਡਾ ਦਾਨ ਹੁੰਦਾ ਹੈ। ਮਤਲਬ ਵੇਲੇ ਸਿਰ ਕਿਸੇ ਬੰਦੇ ਦੀ ਮਦਦ ਨੇਕੀ ਕਰਦਾ ਨਾ, ਉਹੀ ਸਭ ਤੋਂ ਵੱਡੀ ਹੁੰਦੀ ਤੇ ਨੇਕੀ ਹੁੰਦੀ। ਮਤਲਬ ਇਹ ਆ ਇੱਕ ਬੰਦੇ ਨੂੰ ਭੁੱਖ ਲੱਗੀ ਆ ਤੇ ਉਸ ਬੰਦੇ ਨੂੰ ਕੋਈ ਬੰਦਾ ਅਗੇ ਰੋਟੀ ਦੇ ਦਿੰਦਾ ਤੇ ਇਹਦਾ ਮਤਲਬ ਇਹ ਆ ਬਈ ਉਹਦੇ ਤੇ ਸਭ ਤੋਂ ਵੱਡਾ ਦਾਨ ਹੋ ਗਿਆ। ਵੀ ਉਹਨੂੰ ਭੁੱਖ ਲੱਗੀ, ਉਹਨੂੰ ਅਗਲੇ ਦਿਨ ਕੋਈ ਬੰਦਾ 10,000 ਰੁਪਈਆ ਦੇ ਦੇ ਫਾਇਦਾ, ਠੀਕ ਹੈ। ਮੱਝ ਦੀ ਧੀ ਦੇ ਵਿਆਹ ਦੇ ਰਈਸ ਨੇ 10,000 ਰੁਪਈਆ ਦੇ ਕੇ ਮਦਦ ਕੀਤੀ ਤੇ ਇਹਨੂੰ ਕਿਹਾ ਜਾਂਦਾ ਹੈ ਤੁਰਤ ਦਾਨ ਮਹਾਦਾਨ। ਤੁਰੰਤ ਜਿਹੜਾ ਉਹਨੇ ਦਾਨ ਕੀਤਾ ਉਹਦੀ ਧੰਨਵਾਦ, ਉਹਨੇ ਬਹੁਤ ਚੰਗਾ ਕੰਮ ਕੀਤਾ। ਤੁਰਿਆ ਤੁਰਿਆ ਜਾ ਤੇ ਕਰਮਾਂ ਦਾ ਖੱਟਾ ਖਾ, ਬੰਦਾ ਜੋ ਬੀਂਦਾ ਉਹੀ ਵੜਦਾ। ਵੀ ਕਿ ਇੱਕ ਇੰਝ ਹੀ ਕਹਿੰਦੇ ਨੇ ਕਿ ਜਿਵੇਂ ਆਪਾਂ ਇੱਕ ਪਿਓ ਨੇ ਆਪਣੇ ਪੁੱਤਰ ਨੂੰ ਘੱਲਿਆ ਤੇ ਉਹਨੇ ਕਿਹਾ ਪੁੱਤਰ ਸਿੱਧੇ ਰਾਹ ਤੁਰਿਆ ਤੁਰਿਆ ਜਾ, ਤੇ ਜੋ ਤੂੰ ਕਰਮ ਕਰੇਗਾ ਨਾ ਉਹ ਉਹਦਾ ਹੀ ਖੱਟਿਆ ਖਾਏਗਾ। ਬੰਦਾ ਜਿੱਥੇ ਜਾਵੇ ਉਹਦੀ ਕਿਸਮਤ ਦਾ ਲਿਖਿਆ ਜ਼ਰੂਰ ਮਿਲਦਾ ਹੈ। ਦੂਜਾ ਇਹਦਾ ਇਹ ਵੀ ਹੈਗਾ ਕਿ ਬੰਦਾ ਜੇ ਟੁਰਿਆ ਰਵੇ ਨਾ, ਕੁਛ ਨਾ ਕੁਛ ਕਰਦਾ ਰਵੇ, ਤਾਂ ਉਹਨੂੰ ਕੁਛ ਨਾ ਕੁਛ ਜ਼ਰੂਰ ਮਿਲ ਜਾਂਦਾ ਹੈ। ਤਲਵਾਰ ਥੱਲੇ ਉਹ ਦਮ ਤੇ ਰਹਿ, ਯਾਨੀ ਕਿ ਇੱਕ ਬੰਦੇ ਲੜਦੇ ਪਏ ਸੀ ਦੋ, ਦੂਜੇ ਨੇ ਉਹਨੂੰ ਆਖਿਆ ਓਏ ਤਲਵਾਰ ਥੋੜੀ ਥੱਲੇ ਕਰ, ਉਹ ਸਬਰ ਤਾਂ ਕਰ ਮੇਰਿਆ ਮੋਤੀਆਂ ਵਾਲਿਆ ਬੱਬਰ ਸ਼ੇਰਾ, ਆਪਣੀ ਵਾਰੀ ਸਰ ਰਾਸ਼ਨ ਤੇ ਤਲਵਾਰ ਥੱਲੇ ਦਮ ਲਾਓ ਤੇ ਕਾਲੀ ਨਾ ਕਰੋ ਜਵਾਨੋ। ਤਿੰਨਾਂ ਵਿੱਚ ਨਾ 13 ਵਿੱਚ, ਮਤਲਬ ਕੋਈ ਬੰਦਾ ਜਿਹਦੀ ਕੋਈ ਵੈਲਿਊ ਹੀ ਨਾ ਹੋਵੇ, ਜਿਹੜਾ ਬੰਦਾ ਮੇਰੇ ਵਰਗਾ ਹੋਵੇ, ਨਾ ਕਿਸੇ ਗਿਣਤੀ 'ਚ ਨਾ ਆਉਂਦਾ ਹੋਵੇ, ਨਕੰਮਾ ਵਿਹਲਾ ਡੱਟਾ ਜਿਹੜਾ ਹੋਵੇ, ਉਹਨੂੰ ਕਹਿੰਦੇ ਤਿੰਨਾਂ 'ਚ ਨਾ 13। ਘਰਾਂ 'ਚ ਜਿਹੜਾ ਬੱਚਾ ਮੇਰੇ ਕੋਲ ਨਕੰਮਾ ਹੁੰਦਾ ਉਹਨੂੰ ਕਹਿੰਦੇ ਨੇ ਆਹ ਫਲਾਣਾ ਮੁੰਡਾ ਜਿਹੜਾ ਨਾ ਮੌਸਮ ਜਿਹੜਾ ਨਾ ਉਹਨਾਂ ਤਿੰਨਾਂ 'ਚ ਨਾ 13 'ਚ। ਤਵੇ ਦੀ ਤੇਰੀ ਤੇ ਹੱਥ ਦੀ ਮੇਰੀ, ਮਤਲਬ ਇਹ ਆ ਵੀ ਥੋੜ੍ਹਾ ਫਾਇਦਾ ਤੇਰਾ, ਮਤਲਬ ਇਹ ਆ ਵੀ ਕਹਿੰਦੇ ਨੇ ਨਾ ਵੀ 13 ਨਗਦ ਚੰਗੇ ਨੇ 16 ਉਧਾਰ ਨਾਲੋਂ, ਠੀਕ ਹੈ। ਵੀ ਜਿਹੜੀ ਸ਼ਾਇਦ ਬਾਅਦ 'ਚ ਆਉਣੀ ਉਹਦੇ ਨੇ ਵੇਖੀ ਜਾਏਗੀ, ਫਿਲਹਾਲ ਭਾਈ ਜਿਹੜੀ ਇੱਥੇ ਹੈਗੀ ਉਹ ਤਾਂ ਦਿਓ ਨਾ।